KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:27 ਹੋਏ ਹੈ। 11 ਮਾਰਚ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 28 ਫੱਗਣ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਤ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਤੋਂ ਬਾਅਦ ਫਿਰ ਤੁਹਾਡੇ ਨਾਲ ਭਾਰਤ ਦੇ ਵਿੱਚ ਜਿਹੜਾ ਰਾਸ਼ਟਰਵਾਦ ਹੈ, ਨੈਸ਼ਨਲਿਜ਼ਮ ਹੈ, ਜਿਹੜਾ ਕੌਮ ਦੀ ਗੱਲ ਹੈ, ਜਿਹੜੀ ਜਿਹਦੇ ਵਿੱਚ ਬਹੁਤ ਕੁਝ ਹੈ, ਉਸ ਦੇ ਬਾਰੇ ਮੈਂ ਅੱਜ ਤੁਹਾਨੂੰ ਕੋਈ ਉਹਦਾ ਓਰੀਜਨ ਕਦੋਂ ਸ਼ੁਰੂ ਹੋਇਆ, ਕਿਵੇਂ ਹੋਇਆ। ਸਰਕਾਰੇ ਖਾਲਸਾ ਤੋਂ ਬਾਅਦ 1839 ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋਇਆ, ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਹੈ ਤੇ ਜਿਹੜੀ ਨਾਲ ਹੀ ਸਿੰਘ ਸਭਾ ਦੀ ਗੱਲ ਹੈ, ਤੇ ਉਹ ਦੇ ਬਾਰੇ ਸਾਰੀ ਮੈਂ ਗੱਲਬਾਤ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ ਤੇ ਤੁਸੀਂ ਵੀ ਸ਼ਾਮਲ ਹੋਣਾ। ਪਹਿਲੇ ਹਿੱਸੇ 'ਚ ਕੁਝ ਖਬਰਾਂ ਸੁਣਾਉਣਾ। 144 247 1550 184424715550 ਔਨ 에ਅਰ ਨੰਬਰ ਹੈ ਤੇ ਇੱਥੇ ਤੁਸੀਂ ਸ਼ਾਮਲ ਹੋਣਾ। krpradio.com ਸਿੱਧੇ ਪ੍ਰਸਾਰਣ ਦੇ ਲਈ ਇਹ ਨੰਬਰ ਹੈ ਤੇ ਇੱਥੇ ਤੁਸੀਂ ਨਾਲ ਰਹਿਣਾ ਤੇ ਗੱਲਬਾਤ ਕਰਨ ਦੇ ਲਈ ਇਸੇ ਨੰਬਰ ਤੇ 184424715550 krpradio.com ਸਿੱਧਾ ਪ੍ਰਸਾਰਣ 6047291224 WhatsApp ਤੇ ਟੈਕਸਟ। ਤੇਰੀ ਦੀਦ ਦੇ ਪੁਜਾਰੀ ਜਾਂਦੇ ਮੰਜ਼ਲਾਂ ਮੁਕਾਈ, ਹੱਕ ਸੱਚ ਦਿਆ ਰਾਹੀਆਂ ਤੇਰੀ ਰੀਤ ਨਾ ਭੁਲਾਈ। ਇੱਕ ਉਹ ਵੀ ਨੇ ਜੋ ਲਿਖ ਗਏ ਸੱਚ ਨੂੰ ਬੇਦਾਵਾ, ਛੱਡ ਜੂਝਣੇ ਦੀ ਗੱਲ ਝੂਠਾ ਪਹਿਨਿਆ ਪਹਿਰਾਵਾ। ਇੱਕ ਜੂਝਦੇ ਨੇ ਰਣ ਸੀਸ ਤਲੀ ਤੇ ਟਿਕਾਈ, ਹੱਕ ਸੱਚ ਦਿਆ ਰਾਹੀਆਂ ਤੇਰੀ ਰੀਤ ਨਾ ਭੁਲਾਈ। ਹਾਲੇ ਫਤਵੇ ਨਾ ਲਾਉਂਦੇ ਚੰਦੂ ਵਰਗੇ ਜਲਾਦ, ਰਤ ਕਾਮਿਆਂ ਦੀ ਪੀਵੇ ਔਰੰਗੇ ਦੀ ਔਲਾਦ। ਗੰਗੂ ਜਿਹੇ ਬੇਈਮਾਨ ਜਾਂਦੇ ਰੁਤਮੇ ਨੇ ਪਾਈ, ਹੱਕ ਸੱਚ ਦਿਆ ਰਾਹੀਆਂ ਤੇਰੀ ਰੀਤ ਨਾ ਭੁਲਾਈ। ਆ ਗਿਆ ਭੇਸ ਬਟਾ ਕੇ ਲੁੱਟ ਖਾਣਿਆਂ ਦੀ ਢਾਣੀ, ਫਿਰਦੇ ਕੂੜ ਚ ਲਪੇਟੀ ਤੇਰੀ ਅਮਰ ਗੁਰਬਾਣੀ। ਤੈਨੂੰ ਆਸ ਕਰਾਮਾਤੀ ਜਾਂਦੇ ਜਨਤਾ ਨੂੰ ਖਾਈ, ਹੱਕ ਸੱਚ ਦਿਆ ਰਾਹੀਆਂ ਤੇਰੀ ਰੀਤ ਨਾ ਭੁਲਾਈ। ਤੇਰੀ ਦੀਦ ਦੇ ਪੁਜਾਰੀ ਜਾਂਦੇ ਮੰਜ਼ਲਾਂ ਮੁਕਾਈ, ਹੱਕ ਸੱਚ ਦਿਆ ਰਾਹੀਆਂ ਤੇਰੀ ਰੀਤ ਨਾ ਭੁਲਾਈ। ਜਮਲ ਸਿੰਘ ਪੱਡਾ ਨਕਸਲੀ ਸ਼ਹੀਦ ਹੋਏ ਨੇ, ਉਹ ਲਿਖਦੇ ਆ ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੂਸਰੇ ਹਿੱਸੇ ਦੇ ਵਿੱਚ ਮੈਂ ਗੱਲਬਾਤ ਤੁਹਾਡੇ ਨਾਲ ਕਰਾਂਗਾ। ਭਾਰਤ ਦੇ ਵਿੱਚ 1839 ਤੋਂ ਬਾਅਦ ਦਾ ਸਮਾਂ ਪੰਜਾਬ ਦਾ, ਇਹ ਜਿਹੜਾ ਰਾਸ਼ਟਰਵਾਦ ਹੈ, ਜਿਹਦੇ ਥੱਲੇ ਮਿਨੋਰਟੀਜ਼ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਦੇਸ਼ ਦੀ ਅਖੰਡਤਾ ਦੇ ਲਈ, ਏਕਤਾ ਦੇ ਲਈ ਉਹ ਖਤਰਾ ਨੇ। ਉਹ ਕੀ ਰਾਸ਼ਟਰਵਾਦ ਸੀ, ਕਿੱਥੋਂ ਸ਼ੁਰੂ ਹੋਇਆ, ਇਹਦੇ ਥੱਲੇ ਨੇਸ਼ਨ ਸਟੇਟ ਦੀ ਜਿਹੜੀ ਗੱਲ ਹੈ, ਜਿਹੜੀ ਉਹ ਕੀਤੀ ਜਾਂਦੀ ਹੈ। ਇਸ ਤੇ ਅੱਜ ਗੱਲਬਾਤ ਕਰਾਂਗੇ ਜਿੰਨਾ ਕੁ ਮੇਰੀ ਸੋਚ ਹੈ, ਤੇ ਤੁਸੀਂ ਵੀ ਕਿਰਪਾ ਕਰਕੇ ਸ਼ਾਮਲ ਹੋਣਾ। ਸਭ ਤੋਂ ਪਹਿਲਾਂ ਜਸਵੀਰ ਸਿੰਘ ਗਰੇਵਾਲ ਜਿਹੜੇ ਆਪਣੇ ਪ੍ਰੋਗਰਾਮ ਤੇ ਸਦਾ ਗੱਲਬਾਤ ਕਰਦੇ ਨੇ ਤੇ ਬੜੇ ਵਧੀਆ ਉਹਨਾਂ ਦੇ ਵਿਚਾਰ ਹੁੰਦੇ ਨੇ। ਉਹਨਾਂ ਦੀ ਅੱਜ ਪੋਤੀ ਕਿਰਪਾ ਕੌਰ ਦਾ 11ਵਾਂ ਜਨਮ ਦਿਨ ਹੈ। ਗਰੇਵਾਲ ਪਰਿਵਾਰ ਤੇ ਸਰਦਾਰ ਪਰਮਵੀਰ ਸਿੰਘ ਤੇ ਮਾਤਾ ਭੁਪਿੰਦਰ ਕੌਰ ਕਿਰਪਾ ਕੌਰ ਦੇ ਦਾਦਾ ਜੀ ਸਰਦਾਰ ਜਸਵੀਰ ਸਿੰਘ, ਦਾਦੀ ਜੀ ਸਰਦਾਰ ਨਿਕਰਮਿੰਦਰ ਕੌਰ, ਉਹਨਾਂ ਵੱਲੋਂ ਅੱਜ ਵੱਡਾ ਦਿਨ ਹੈ ਧੀ ਰਾਣੀ ਦਾ ਮਨਾਇਆ ਜਾ ਰਿਹਾ। ਇਸ ਤਰ੍ਹਾਂ ਮਨਾਇਆ ਕਰੋ। ਤੋ ਇਹ ਗਰੇਵਾਲ ਪਰਿਵਾਰ ਨੂੰ ਜਿੱਥੇ ਵਧਾਈਆਂ, ਕਿਰਪਾ ਕੌਰ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਹੈ, ਇਹ ਗੁਰੂ ਪਾਤਸ਼ਾਹ ਕਿਰਪਾ ਰੱਖੇ ਤੇ ਚੜ੍ਹਦੀ ਕਲਾ 'ਚ ਰਹੇ ਧੀ ਰਾਣੀ ਤੇ ਆਪਣਾ ਕੌਮ ਦਾ ਸੱਭਿਆਚਾਰ ਦਾ ਦਾਨ ਤੇ ਤੰਦਰੁਸਤੀ ਮਿਲੇ। ਸੋ ਇਹ ਸਾਰਿਆਂ ਦਾ ਜਿੱਥੇ ਜਿੱਥੇ ਬੈਠੇ ਤੁਸੀਂ
सुनते हो प्रोग्राम दूर दूर जॉर्जिया दे विच जसविंदर प्रोग्राम सुन रहा है। बिल्कुल लोकेशन भेजी है जॉर्जिया की, दूरों दूरों तुसी बैठे सुनते हो, उड़ीकते हो। प्रोग्राम थोड़ा जिहा लेट मैं शुरू करदा तां इहदे लई माफ़ी, समा लग जाता पहले प्रोग्राम तो बाद दूसरा शुरू करने लई थोड़ा जिहा आराम भी चाहिए। अच्छा, जिहड़ी वड्डी गल चल रही है अज पिछले कई दिनों तो, इहदी गल दी तह तक नहीं गल बंदे जा रहे, ना ही सरकार इहदे ते कुछ गलबात कर रही है। सरकार उपर उपर दी इहदे ते कहानी जी करदी है। ते गल होए है कि साडियां जिहड़ियां मिलिटरी दे विच, पुलिस दे विच, जिहड़ी नैशनल पुलिस है, RCMP ते मिलिटरी दे विच, मिलिटरी दे जिहड़े टॉप जनरल्स ने, जिहड़े मिलिटरी दे लीडर ने, जिहड़े मिलिटरी दे चीफ ने, टॉप ब्रास, उन्हां ते हुण सैक्शुअली एक्सप्लॉइट करन दी गल चल रही है। हुण CBC का एक 5th स्टेट प्रोग्राम है बहुत बड़ा, उधर एक मार्केट प्लेस ते 5th स्टेट, ये वेखण वाले प्रोग्राम ने, ये जरूर देखा करो। उहदे च फॉर्मर जिहड़ा इन्वेस्टिगेटर सी मिलिटरी दे विच, पुलिस का रिटायर्ड सर्जेंट जैसी जिलमैन, उन्हें बस निकल के गलबात दसी। वो कहना बई कमांडिंग अफीसर जिहड़े ने इंटरफेयर करते सी जब कोई भी मेरे को फाइल आउंदी सी। कमांडिंग अफीसर सैक्शुअली असॉल्ट केस दे विच जिहड़ा वो इंटरफेयर करते जब असीं करते सी, जब असीं इन्वेस्टिगेशन करते सी। हुण ये जिलमैन है जिहड़ा वो ट्रेंड सी, स्पैशलाइज सी सैक्शुअल असॉल्ट इन्वेस्टिगेटर सी, कैनेडियन फोर्सेस नैशनल इन्वेस्टिगेटिव सर्विसेज दे विच काम करदा। 2019 जिहड़ा वो रिटायर होया ते उस तो बाद उन्हें सिविलियन पुलिस एजेंसी जिहड़ी है मैनीटोबा ज्वाइन की। उन्होंने जब दस्सिया कहना ज्यादा कैनेडियन आर्म्स फोर्सेस दे लई काम करदा सी, जिहड़ा मिलिटरी का इंटरनल जस्टिस सिस्टम सी उहदे ते मेरा कहना भरोसा बिल्कुल जिहड़ा उठ गया सी। कहते कोई प्रोसिक्यूशन नहीं सी हुंदी ते फोर्स दी ओन पुलिस बस ਉਹਦੇ ਪ੍ਰੋਸੀਕਿਊਟਰ ਸੀ, ਉਹਦੇ ਜੱਜ ਸੀ, ਬਿਲਕੁਲ ਕਹਿੰਦਾ ਇਲ ਇਕੁਇਪਡ ਸੀ, ਕੁਛ ਨਹੀਂ ਸੀ ਉੱਥੇ। ਤੇ ਉਸਨੇ 5th ਸਟੇਟ ਨੂੰ ਦੱਸਿਆ ਕਿ ਇਹ 5th ਸਟੇਟ ਵਾਲੇ ਹਰਜੀਤ ਸਿੰਘ ਸੱਜਣ ਨੂੰ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਆਓ ਅਸੀਂ ਇੰਟਰਵਿਊ ਕਰਨੀ ਹੈ ਹਰਜੀਤ ਸੱਜਣ ਨੇ, ਉਹਨਾਂ ਨੂੰ ਕੋਈ ਰਿਪਲਾਈ ਨਹੀਂ ਦਿੱਤਾ। ਤੇ 2015 ਦੇ ਵਿੱਚ ਬਹੁਤ ਜਿਹੜੇ ਚਾਰਜਸ ਇਹਦੇ ਚ ਐਲੀਗੇਸ਼ਨ ਲੱਗੇ। ਚੀਫ ਆਫ ਡਿਫੈਂਸ ਸਟਾਫ ਦਾ ਜਨਰਲ ਜੋਨਾਥਨ ਵੈਂਸ, ਉਹਨੇ ਕੈਂਪੇਨ ਸ਼ੁਰੂ ਕੀਤੀ ਆਪਰੇਸ਼ਨ ਆਨਰ, ਤੇ ਜਿਹਦੇ ਵਿੱਚ ਉਹਨੇ ਗੱਲ ਕੀਤੀ ਕਿ ਮੈਂ ਸਤਿਕਾਰ ਦਿਵਾਵਾਂਗਾ। ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਜਨਰਲ ਵੈਂਸ ਹੈ, ਜਨਰਲ ਵੈਂਸ ਤੇ ਵੀ ਹੁਣ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। अच्छा हुण ते ਇਹ ਜਿਹੜਾ ਐਡਮਿਰਲ ਤੇ ਇਦੋਂ ਪਹਿਲਾਂ ਜਿਹੜਾ ਦੋਨੇ ਹੀ ਹੁਣ ਇੱਕ ਇਸਤਰੀ ਨੂੰ ਲੈ ਕੇ ਆਂਦਾ ਜਿਹੜੀ ਡਿਪਟੀ ਚੀਫ ਲਾਈ ਹੈ। ਸੋ ਇਹ ਇਸ਼ੂ ਵੀ ਹੈ, ਇਹ ਤਾਂ ਇਹ ਸਿੰਬੋਲਿਕ ਜਿਹੜੀਆਂ ਚੀਜ਼ਾਂ ਇਹ ਹੁਣ ਇਸ ਨੂੰ ਕਿਵੇਂ ਤੁਸੀਂ ਜਿਹੜਾ ਉਹ ਇਸ ਨੂੰ ਕਿਵੇਂ ਜਿਹੜਾ ਸੋਚਦੇ ਨੇ, ਕਿਵੇਂ ਇਸ ਨੂੰ ਲੈ ਕੇ ਜਾਣਗੇ ਅੱਗੇ। ਤੇ ਜਿੱਥੇ ਪੁਲਿਸ ਦਾ ਇੱਕ ਬੰਦਾ ਜਿਹੜਾ ਇਨਵੈਸਟੀਗੇਸ਼ਨ ਏਜੰਸੀ ਦੇ ਵਿੱਚ ਮੇਨ ਜਿਹੜਾ ਬੰਦਾ ਸੀ, ਉਸਨੇ ਆ ਕੇ ਦੱਸਿਆ ਕਿ ਹੋ ਕੀ ਰਿਹਾ। ਉਹ ਕਹਿੰਦਾ ਵੀ ਮੈਂ ਬਹੁਤ ਵਾਰ ਜਿਹੜੇ ਵਿਕਟਮ ਦੀ ਕੰਟੈਕਟ ਇਨਫੋਰਮੇਸ਼ਨ ਸੀ ਉਹਦੇ ਲਈ ਮੈਨੂੰ ਮੇਰੇ ਕਮਾਂਡਿੰਗ ਅਫੀਸਰ ਜਿਹੜੇ ਉੱਪਰਲੇ ਸੀ ਉਹਨਾਂ ਦਾ ਜਿਹੜਾ ਅਤਾ ਪਤਾ ਸਾਰਾ ਲੱਭਣ ਦੀ ਕੋਸ਼ਿਸ਼ ਕਰਦੇ ਸੀ। ਤੇ
ਉਹ ਕਹਿੰਦੇ ਵੀ ਜਦ ਇੰਟਰਫੀਅਰੈਂਸ ਕਮਾਂਡਿੰਗ ਅਫੀਸਰ ਕਰਦੇ ਸੀ ਜਿੱਥੇ ਵੀ ਪੁਲਿਸ ਦੀ ਸੀ ਉਹਦੇ ਬਾਅਦ ਉਹ ਕਹਿੰਦੇ ਕੁਝ ਕੇਸ ਦੱਸਿਆ ਜੈਸਿਕਾ ਮਿਲਰ ਦਾ ਸਰਜੈਂਟ 2018 ਚ ਰਿਟਾਇਰ ਹੋਈ ਤੇ ਉਹ ਕਹਿੰਦੀ ਮੈਂ ਜ਼ਿਲਮੈਨ ਦੇ ਕਲੇਮ ਦੇ ਬਿਲਕੁਲ ਠੀਕ ਮੰਨਦੀ ਹਾਂ ਕਿ ਮੇਰਾ ਆਪਣਾ ਐਕਸਪੀਰੀਅੰਸ ਹੋਇਆ ਹੈ ਜਦ ਮੈਂ ਮਿਲਟਰੀ ਪੁਲਿਸ ਨੂੰ ਰਿਪੋਰਟ ਕੀਤਾ ਤੇ ਪ੍ਰਾਈਵੇਸੀ ਦੀ ਗੱਲ ਕਹਿੰਦੀ ਹੋ ਗਈ ਤੇ ਮੇਰਾ ਅਤਾ ਪਤਾ ਵੀ ਕਿਹਨੇ ਇਨਵੈਸਟੀਗੇਸ਼ਨ ਕੌਣ ਕਰ ਰਿਹਾ ਕਿਹਨੇ ਰਿਪੋਰਟ ਕੀਤੀ ਹੈ ਇਸ ਤੇ ਗੱਲਬਾਤ ਬਾਹਰ ਨਿਕਲੀ ਮਿਲਰ ਦੀ ਕੰਪਲੇਂਟ ਨੇ ਕ੍ਰਿਮੀਨਲ ਚਾਰਜਸ ਲਵਾਏ ਤੇ ਫਿਰ ਉਹਦੇ ਬਾਅਦ ਕੋਰਟ ਮਾਰਸ਼ਲ ਦੀ ਹੀਅਰਿੰਗ ਹੋਈ 2018 ਚ ਤੇ ਉਹਦਾ ਫਾਰਮਰ ਸੁਪਰਵਾਈਜ਼ਰ ਰਿਟਾਇਰਡ ਮਾਸਟਰ ਵਾਰੰਟ ਆਫੀਸਰ ਮਾਈਕ ਬ੍ਰਮਫੋਰਡ ਉਹਨੇ ਗਿਲਟੀ ਪਲੀ ਕੀਤਾ ਸੀ ਤੁਹਾਨੂੰ ਪਤਾ ਹੈ ਜਦ ਉਸਨੇ ਮੰਨਿਆ ਸੀ ਉਹਨੇ ਧੱਕੇ ਨਾਲ ਕੇਸ ਤੇ ਹੱਗ ਕੀਤਾ ਵਿਦਆਊਟ ਕੰਸੈਂਟ ਜੈਸਿਕਾ ਮਿਲਰ ਦਾ ਕੇਸ ਬਹੁਤ ਵੱਡਾ ਸੀ ਹੁਣ ਇਹ ਉਹ ਕਹਿੰਦੀ ਮੈਂ ਅੱਗੇ ਨਹੀਂ ਸੀ ਦੇਖੋ ਇਹ ਮਿਲਟਰੀ ਜਿਹਨੇ ਤੁਹਾਡਾ ਦੇਸ਼ ਬਚਾਉਣਾ ਇਹ ਪੁਲਿਸ ਜਿਹਨੇ ਤੁਹਾਡਾ ਦੇਸ਼ ਬਚਾਉਣਾ ਉਹ ਕਹਿੰਦੀ ਵੀ ਮੈਂ ਫਾਰਵਰਡ ਤਾਂ ਨਹੀਂ ਆਈ ਜਦ ਤੱਕ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਸੇਫ ਹਾਂ ਕਿਉਂਕਿ ਚੇਨ ਆਫ ਕਮਾਂਡ ਜਿਹੜੀ ਹੈ ਉਹ ਇਹਦੇ ਵਿੱਚ ਇੰਟਰਫੀਅਰ ਕਰਦੀ ਸੀ ਤੇ ਉਹ ਕਹਿੰਦੇ ਵੀ ਮੇਰੇ ਵਾਲੇ ਕੇਸ ਦੇ ਵਿੱਚ ਕਿਉਂਕਿ ਇਹ ਪ੍ਰਾਈਵੇਸੀ ਦੇ ਥੱਲੇ ਉਹਦਾ ਕੇਸ ਜਿਹੜੀਆਂ ਏਜੰਸੀਜ਼ ਵਿੱਚ ਬਣੀਆਂ ਨੇ ਪੁਲਿਸ ਨੇ ਜਾਂ ਪ੍ਰੋਸੀਕਿਊਟਰਸ ਨੇ ਇਹ ਪਤਾ ਕਰਨਾ ਸੀ ਪਰ ਉੱਪਰ ਕਮਾਂਡਿੰਗ ਅਫੀਸਰ ਦੇ ਵਿੱਚ ਜਾਣਾ ਕਿਉਂ ਸੋਚਣਾ ਉਹ ਕਿਉਂ ਭਾਲਦੇ ਸੀ ਵੀ ਉਹਨਾਂ ਨੂੰ ਪਤਾ ਲੱਗੇ ਉਹ ਕਹਿੰਦੇ ਵੀ ਕੋਈ ਇਨਵੈਸਟੀਗੇਟਰਸ ਕੋਈ ਇਨਵੈਸਟੀਗੇਸ਼ਨ ਨਹੀਂ ਸੀ ਹੁੰਦੀ ਇਹ ਗੱਲ ਬਹੁਤ ਜ਼ਿਆਦਾ ਹੁਣ ਮਿਲਰ ਨੇ ਕੈਨੇਡੀਅਨ ਆਰਮ ਫੋਰਸਿਸ ਤੇ ਆਪਣੇ ਸੁਪਰਵਾਈਜ਼ਰ ਜਿਹੜੇ ਨੇ ਉਹ ਸੂ ਕੀਤੇ ਹੋਏ ਨੇ ਤੋ ਇਹ ਜਿਹੜਾ ਹੁਣ ਵੈਂਸ ਉਹਨਾਂ ਨੇ ਆਨਰਿੰਗ ਆਪਰੇਸ਼ਨ ਆਨਰ ਤਾਂ ਸ਼ੁਰੂ ਕਰਤਾ ਤੇ ਹੁਣ ਕੈਨੇਡੀਅਨ ਆਰਮ ਫੋਰਸਿਸ ਉਹਨੂੰ ਵੀ ਜਿਹੜਾ ਉਹ ਚੈੱਕ ਕਰ ਰਹੀ ਹੈ ਤੇ ਉਹ ਆਪਣੇ ਸੈਕਸ਼ੂਅਲ ਰਿਲੇਸ਼ਨਸ਼ਿਪ ਲਈ ਸਬਆਰਡੀਨੇਟ ਦੇ ਨਾਲ ਤੇ ਉਸ ਨੂੰ ਚੈੱਕ ਕਰ ਰਹੇ ਨੇ ਮਤਲਬ ਇਹ ਐਡਮਿਰਲ ਆਰਟ ਮੈਕਡੋਨਲਡ ਉਹਨੇ ਰਿਜ਼ਾਈਨ ਕਰ ਦਿੱਤਾ ਜਦ ਉਹਦੀ ਇਨਵੈਸਟੀਗੇਸ਼ਨ ਹੋਈ ਉਹਦੀ ਸਬਆਰਡੀਨੇਟ ਨਾਲ 2010 ਦੇ ਵਿੱਚ ਸੋ ਜਦ ਇਹ ਉੱਪਰਲੇ ਅਫਸਰਾਂ ਤੇ ਇਹ ਕੁਝ ਚੱਲਦਾ ਥੱਲੜਾ ਕੀ ਹੋਊਗਾ ਸੋ ਇਹ ਜਿਹੜੀ ਅਸਲ ਉਹ ਕਹਿੰਦੀ ਮਿਲਰ ਕਹਿੰਦੀ ਮੇਰੀ ਡਿਸਅਪੁਆਇੰਟਮੈਂਟ ਜਦ ਹੋਈ ਜਿਹੜਾ ਚੈਂਪੀਅਨ ਫਾਰ ਚੇਂਜ ਵੈਂਸ ਕਹਿੰਦਾ ਸੀ ਇਹ ਉਹ ਚੈਂਪੀਅਨ ਆ ਚੇਂਜ ਦਾ ਤੇ ਉਹਦੇ ਤੇ ਹੁਣ ਚਾਰਜਸ ਲੱਗੇ ਨੇ ਇਹ ਬਹੁਤ ਵੱਡੀ ਕਹਾਣੀ ਹੈ ਉਸਨੇ ਜਿਹੜੀ ਇੰਟਰਵਿਊ ਦਿੱਤੀ ਹੈ ਫਿਰ ਸਟੇਟ ਨੂੰ ਵਪਾਰਕ ਨਿਸ਼ਦ ਬਾਰੇ ਇਸ ਤੇ ਅੱਗੇ ਜਾ ਕੇ ਹੋਰ ਗੱਲ ਕਰ ਮਿਲਟਰੀ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤੁਸੀਂ ਇਸ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ 144 247 1550 ਜਿਹੜੇ ਇਹ ਇਸ਼ੂ ਆ ਰਹੇ ਨੇ ਵਕਤ ਤੇ ਆਉਂਦੇ ਆ ਜੇ ਤੁਹਾਡੇ ਟਾਪ ਆਫੀਸਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਤੇ ਚਾਰਜਸ ਲੱਗ ਰਹੇ ਨੇ ਕਿ ਉਹ ਸਬਆਰਡੀਨੇਟ ਦੇ ਨਾਲ ਉਹਨਾਂ ਨੇ ਸੈਕਸ਼ੂਅਲੀ ਐਕਸਪਲੋਇਟੇਸ਼ਨ ਕੀਤੀ ਹੈ ਥਲੜਾ ਲਾਣਾ ਕੀ ਕਰੂਗਾ ਤੇ ਸੋ ਇਹਦੇ ਤੇ ਇਹ ਟਾਪ ਜਿਹੜੇ ਅਫੀਸਰ ਨੇ ਇਹਦੇ ਨਾਲ ਇੱਕ ਸੁਨੇਹਾ ਅਸਲ ਜਿਹੜੀ ਜ਼ਿਲਮੈਨ ਨੇ ਟੋਟਲ ਇੰਟਰਵਿਊ ਤੁਹਾਨੂੰ ਵੇਖਣ ਵਾਲੀ ਆ ਪਲੀਜ਼ ਵੇਖਿਓ ਤੇ ਇਹ ਨਹੀਂ ਹੈ ਵੀ ਦੁਨੀਆ ਦੇ ਵਿੱਚ ਇਹ ਅਸਲ ਕੁਝ ਕੁ ਪ੍ਰੋਫੈਸ਼ਨ ਸੈੱਟ ਕਰ ਦਿੱਤੇ ਕਿ ਮਰਦਾਂ ਦੇ ਇਹ ਪ੍ਰੋਫੈਸ਼ਨ ਸਾਰੀਆਂ ਮਿਲਟਰੀਜ਼ ਦੇ ਵਿੱਚ ਇਹ ਫੌਜਾਂ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਰਹਿੰਦਾ ਪਰ ਜਿਹੜੇ ਚੈਂਪੀਅਨ ਚੇਂਜ ਦੇ ਨੇ ਜਨਰਲ ਵੈਂਸ ਵਰਗੇ ਉਹਨਾਂ ਦਾ ਜਦ ਇਹ ਇਸ਼ੂ ਹੈ ਉਹ ਉਹਨਾਂ ਦਾ ਕੀ ਇਹ ਕਹਾਣੀ ਬਣੂ ਇਹਦੇ ਤੇ ਬਹੁਤ ਇੱਕ ਇਸ਼ੂ ਜਿਹੜਾ ਵੱਡਾ ਲੋਕਲ ਪੁਲਿਸ ਦਾ ਵੀ ਹੈ ਜਿਹੜਾ ਪਿਛਲੇ ਦਿਨੀ
ਇੱਕ ਰਿਚਮੰਡ RCMP ਦੀ ਪੁਲਿਸ ਅਫੀਸਰ ਆਪਣੀ ਕੁੜੀ ਨੇ ਇਹਦੇ ਤੇ ਉਹਨੇ ਸੁਸਾਈਡ ਕੀਤੀ ਹੈ। ਉਸ ਦੀ ਹੁਣ ਬਹੁਤ ਨਵੀਆਂ ਖਬਰਾਂ ਉਸ ਤੇ ਆ ਰਹੀਆਂ ਤੇ ਮੈਂ ਬਹੁਤ ਬੋਝ ਕੇ ਉਸ ਦੀ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਪੁਲਿਸ ਦੇ ਹੱਥ ਹੈ ਇਹ ਹਲੇ ਇਨਵੈਸਟੀਗੇਸ਼ਨ ਤੇ। ਇੱਕ ਜਿਹੜੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਉਹ ਬਹੁਤ ਜਿਹੜਾ ਵੱਡਾ ਇੱਕ ਇਸ਼ੂ ਹੈ ਜਿਹੜਾ ਨਾ ਸਿਸਟਮ ਮੁੜ ਕੇ ਇਹ ਕਹਿੰਦਾ ਬਈ ਇਹ ਜਿਹੜਾ ਜਾਂ ਪੁਲਿਸ ਨੇ ਖੁਦ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਉਹ ਕੀ ਕਰੂਗੀ, ਕਿਹੋ ਜਿਹੀ ਇਨਵੈਸਟੀਗੇਸ਼ਨ ਕਰੂਗੀ। 1844 247 1550 ਤੁਸੀਂ ਇਸ ਦੇ ਬਾਰੇ ਹਰਜੀਤ ਸੱਜਣ ਹੋਣੀ ਜਿਹੜੇ ਨੇ ਇਹਦੇ ਤੇ ਇਹ ਰਾਜਨੀਤੀ ਦੇ ਵੀ ਇਹ ਬੱਦਲ ਨੇ ਜਿਹੜੇ ਉਹ ਵੀ ਇਹਦੇ ਤੇ ਆ ਰਹੇ ਨੇ। ਰਾਜਨੀਤੀ ਦੀ ਵਿੱਚ ਵੀ ਮੁਸ਼ਕਲ ਆਉਣੀ ਹੈ। ਚੀਫ ਆਫ ਡਿਫੈਂਸ ਤੋਂ ਬਾਅਦ ਜਿਹੜਾ ਡਿਫੈਂਸ ਮਿਨਿਸਟਰ ਹੈ ਉਸ ਨੂੰ ਇਹਦੇ ਤੇ ਐਕਟ ਕਰਨਾ ਪੈਣਾ ਕੋਈ ਨਾ ਕੋਈ। ਉਹ ਇੰਟਰਵਿਊ ਡਿਨਾਈ ਕਰ ਰਹੇ ਨੇ, CVC ਕੋਸ਼ਿਸ਼ ਕਰ ਰਹੀ ਹੈ, ਲੱਭਣ ਦਾ ਯਤਨ ਕਰ ਰਹੇ ਨੇ ਕਿ ਹਰਜੀਤ ਸੱਜਣ ਉਹਨਾਂ ਨੂੰ ਕਿੰਨਾ ਕੁ ਪਤਾ ਸੀ ਕਿਉਂਕਿ ਜਦ ਦਾ ਇੱਕ ombudsman ਨੇ ਕਿਹਾ ਉਹ ਕਹਿੰਦਾ ਮੈਂ ਡਿਫੈਂਸ ਮਿਨਿਸਟਰ ਨੂੰ ਦੱਸਿਆ ਹੈ। ਉਹ ਵੀ ਇੱਕ ਇਸ਼ੂ ਨਾਲ ਤੁਰਿਆ ਆਉਂਦਾ। ਹੁਣ ਜੇ ਲੇਟੈਸਟ ਕੇਸ ਦੇ ਵਿੱਚ ਇਸ ਲੜਕੀ ਖਿਆੜਾ ਦੀ ਗੱਲ ਕਰੀਏ ਤੇ ਉਸ ਦੀ ਪ੍ਰੈਗਨੈਂਸੀ ਦੀ ਗੱਲ ਤੇ ਸੀਨੀਅਰ ਕਿਸੇ ਪੁਲਿਸ ਅਫੀਸਰ ਦੇ ਨਾਲ ਉਸ ਦੇ ਸੰਬੰਧਾਂ ਦੀ ਗੱਲ ਕਰੀਏ ਤਾਂ ਫਿਰ ਇਹਦੇ ਚ ਤਾਂ ਬਹੁਤ ਕੁਝ ਫਿਰ ਕੋਈ ਵੀ ਚੀਜ਼ ਇਹੋ ਜਿਹੀ ਨਿਕਲ ਸਕਦੀ ਜਿਹੜੀ ਫਰਦਰ ਬਹੁਤ ਡੈਮੇਜਿੰਗ ਹੋ ਸਕਦੀ। ਕਿਹੜੇ ਪ੍ਰੈਸ਼ਰ ਦੀ ਵਿੱਚ ਦੀ ਉਹ ਲੰਘ ਰਹੀ, ਕੀ ਹੋ ਗਿਆ ਕਾਰਨ ਜੇ ਸੀਨੀਅਰ ਪੁਲਿਸ ਅਫੀਸਰ ਕਿਹਾ ਜਾਂਦਾ ਹੋਵੇ ਤੇ ਉਹ ਕੌਣ ਨੂੰ ਕਿੱਧਰ ਨੂੰ ਜਾਏਗੀ ਗੱਲ। ਲਾਈਨ ਨੰਬਰ 2 ਪਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਜਿਹੜੀ ਵੂਮਨ ਦਾ ਜਿਹੜੀ ਨੈਚੁਰਲ ਇਨਸਟਿੰਕਟ ਤੋਂ ਉਹਨੂੰ ਪਾਸੇ ਕਰਕੇ ਜਦੋਂ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਜਿਹੜਾ ਉਹਦਾ ਨੈਚੁਰਲ ਇਨਸਟਿੰਕਟ ਨਹੀਂ ਗਾ ਰਾਈਟ, ਫਿਰ ਉਹਦਾ ਆਊਟਕਮ ਏਦਾਂ ਦੀ ਆਉਣੀ ਹੈ। ਹੁਣ ਜੇ ਆਪਾਂ ਵੂਮਨ ਨੂੰ ਕਹਿ ਦਈਏ ਵੀ ਤੂੰ ਮਾਂ ਬਣਨਾ ਤੇ ਉਹ 'ਚ ਤੇਰੀ ਜਾਨ ਵੀ ਜਾ ਸਕਦੀ ਆ, ਉਹ ਵੀ ਦੱਸ ਤੂੰ ਕੀ ਚਾਰਜ ਕਰੇਗੀ ਰਾਈਟ, ਵੀ ਉਹਦਾ ਹੁਣ ਆਪਣਾ ਵੀ ਉਹਦਾ ਆਪਾਂ ਨੂੰ ਆਨਸਰ ਪਤਾ। ਉਹਨੇ ਕਹਿਣਾ ਵੀ ਤੁਸੀਂ ਮੈਨੂੰ ਕੀ ਦੇ ਸਕਦੇ, ਵੀ ਨੇਚਰ ਨੇ ਮੈਨੂੰ ਇਹ ਵੀ ਮੇਰੀ ਡਿਊਟੀ ਲਾਈ ਹੈ ਤੇ ਮੈਂ ਉਹ ਪੂਰੀ ਕਰੂੰਗੀ ਰਾਈਟ। ਤੇ ਜੋ ਉਹੀ ਆਪਾਂ ਔਰਤ ਨੂੰ ਕਹੀਏ ਵੀ ਤੈਨੂੰ ਪੁਲਿਸ ਅਫਸਰ ਬਣਾਉਣੇ ਪਰ ਤੇਰੀ ਯੂਨੀਫਾਰਮ ਤੇਰੀ ਏਦਾਂ ਦੀ ਹੋਣੀ ਚਾਹੀਦੀ ਵੀ ਉਹ ਵੀ ਤੇਰਾ ਸਾਰੇ ਕੁਛ ਉਹਦੇ ਵਿੱਚ ਦੱਸਣਾ ਚਾਹੀਦਾ ਰਾਈਟ। ਫਿਰ ਉਹ ਕਹੂਗੀ ਮੈਨੂੰ ਦੱਸੋ ਮੈਨੂੰ ਤੁਸੀਂ ਕੀ ਪੇ ਕਰੋਗੇ ਰਾਈਟ। ਹੁਣ ਜਦੋਂ ਆਪਾਂ ਇਹਨੂੰ ਪੇ ਕਰਨ ਵਾਲੇ ਫਿਰ ਪਾਸੇ ਲਾਉਣੇ ਹੈਗੇ ਫਿਰ ਪਾਲ ਜੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮਟੀਰੀਅਲਿਸਟਿਕ ਯੁੱਗ ਦੇ ਵਿੱਚ ਇਸਤਰੀ ਆਪਣੇ ਵੈਲਿਊਜ਼ ਨਾਲ ਸਮਝੌਤਾ ਕਰ ਲੈਂਦੀ ਹੈ ਪੈਸੇ ਕਰਕੇ, ਇਹ ਕਹਿਣਾ ਚਾਹੁੰਦੇ ਹੋ? ਹਾਂਜੀ ਵੀ ਉਹਨੂੰ ਹਟਾ ਕੇ ਆਪਣੀ ਜਿਹੜੀ ਨੈਚੁਰਲ ਇਨਸਟਿੰਕਟ ਉਹਨੂੰ ਪਾਸੇ ਕਰਕੇ ਉਹਨੂੰ ਫਿਰ ਇੱਧਰ ਕੰਜ਼ਿਊਮਰਿਜ਼ਮ ਦੇ ਵਿੱਚ ਉਹਨੂੰ ਫਸਾਇਆ ਜਾਂਦਾ ਰਾਈਟ। ਉਹਦੇ ਵਾਸਤੇ ਮਟੀਰੀਅਲ ਜਿਹੜੀਆਂ ਚੀਜ਼ਾਂ ਉਹਦੇ ਵਾਸਤੇ ਪਰੋਸੀਆਂ ਜਾਂਦੀਆਂ ਰਾਈਟ। ਮੇਰਾ ਖਿਆਲ ਫਿਰ ਕਿੰਨੇ ਪਰਸੈਂਟ ਹੋਏਗਾ ਇਹ ਕਿੰਨੇ ਪਰਸੈਂਟ ਹੋਏਗਾ ਵੀ ਕੋਈ ਵਰਕਿੰਗ ਵੂਮਨ ਹੈ ਉਹ ਇਸ ਤਰ੍ਹਾਂ ਸਮਝੌਤਾ ਕਰਦੀ ਹੋਏਗੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ ਇੱਦਾਂ ਆਪਾਂ ਨੂੰ ਮੈਨ ਵੀ ਆਦਮੀ ਵੀ ਇੱਦਾਂ ਹੀ ਜਿਹੜਾ ਹਿਊਮਨ ਵੀ ਤੁਹਾਡੇ ਕੋਲ ਅੰਕੜੇ ਕਿਵੇਂ ਆਏ ਵੀ ਇਹ ਸਾਰੀਆਂ ਇਸਤਰੀਆਂ ਇਸ ਤਰ੍ਹਾਂ ਇਸ ਰੂਟ 'ਚ ਜਾਂਦੀਆਂ ਨੇ? ਉਹਨਾਂ ਦੀ ਕਾਬਲੀਅਤ ਸੁਣਿਓ ਮੇਰੀ ਗੱਲ ਮੇਰੀ ਗੱਲ। ਹੁਣ ਮੈਨੂੰ ਜਵਾਬ ਦੇ ਤੁਹਾਡੀ ਮਟੀਰੀਅਲਿਸਟਿਕ ਪਦਾਰਥਵਾਦੀ ਪੈਸਾ ਇਕੋਨਮੀ ਬੇਸ ਸਿਸਟਮ, ਇੱਕ ਮਿੰਟ ਸੁਣਿਓ ਮੇਰੀ ਗੱਲ। ਇੱਕ ਜੌਬ ਲਈ ਅਪਲਾਈ ਕੀਤਾ, ਤੁਹਾਡੇ ਕੋਲ ਵੀ ਉਹ ਜਿਹੀ ਡਿਗਰੀ ਹੈ, ਇੱਕ ਇਸਤਰੀ ਆ ਉਹਦੇ ਕੋਲ ਵੀ ਡਿਗਰੀ ਆ ਉਹ ਜਿਹੀ, ਸੇਮ ਵਰਕ ਐਕਸਪੀਰੀਅੰਸ ਹੈ। ਮਤਲਬ ਤੁਹਾਨੂੰ ਜਿਹੜਾ ਨੌਕਰੀ ਲੈਣ ਲਈ ਕੁਛ ਨਹੀਂ ਕਰਨਾ ਪੈਣਾ, ਉਹਨੂੰ ਨੌਕਰੀ ਦੇਣ ਲਈ ਕੋਈ ਸਮਝੌਤਾ ਕਰਨਾ ਪੈਣਾ, ਇਹ ਕਹਿੰਦੇ ਹੋ ਤੁਸੀਂ? ਹਾਂਜੀ ਵੀ ਉਹ ਫਿਰ ਰਿਫਿਊਜ਼ ਕਿਉਂ ਨਹੀਂ ਕਰਦੀ, ਉਹ ਕਿਉਂ ਕਰ ਨਹੀਂ ਉਹਦੇ ਸੈੱਟ ਕੀਤਾ ਹੁੰਦਾ ਕਹਿੰਦਾ ਵੀ ਤੂੰ ਆਹੀ ਕੁਛ ਕਰਨਾ। ਤੁਹਾਨੂੰ ਇਸ ਚੀਜ਼ ਦਾ ਕਿਵੇਂ ਪਤਾ ਵੀ ਉਹਨੂੰ ਜਿਹੜਾ ਇਸ ਤਰ੍ਹਾਂ ਸਮਝੌਤਾ ਕਰਨਾ ਪੈਣਾ? ਰਿਫਿਊਜ਼ ਵਾਲੀ ਗੱਲ ਹੈ ਜਿਹੜੀ ਬਾਹਰ ਨਿਕਲ ਕੇ ਆਈ ਹੈ ਸਭ ਦਿਨ, ਹੋਰ ਕੀ ਹੈ? ਨਹੀਂ ਉਹ ਸਕੂਲਾਂ ਤੋਂ ਸ਼ੁਰੂ ਹੋ ਜਾਂਦਾ। ਆਪਾਂ ਪਤਾ ਬੱਚਿਆਂ ਨੂੰ ਵੀ ਆਪਾਂ ਯੂਨੀਫਾਰਮਾਂ 'ਚ ਉਹਨਾਂ ਕਹੀਏ ਵੀ ਇਹਨਾਂ ਨੂੰ ਸੈੱਟ ਕਰਨਾ, ਅਸੀਂ ਇਹਨਾਂ ਦਾ
ਇਹ ਕਰਨਾ। ਉਹ ਕਹਿੰਦੇ ਨਹੀਂ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਤੁਸੀਂ ਇਹਨਾਂ ਨੂੰ ਜੰਮ ਸਕਦੇ ਹੋ, ਉਹਨਾਂ ਨੂੰ ਤੁਸੀਂ ਪਾਲ ਸਕਦੇ ਹੋ, ਬਾਕੀ ਜਿਹੜਾ ਕਲੌਂਕ ਬੇਸ ਡਿਸਾਈਡ ਕਰੂਗਾ ਵੀ ਇਹਨੇ ਕੀ ਪਹਿਨਣਾ, ਕੀ ਇਹਨੇ ਕਰਨਾ। ਤੁਹਾਡੇ ਕਹਿਣ ਦਾ ਮਤਲਬ ਸਿਸਟਮ ਉਹਨਾਂ ਨੂੰ ਇਸ ਚੀਜ਼ ਲਈ ਪ੍ਰਿਪੇਅਰ ਕਰਦਾ, ਉਹਨਾਂ ਨੂੰ ਐਂਡ ਪ੍ਰੋਡਕਟ ਬਣਾਉਂਦਾ, ਇਹ ਕਹਿੰਦੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ, ਵੀ ਉਹਨਾਂ ਨੂੰ ਮਾਂ ਬਣਾਉਣ ਨਾਲੋਂ ਜਾਂ ਉਹਨੂੰ ਧੀ ਬਣਾਉਣ ਨਾਲੋਂ ਜਾਂ ਉਹਨੂੰ ਦੀ ਗ੍ਰੈਂਡ ਮਦਰ ਬਣਾਉਣ ਨਾਲੋਂ ਉਹਨੂੰ ਕਹਿੰਦੇ ਵੀ ਕਲੌਂਕ ਬੇਸ ਸਿਸਟਮ ਦੇ ਵਿੱਚ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਓਕੇ, ਫਿਰ ਇਹਦਾ ਇੱਕ ਹੋਰ ਸਬਸਟੀਟਿਊਟ ਇਹ ਹੋ ਸਕਦਾ ਵੀ ਉਹ ਕੰਮ ਨਾ ਕਰਨ, ਇਹ ਕਹਿਣਾ ਚਾਹੁੰਦੇ ਤੁਸੀਂ ਵੀ ਘਰੇ ਰਹਿਣ? ਨਹੀਂ, ਪ੍ਰਾਇਓਰਟੀ ਉਹਦੀ ਹੋਣੀ ਚਾਹੀਦੀ ਹੈ, ਵੀ ਪ੍ਰਾਇਓਰਟੀ ਹੋਣੀ ਚਾਹੀਦੀ ਵੀ ਉਹ ਵੀ ਸ਼ੀ ਇਜ਼ ਸਮਬਡੀ ਮਦਰ, ਗ੍ਰੈਂਡ ਮਦਰ। ਹੁਣ ਪ੍ਰਾਇਓਰਟੀ ਹੈਗੀ ਹੈ ਵੀ ਨਹੀਂ ਸ਼ੀ ਸ਼ੁਡ ਬੀ ਕਲੌਂਕ ਜਿਹੜੀ ਵੀ ਇਹ ਵਰਕਿੰਗ ਫੋਰਸ ਦੇ ਵਿੱਚ ਇਹਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਸੈਕੰਡਰੀ ਹੋਣਾ ਚਾਹੀਦਾ। ਇਸ ਸਿਸਟਮ ਦੇ ਵਿੱਚ ਜਿੱਥੇ 70% ਇਸਤਰੀਆਂ ਕੰਮ ਕਰਦੀਆਂ, 100 ਤੇ 70 ਦਾ ਅਨੁਪਾਤ ਹੈ, ਇਸ ਸਿਸਟਮ ਨੂੰ ਫਿਰ ਚਲਾਓਗੇ ਕਿਵੇਂ? ਜੇ ਹੁਣ ਤੁਸੀਂ ਇਕੱਲੇ ਹੋ, ਤੁਹਾਡੇ ਤੋਂ ਘਰ ਅਫੋਰਡ ਨਹੀਂ ਹੋ ਰਿਹਾ, ਤੁਹਾਡੇ ਕੋਲ ਖਰਚੇ ਨਹੀਂ ਅਫੋਰਡ ਹੋ ਰਹੇ, ਤੁਹਾਡੀ ਮਿਸੇਜ ਆ ਜਿਹੜੀ ਉਹ ਕੁਆਲੀਫਾਈਡ ਆ, ਉਹ ਕੰਮ ਤੇ ਨਹੀਂ ਭੇਜੋਗੇ ਤੁਸੀਂ ਉਹਨੂੰ? ਜਾਂ ਹਾਂਜੀ, ਉਹਦਾ ਆਪਣਾ ਸਿਸਟਮ ਹੁਣ ਆਪਣੇ ਕੋਲ 99% ਚੀਜ਼ਾਂ ਹੈਗੀਆਂ, ਆਪਾਂ ਨੂੰ ਉਹਦੀ ਲੋੜ ਨਹੀਂ ਹੈਗੀ, ਰਾਈਟ। ਪਰ ਆਪਾਂ ਨੂੰ ਹੁਣ ਵੂਮਨ, ਮੈਂ ਹੁਣ ਤੁਹਾਨੂੰ ਪਤਾ ਜਦੋਂ ਮੇਰਾ ਬਿਜ਼ਨਸ ਹੈਗਾ, ਰਾਈਟ, ਇਸ ਤਰ੍ਹਾਂ ਵੂਮਨ ਦੇਖਦੇ ਹਾਂ, ਦੇ ਆਰ ਸੋ ਟਾਇਰਡ ਆਫ ਦੇਅਰ ਲਾਈਫ। ਪਹਿਲਾਂ ਮੇਰਾ ਖਿਆਲ ਉਹ ਇੱਦਾਂ ਹੁੰਦੀਆਂ ਵਿੱਚ ਅਸੀਂ ਪੜ੍ਹ ਗਈਆਂ, ਅਸੀਂ ਸਾਨੂੰ ਜੋਬ ਮਿਲ ਗਈ, ਅਸੀਂ ਕੀ ਲੈਣਾ, ਵਿਆਹ ਕਰਾ ਕੇ ਅਸੀਂ ਕੀ ਲੈਣਾ, ਅਸੀਂ ਬੱਚਿਆਂ ਤੋਂ ਕੀ ਲੈਣਾ। ਨਾਓ ਦੇ ਫੀਲ ਲਾਈਕ ਵੀ ਉਹ ਦੇ ਮਿਸ ਦੇ ਟ੍ਰੇਨ, ਲਾਈਕ ਨਾਓ ਦੇ ਆਈ ਫੀਲ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਉਹਨਾਂ ਨੂੰ ਮੈਨੀਪੂਲੇਟ ਕੀਤਾ ਗਿਆ। ਟ੍ਰਾਂਜੀਸ਼ਨ ਤਾਂ ਪਾਲ ਜੀ ਹੋਣੀ ਸੀ, ਕੋਈ ਸਮਾਂ ਸੀ ਪੰਜਾਬ ਦੇ ਵਿੱਚ 50 ਸਾਲ ਪਹਿਲਾਂ ਆਪਣੀਆਂ ਧੀਆਂ ਦਿਹਾੜੀਆਂ ਰੋਟੀ ਤੱਕ ਨਹੀਂ ਸੀ ਖੂਹ ਤੇ ਦੇਣ ਜਾਂਦੀਆਂ, ਹੁਣ ਉੱਥੇ ਵੀ ਕੰਮ ਕਰਦੀਆਂ, ਇੱਥੇ ਵੀ ਕੰਮ ਕਰਦੀਆਂ। ਸਮੇਂ ਦੀ ਮੰਗ ਨਹੀਂ ਤੁਸੀਂ ਸਮਝਦੇ ਵੀ ਸਮੇਂ ਦੀ ਇਹ ਮੰਗ ਨਹੀਂ, ਸਮੇਂ ਦੀ ਮੰਗ ਨਹੀਂ ਹੈ, ਸਿਸਟਮ ਦੀ ਮੰਗ ਹੈਗੀ। ਸਮੇਂ ਦੀ ਮੰਗ ਕਦੇ ਹੋ ਨਹੀਂ ਸਕਦੀ, ਸਮੇਂ ਦੀ ਮੰਗ ਤਾਂ ਇਕੋਨੋਮਿਕ ਬੇਸ ਸਿਸਟਮ ਨੂੰ ਫਿਰ ਹੁਣ ਉਹਨੂੰ ਸੈੱਟ ਕਿਵੇਂ ਕਰੋਗੇ? ਕਿੱਥੇ ਤੁਹਾਡੇ ਘਰ ਏਰੀਏ 'ਚ 8 ਲੱਖ ਦਾ ਘਰ ਮਿਲਦਾ ਹੈ, 2 ਲੱਖ ਦਾ ਕਿਵੇਂ ਲਓਗੇ ਕੈਲਗਰੀ 'ਚੋਂ ਤੁਸੀਂ? ਉਹਦੀ ਫਿਰ ਰੈਮੀਫਿਕੇਸ਼ਨ ਕੀ ਹੈ, ਇਹ ਵੀ ਦੱਸੋ ਅੱਗੇ ਵੀ ਕੀ ਕੀਤਾ ਜਾਵੇ। ਨਹੀਂ ਉਹ ਹਾਂਜੀ, ਉਹ ਜੇ ਆਪਾਂ ਸਮਝਾਂਗੇ ਉਹਨੂੰ ਵੀ ਹਾਂ ਆਪਾਂ ਐਕਸੈਪਟ ਕਰਾਂਗੇ, ਜਿੱਦਾਂ ਹੁਣ ਆਪਾਂ ਹੋਰ ਸਾਰਾ ਕੁਝ ਐਕਸੈਪਟ ਕਰਦੇ ਹਾਂ, ਵੀ ਜਿਵੇਂ ਆਪਾਂ ਕਹਿੰਦੇ ਪਹਿਲਾਂ ਆਪਾਂ ਐਕਸੈਪਟ ਕਰੀਏ ਫਿਰ ਆਪਾਂ ਕੁਛ ਨਾ ਕੁਛ ਉੱਤੇ ਕਰ ਸਕਦੇ ਹਾਂ, ਵੀ ਆਪਾਂ ਨੂੰ ਐਕਸੈਪਟ ਕਰਨਾ ਪੈਣਾ ਵੀ ਇਹ ਪ੍ਰੋਬਲਮ ਹੈਗੀ ਹੈ ਔਰਤਾਂ ਵਾਸਤੇ ਵੀ, ਸਮਾਜ ਵਾਸਤੇ ਵੀ, ਹਿਊਮਨ ਵਾਸਤੇ ਵੀ ਜਿਹੜਾ ਇਕੋਨੋਮਿਕ ਬੇਸ ਸਿਸਟਮ ਆ ਇਸ ਡਿਜ਼ਾਈਨ ਟੂ ਕਿਲ ਜਿਹੜੀ ਹਿਊਮਨ ਬੀਇੰਗ ਹੈਗੀ, ਰਾਈਟ। ਮੇਰਾ ਖਿਆਲ ਆਈ ਥਿੰਕ ਦੇ ਪਰ ਹੁਣ ਇਹ ਜਿਹੜਾ ਸਿਸਟਮ ਬਣ ਗਿਆ ਉਹਨੂੰ ਅਪਰੂਟ ਕਿਵੇਂ ਕਰੀਏ? ਹੁਣ ਉਹਨੂੰ ਕਿਵੇਂ ਬੰਦ ਕਰਾਂਗੇ ਆਪਾਂ? ਨਹੀਂ ਬਣਿਆ ਤਾਂ ਹੀ ਹੈ ਨਾ ਇਹ, ਹੁਣ ਜਿਹੜਾ ਆਪਣਾ ਅੱਗੇ ਬਣਿਆ ਸੀ ਉਹ 10-20 ਸਾਲਾਂ ਵਿੱਚ ਕਿੱਦਾਂ ਖਤਮ ਹੋ ਰਿਹਾ? ਉਹ ਕੋਈ ਨਾ ਕੋਈ ਫਿਰ ਇਹਨੂੰ ਕਿਵੇਂ ਖਤਮ ਕਰੀਏ? ਕੋਈ ਸ਼ੁਰੂ ਤਾਂ ਕਰੀਏ ਨਾ ਆਪਾਂ, ਵੀ ਕਿਵੇਂ ਕਰੀਏ ਇਹਨੂੰ? ਜੇ ਉਹੀ ਆਪਾਂ ਗੱਲ ਹੀ ਕਰ ਸਕਦੇ ਜਾਂ ਮੇਰਾ ਹੁਣ ਇਰਾਦਾ ਸੀ ਐਮਪੀ ਰਨ ਦਾ ਇਰਾਦਾ ਸੀ ਵੀ ਇਹ ਇਸ਼ੂ ਉਠਾਉਣਾ ਚਾਹੀਦਾ ਵੀ ਕੀ ਇਕਨੋਮਿਕ ਸਿਸਟਮ ਵਾਲੀ ਤਾਂ ਗੱਲ ਨਹੀਂ ਕਰਨਾ ਚਾਹੀਦਾ ਤੁਹਾਨੂੰ। ਹੱਸੋ ਨਾ ਐਮਪੀ ਦਾ। ਥੈਂਕ ਯੂ। ਹਾਂਜੀ ਹਾਂਜੀ, ਵੀ ਅਰੇਂਜ ਕਰੀਏ ਵੀ ਕੀ ਇਹ ਵੀ ਜਿਹੜਾ ਆਪਾਂ ਥੋਪ ਰਹੇ ਹਾਂ ਦੁਨੀਆ ਦੇ ਉੱਤੇ ਜਾਂ ਕਿਸੇ ਮੁਸਲਿਮ ਵਾਰਡ ਦੇ ਜਾ ਕੇ ਥੋਪ ਰਹੇ ਹਾਂ, ਕਿਤੇ ਕਿਸੇ ਤੇ ਮੀਡੀਆ ਦੇ ਥਰੂ, ਐਂਟਰਟੇਨਮੈਂਟ ਦੇ ਥਰੂ, NGO ਦੇ ਥਰੂ, ਜੁਡੀਸ਼ਰੀ ਦੇ ਥਰੂ। ਇਹਨੂੰ ਲੀਡ ਕਰੋ, ਇਹਨੂੰ ਲੀਡ ਕਰੋ ਭਾਈ ਸਾਹਿਬ, ਟਰਾਈ ਕਰੋ ਸਿਸਟਮ ਨੂੰ ਚੇਂਜ ਕਰ ਲਈ, ਸਿਸਟਮ ਦੇ ਵਿੱਚ ਵੜਨਾ ਪੈਣਾ ਹੈ। ਹਾਂਜੀ ਉਹ ਕੁਦਰਤ ਉਹਦਾ ਪ੍ਰਮਾਤਮਾ ਵੱਲੋਂ ਜਿੰਨਾ ਕੁ ਆਪਾਂ ਨੂੰ ਵੀ ਆਪਾਂ ਜਿਵੇਂ ਕਹਿੰਦੇ ਹੁੰਦੇ ਫਿਰ ਹੁਕਮ ਹੋਊਗਾ ਉਹ ਕੁਛ ਹੋਈ ਜਾਂਦਾ। ਹਾਂਜੀ ਓਕੇ ਬਾਈ, ਥੈਂਕ ਯੂ। ਹੁਣ ਇਕਨੋਮਿਕ ਬੇਸ ਸਿਸਟਮ ਜਿਹੜਾ ਬਣ ਗਿਆ ਉਹ ਬਿਲਕੁਲ ਠੀਕ ਆਉਂਦਾ ਹੈ। ਦੇਖੋ ਇਹ ਦੂਜੀ ਰਾਏ ਨਹੀਂ, ਅਸੀਂ ਪੈਸੇ ਦੀ ਲਲਕ ਕਰਕੇ ਜ਼ਿੰਦਗੀ ਕਰਕੇ ਅਸੀਂ ਭੱਜਿਆ, ਅਸੀਂ ਛੱਡਿਆ ਪੰਜਾਬ। ਉਹ ਛੱਡਣ ਦਾ ਕਾਰਨ ਤਾਂ ਬੈਟਰ ਲਾਈਫ ਸੀ, ਇਹ ਵੀ ਗੱਲ ਹੈ। ਪਰ ਹਾਂ ਉਹ 'ਚ 30-35% ਨੇ ਸਮੇਂ ਨੇ, ਚਲੋ ਸਮੇਂ ਕਰਕੇ ਵੀ ਹੋ ਗਿਆ, ਹਾਲਾਤਾਂ ਕਰਕੇ ਵੀ ਹੋ ਗਿਆ, ਬੈਟਰਮੈਂਟ ਹੀ ਸੀ ਇਵੈਂਚੁਅਲੀ ਤਾਂ। ਪਰ 2 ਕਰੋੜ ਉੱਥੇ ਬਸਦਾ ਉਹਨਾਂ ਨੇ ਨਹੀਂ ਛੱਡਿਆ ਹਾਲੇ, ਉਹ ਉੱਥੇ ਹੀ ਨੇ। ਤੇ ਅਸੀਂ ਉਹ ਸਿਸਟਮ ਅਡਾਪਟ ਕਰ ਲਿਆ ਇੱਥੇ ਆ ਕੇ। ਹੁਣ ਉਹ ਸਿਸਟਮ ਸਾਨੂੰ ਭਜਾਉਂਦਾ, ਪਰ ਉਹਨੂੰ ਹੁਣ ਉਹਦਾ ਪਹੀਆ ਦਾ ਥੰਮ ਨਹੀਂ ਹੋਣਾ, ਉਹਦੇ ਤੇ ਤਾਂ ਸਾਡੇ ਤੋਂ ਇਹ ਥੰਮ ਨਹੀਂ ਹੋਣੀ ਚੀਜ਼।
ਇਹ ਇੱਕ ਜਿਹੜਾ ਇਹ ਇੱਕ ਇਸ਼ੂ ਹੈ ਜਿਹਦੀ ਗੱਲ ਉਹ ਕਰਦੇ ਨੇ। ਵਪਾਰਕ ਸੰਦੇਸ਼ ਲਾਈਨ ਨੰਬਰ 3 ਕਰਨ ਸਿੰਘ ਜੀ ਤੇ ਹੋ। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਮੈਂ ਸਵੇਰੇ ਵੀ ਸੁਣ ਰਿਹਾ ਸੀਗਾ ਗਿੱਲ ਸਾਹਿਬ ਜਦੋਂ ਆਪਣੇ ਰੋਮਨਪ੍ਰੀਤ ਲੜਕੀ ਤੁਹਾਡੇ ਨਾਲ ਦੱਸ ਰਹੀ ਸੀਗੀ ਜੋ ਵੀ ਰਿਐਲਿਟੀ ਜੋ ਵੀ ਆਪਣੇ ਸਮਾਜ ਵਿੱਚ ਚੱਲ ਰਿਹਾ ਹੈਗਾ। ਐਂਡ ਗਿੱਲ ਸਾਹਿਬ ਤੁਹਾਡਾ ਪ੍ਰੋਗਰਾਮ ਸੁਣੀਦਾ ਹਮੇਸ਼ਾ ਹੀ ਬਈ ਕਈ ਵਾਰੀ ਕਾਲ ਨਹੀਂ ਕਰ ਹੁੰਦੀ ਹੈਗੀ, ਸੋ ਵਿਸਾਖੀ ਮਾਫ ਉਹਦੇ ਲਈ ਕਿਉਂਕਿ ਪ੍ਰੋਟੋਕਾਲ ਬੜੇ ਟਾਈਟ ਹੋਏ ਹੋ ਆ, ਵਿੱਚੇ ਨਿਊਜ਼ ਆ ਜਾਂਦੀ। ਹਾਂਜੀ ਨਾ ਸਾਰਾ ਸਵੇਰੇ ਸਵੇਰੇ ਗਿੱਲ ਸਾਹਿਬ ਕੁਦਰਤੀ ਵੀ ਨਾ ਉਹ ਬਿਜੀ ਟਾਈਮ ਹੁੰਦਾ ਜੀ ਥੋੜਾ ਜਿਹਾ ਸਾਰਿਆਂ ਵਾਸਤੇ ਜਿਹੜੇ ਰੋਡ ਉੱਤੇ ਹੁੰਦੇ ਆ, ਸੋ ਉਹਦੇ ਕਰਕੇ ਕਾਲ ਨਹੀਂ ਕਰ ਹੁੰਦੀ ਜੀ। ਔਰ ਬਾਕੀ ਆ ਜਿਹੜਾ ਦੇਖੋ ਉਹ ਵੀ ਸਬਜੈਕਟ ਨਾਲ ਹੀ ਰਲਦਾ ਸੀਗਾ, ਜੋ ਵੀ ਰੋਮਨ ਹੁਣੀ ਵੀ ਸਵੇਰੇ ਗੱਲਾਂ ਕੀਤੀਆਂ ਜੀ ਬਹੁਤ ਵਧੀਆ ਸੀਗਾ। ਗਿੱਲ ਸਾਹਿਬ ਜੋ ਪੌਲ ਸਾਹਿਬ ਕਹਿ ਕੇ ਗਏ ਆ ਕੈਲਗਰੀ ਵਾਲੇ, ਮੈਂ ਤਾਂ ਸਾਡਾ ਕੁਝ ਪੌਲ ਦੇ ਨਾਂ ਨੂੰ ਵੀ ਥੋੜੀ ਜਿਹੀ ਬਖਸ਼ਿਆ ਗਿਆ, ਕੋਈ ਥੋੜਾ ਜਿਹਾ ਉਹ ਕਈ ਵਾਰੀ ਗੱਲ ਵੈਸੇ ਇਹਨਾਂ ਦੀਆਂ ਗੱਲਾਂ ਬਾਤਾਂ ਕਈ ਵਾਰੀ ਸਹੀ ਵੀ ਹੁੰਦੀਆਂ ਹੈਗੀਆਂ ਆ, ਬਟ ਉਹ ਬਹੁਤ ਸੂਖਮ ਗੱਲ ਕਰਦੇ ਆ। ਜਿਹੜੀ ਇਹ ਨਹੀਂ ਕੀਤੀ ਹੈ ਗੱਲ ਪੌਲ ਸਾਹਿਬ ਨੇ 2-3% ਆਪਾਂ ਉਹਨਾਂ ਨੂੰ ਕਹਿ ਸਕਦੇ ਇਸ ਤਰ੍ਹਾਂ ਦੀ ਵੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਹੈਗੀਆਂ ਆ, ਬਟ 93% ਜਿਹੜੀਆਂ ਹੈਗੀਆਂ ਆ ਔਰਤਾਂ ਇਨੋਸੈਂਟ ਆ ਔਰ ਉਹਨਾਂ ਦੇ ਨਾਲ ਚਾਹੇ ਕਿਸੇ ਵੀ ਰੰਗ ਨਸਲ ਧਰਮ ਦੇ ਵਿੱਚੋਂ ਹੈਗੀਆਂ ਆ। ਉੱਥੇ ਇਹ ਜਿਹੜਾ ਮਰਦ ਪ੍ਰਧਾਨ ਸਮਾਜ ਆ ਸਾਡਾ ਉੱਥੇ ਉਹਨਾਂ ਨਾਲ ਧੱਕਾ ਹੁੰਦਾ ਹੈਗਾ ਆ। ਮੈਂ ਗਿੱਲ ਸਾਹਿਬ ਇੱਕ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ ਹੈਗਾ। 86-87 ਦੇ ਵਿੱਚ ਇੱਕ ਪਿਕਚਰ ਆਈ ਸੀਗੀ ਰਾਜ ਕਪੂਰ ਸਾਹਿਬ ਦੀ, ਰਾਮ ਤੇਰੀ ਗੰਗਾ ਮੈਲੀ ਹੋ ਗਈ। ਐਕਚੁਅਲੀ ਆਪਾਂ ਬਜ ਵੇਲੇ ਕ੍ਰਿਟੀਸਾਈਜ਼ ਉਹਦੇ ਉੱਤੇ ਬਹੁਤ ਹੋਰ ਜੇ ਬਹੁਤ ਫਲਾਣਾ, ਉਹ ਬਹੁਤ ਵੱਡਾ ਸ਼ੋਮੈਨ ਸੀਗਾ, ਉਹਨੇ ਆਪਣੇ ਪੈਸੇ ਵੀ ਕਮਾਉਣੇ ਆ ਔਰ ਜੋ ਉਹਦਾ ਮੈਸੇਜ ਹੁੰਦਾ ਸੀ ਉਹ ਵੀ ਦਿੱਤਾ ਗਿਆ ਆ। ਜੇ ਉਹ ਫਿਲਮ ਦੇਖੀ ਆਪਾਂ ਗਿੱਲ ਸਾਹਿਬ ਉਹਦੇ ਵਿੱਚ ਦਿਖਾਇਆ ਗਿਆ ਕਿ ਲੜਕੀ ਗਰੀਬ ਘਰ ਦੀ ਆ ਜਿਹੜੀ ਕਿੱਦਾਂ ਉਹ ਇੱਕ ਅਮੀਰਜ਼ਾਦੇ ਦੇ ਨਾਲ ਕਰ ਬੈਠਦੀ ਆ, ਉੱਥੇ ਗਿਆ ਉਹਦੇ ਨਾਲ ਉਹਦੇ ਬੱਚਾ ਹੋ ਜਾਂਦਾ ਔਰ ਉਹ ਵਿਚਾਰੀ ਕਿੱਥੋਂ ਕਿਹਨਾਂ ਦੁੱਖਾਂ ਤਕਲੀਫਾਂ ਵਿੱਚ ਹੁੰਦੀ ਹੋਈ ਉੱਥੇ ਪਹੁੰਚਦੀ ਆ। ਔਰ ਆਫਟਰ ਨੂੰ ਜਾ ਕੇ ਜਿਹੜੇ ਅਮੀਰਜ਼ਾਦੇ ਆ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਸਫੈਦਪੋਸ਼ ਬੰਦੇ ਆ, ਇੱਕ ਪਾਸੇ ਉਹ ਆਪਣੀ ਧੀ ਦੀ ਡੋਲੀ ਤੋਰਨ ਲੱਗਾ ਆ, ਦੂਜੇ ਪਾਸੇ ਆਪਣੇ ਕੁੜਮ ਨੂੰ ਉਹ ਆਪਣੇ ਸਮਧੀ ਨੂੰ ਕਹਿ ਰਿਹਾ ਹੈਗਾ ਕਿ ਵਿਆਹ ਤੋਂ ਬਾਅਦ ਫਿਰ ਆਪਾਂ ਦੋਨੋਂ ਮਿਲ ਬੈਠ ਕੇ ਖਾਵਾਂਗੇ, ਮੈਂ ਰੱਖ ਲੈਣੀ ਆਪਣੇ ਕੋਲ। तो ਉਹਦੇ ਵਿੱਚ एक गीत ਸੀਗਾ ਗਿੱਲ ਸਾਹਿਬ छोटा ਜਿਹਾ, मैं ਤੁਹਾਨੂੰ टप्पा ਦੱਸਦਾ। ਉਹ ਕਹਿੰਦੀ नदी और नारी रहे औरों का कलंकत धोए, राम तेरी गंगा मैली हो गई, पापियों के पाप धोते धोते। नदी और नारी है ਜਿਹੜੀ ਇਹ ਸੱਚੀ ਗੱਲ ਹੈ ਜੀ। ਇਹ ਜਿਹੜਾ ਸਾਡਾ ਸਮਾਜ ਹੈ ਉਹਨਾਂ ਦਾ ਗੰਦ ਧੋਦੀਆਂ ਵਿਚਾਰੀਆਂ ਆਪ ਕਲੰਕਤ ਹੋ ਜਾਂਦੀਆਂ ਆ। ਜਿਹੜਾ ਪੁਰਸ਼ ਪ੍ਰਧਾਨ ਸਮਾਜ ਆ ਉਹ ਹਮੇਸ਼ਾ ਹੀ ਸੱਚਾ ਸੁੱਚਾ ਰਹਿੰਦਾ ਹੈਗਾ ਆ। ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ ਆਪਣੇ ਲੜਕੀ ਦੀ ਥਿਆੜਾ ਦੀ, ਉਹਦੇ ਵਿੱਚੋਂ ਵੀ ਦੇਖ ਲਿਓ ਕੋਈ ਨਾ ਕੋਈ ਕੰਟਰੋਵਰਸੀ ਇਹੋ ਜਿਹੀ ਨਿਕਲ ਕੇ ਆਉਣੀ ਆ ਜਿਹੜੀ ਕਿ ਮਤਲਬ ਕਿ ਆਪਾਂ ਕਹਿ ਸਕਦੇ ਹੈਗੇ ਆ ਕਿ ਕਿਸੇ ਦੇ ਨਾਲ ਹੁਣ ਦੇਖੋ ਇੱਜ਼ਤ ਆ ਪਰਿਵਾਰ ਦੀ, ਉਹ ਸਾਰਾ ਕੁਛ ਹੈਗਾ ਆ। ਫਿਰ ਵੀ ਪਰਿਵਾਰ ਹਿੰਮਤ ਵਾਲਾ ਆ ਜਿਹੜਾ ਇਸ ਗੱਲ ਨੂੰ ਚੱਕ ਰਿਹਾ ਹੈਗਾ ਆ। ਸੋ ਇਹਦੇ ਵਿੱਚੋਂ ਕੋਈ ਨਾ ਕੋਈ ਗੱਲ ਨਿਕਲ ਕੇ ਆਊਗੀ ਜੀ। ਔਰ ਇਹ ਬਹੁਤ ਮੰਦਭਾਗੀ ਘਟਨਾ ਆ ਸਾਡੇ ਸਮਾਜ ਦੇ ਵਿੱਚ। ਸਾਨੂੰ ਬਚ ਕੇ ਰਹਿਣਾ ਚਾਹੀਦਾ, ਆਪਣੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਗਿੱਲ ਸਾਹਿਬ। ਧੰਨਵਾਦ ਜੀ, ਧੰਨਵਾਦ। ਉਸ ਤੇ ਮੈਂ ਅਗਲੇ ਹਫ਼ਤੇ ਜਿੰਨਾ ਵੀ ਉਹਦੀ ਜਾਣਕਾਰੀ ਲੈ ਕੇ ਮੈਂ ਇੱਕ ਪ੍ਰੋਗਰਾਮ ਕਰਨਾ ਹੈ ਮੰਡੇ ਤੇ ਟਿਊਜ਼ਡੇ ਦੋਨੇ ਦਿਨਾਂ ਦੇ ਵਿੱਚ। ਕਮਿਊਨਿਟੀ ਇਸ ਦੇ ਵਿੱਚ ਪਰਿਵਾਰ ਦੇ ਨਾਲ ਮੋਢਾ ਲਾ ਕੇ ਕਿਵੇਂ ਖੜੇ, ਤੇ ਇਸ ਨੂੰ ਅਸੀਂ ਆਪਣੇ ਬੱਚੇ ਦੇ ਤੌਰ ਤੇ ਆਪਣੀ ਧੀ ਧਿਆਣੀ ਦੇ ਤੌਰ ਤੇ ਇਸ ਨੂੰ ਅੱਗੇ ਲੈ ਕੇ ਜਾਣਾ। ਇਸ ਨੂੰ ਕੁਝ ਵੀ ਸਨੱਬ ਕਰਨ ਦੀ ਕੋਸ਼ਿਸ਼ ਹੋਵੇ, ਕੋਈ ਵੀ ਇੰਟਰਨਲ ਰਿਵਿਊ ਹੋ ਰਿਹਾ ਹੋਵੇ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਨੋ। ਜਿੰਨੀਆਂ ਇਹਦੀਆਂ ਤੰਦਾਂ ਨੇ ਜਿਵੇਂ ਪਰਿਵਾਰ ਕਹੂਗਾ ਨਿਕਲ ਕੇ ਆਉਣੀਆਂ। ਪਰਿਵਾਰ ਦੇ ਨਾਲ ਖੜ ਕੇ ਜਸਟਿਸ ਉਸ ਲਈ ਥਿਆੜਾ ਕੁੜੀ ਲਈ ਲੈਣਾ। ਅਸੀਂ ਇਹ 100% ਇਸ ਨੂੰ ਲੀਡ ਕਰਨਾ। ਹਰ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਉਹਨਾਂ ਨਾਲ ਗੱਲ ਕਰਕੇ ਉਹ ਕਿਵੇਂ ਚਾਹੁੰਦੇ ਆ, ਹਾਊ ਵੀ ਪ੍ਰੋਸੀਡ। ਕਿਉਂਕਿ ਇਹ ਨਾਰਮਲ ਨਹੀਂ ਗੱਲ ਹੈ। ਵਰਦੀਧਾਰੀ ਇੱਕ ਕੁੜੀ ਵੱਲੋਂ ਸੁਸਾਈਡ ਕਰਨੀ, ਖੁਦਕੁਸ਼ੀ ਕਰਨੀ, ਤੇ ਉਹਦੀਆਂ ਹੋਰ ਫਾਈਲਾਂ ਨਿਕਲਣੀਆਂ। ਖੁਸ਼ ਇੱਕ ਲੜਕੀ ਘਰ ਦੇ ਵਿੱਚ ਜਿਹੜੀ ਬਿਲਕੁਲ ਫੰਡਾਮੈਂਟਲ ਵੈਲਿਊਜ਼ ਦੇ ਨਾਲ ਜਿਉਈ ਹੋਈ, ਧਰਮ 'ਚ ਆਸਥਾ ਰੱਖਣ ਵਾਲੀ, ਕਦਰਾਂ ਕੀਮਤਾਂ ਵਾਲੀ, ਉਹ ਇੱਕ ਮਾਂ ਬਣਨ ਵਾਲੀ ਸੀ। ਉਹ ਮਾਂ ਬਣਨ ਦਾ ਕਾਰਨ ਜ਼ਿੰਦਗੀ 'ਚ ਬੰਦਾ ਕੌਣ ਸੀ, ਕੌਣ ਉਹ ਬੰਦਾ ਸੀ, ਕਿੱਥੋਂ ਕਹਾਣੀ ਹੋਈ, ਇਹ ਗੱਲ ਕੀ ਹੋਈ, ਇਹ ਇਸ ਤੇ ਕੰਮ ਹੋਣਾ ਚਾਹੀਦਾ। ਪਰ ਇਹਦੀ ਲੀਡ ਲੈਣੀ ਚਾਹੀਦੀ ਹੈ ਮੀਡੀਆ ਵਾਲੇ ਪਾਸਿਓਂ। ਇਸ ਤੇ ਕੰਮ ਹੋਣਾ ਚਾਹੀਦਾ। ਮੈਂ ਇਸ ਤੇ ਅੱਜ ਅਸੀਂ ਸਵੇਰੇ ਸ਼ੇਰੇ ਪੰਜਾਬ ਤੇ ਬੈਠ ਕੇ ਗੱਲ ਕੀਤੀ ਹੈ ਮੈਨੇਜਮੈਂਟ ਨੇ ਵੀ ਸ਼ੁੱਡ ਲੀਡ ਔਨ ਇਟ।
ਇਹ ਪਰ ਪਰਿਵਾਰ ਦੇ ਨਾਲ ਪਰਿਵਾਰ ਦੀਆਂ ਭਾਵਨਾਵਾਂ ਇਹ ਨਹੀਂ ਹੈ ਵੀ ਅਸੀਂ ਸਾਡੇ ਪ੍ਰੋਗਰਾਮ ਸੁਣਨ ਅਸੀਂ ਤਾਂ ਕਰਨ ਦੋ। ਜੇ ਪਰਿਵਾਰ ਚਾਹੇ ਵੀ ਸਾਡੇ ਇਸ ਇਨਸਾਫ ਦੇ ਮਾਰਗ ਸਾਡੇ ਨਾਲ ਤੁਸੀਂ ਜੁੜੋ ਫਿਰ ਇਸ ਨੂੰ ਕਰਾਂਗੇ। ਇਹ ਜ਼ਰੂਰੀ ਹੈ। ਸਰ ਅਵਤਾਰ ਸਿੰਘ ਜੀ ਲਾਈਨ ਨੰਬਰ 4। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਮੈਂ ਕਿਹਾ ਆਪਾਂ ਗਿੱਲ ਸਾਹਿਬ ਜਿਹੜੀ ਇਨ ਜਨਰਲ ਜਿਹੜੀ ਇਹ 'ਚ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈ ਨਾ ਉਹ ਹੈਗੀ ਆ ਸੈਂਸਿਟੀਵਿਟੀਜ਼ ਜਿਹੜੀਆਂ ਇਸ ਮੁੱਦੇ ਵੱਲ ਨੂੰ ਆ ਬਹੁਤ ਘਟ ਗਈਆਂ ਆ ਸਾਰਿਆਂ ਦੀਆਂ। ਹੁਣ ਮੈਂ 2 ਮਿੰਟ ਦਾ ਟਾਈਮ ਲਾਉਂਗਾ। ਦੇਖੋ ਹੁਣ ਅੱਜ ਇਹ ਵੀ ਹੋਇਆ ਵੀ ਜਿਹੜਾ ਉਹ ਆਪਣਾ ਆਰਮੀ ਵਾਲਾ ਸਕੈਂਡਲ ਚੱਲਦਾ ਪਿਆ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ 2018 ਦਾ ਇਸ ਚੀਜ਼ ਦਾ ਪਤਾ ਸੀ। ਉਹਦੇ ਬਾਵਜੂਦ ਉਹਨੇ ਅਪਗ੍ਰੇਡ ਕੀਤਾ, ਸਾਰਾ ਕੁਝ ਕੀਤਾ। ਹੁਣ ਕਿੱਥੇ ਆ ਵਿਮਨ ਆਰਗੇਨਾਈਜੇਸ਼ਨ, ਕਿੱਥੇ ਆ ਜਿਹਨਾਂ ਨੂੰ ਹੁਣ ਰੌਲਾ ਪਾਉਣਾ ਚਾਹੀਦਾ? ਕਿਉਂਕਿ ਜੇ ਅੱਜ ਮੈਂ ਗਰੰਟੀ ਕਰਦਾ ਜੇ ਇੱਥੇ ਹੀ ਹੁੰਦਾ ਕੋਈ ਕੰਜ਼ਰਵੇਟਿਵ ਪਾਰਟੀ ਦਾ ਕੋਈ ਪ੍ਰਾਈਮ ਮਿਨਿਸਟਰ ਹੁੰਦਾ ਤਾਂ ਅੱਜ ਸਾਰੀਆਂ ਆਰਗੇਨਾਈਜੇਸ਼ਨ ਨੇ ਅਪਸਾਈਡ ਡਾਊਨ ਕੀਤਾ ਹੋਣਾ ਸੀ ਵੀ ਭਾਈ ਰਿਜ਼ਾਈਨ ਦੇ। ਅੱਜ ਕਿਉਂ ਨੇ ਟਰੂਡੋ ਤੋਂ ਰਿਜ਼ਾਈਨ ਦੀ ਮੰਗ ਕੀਤੀ? ਕਿਉਂ ਨਹੀਂ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਜਾ ਰਹੀ? ਕਿਉਂਕਿ ਆਪਾਂ ਪ੍ਰੋਟੈਕਟ ਕਰਦੇ ਆ ਆਪਣੀਆਂ ਜਿਹੜੀਆਂ ਥਾਟ ਪ੍ਰੋਸੈਸ ਹੈ ਉਹ ਬਹੁਤ ਲਿਮਟਿਡ ਆ। ਆਪਾਂ ਇੱਕ ਬੰਦੇ ਨੂੰ ਪ੍ਰੋਟੈਕਟ ਕਰਨ ਲਈ ਉਹਨੂੰ ਆਪਾਂ ਪ੍ਰੋਟੈਕਟ ਕਰ ਲਿਆ, ਉਹ ਸਾਰਾ ਜਿਹੜਾ ਬਿਹੇਵੀਅਰ ਆ ਉਹ ਪ੍ਰੋਟੈਕਟ ਹੋ ਗਿਆ। ਠੀਕ ਹੈ, ਰਿਸਪੌਂਸਿਬਲ ਹੈ, ਕੋਈ ਤੀਜੀ ਪਾਰਟੀ ਰਿਸਪੌਂਸਿਬਲ ਨਹੀਂ। ਮੈਂ ਅੱਜ ਸਾਰਿਆਂ ਤੋਂ ਜ਼ਿਆਦਾ ਕ੍ਰਿਟੀਸਾਈਜ਼ ਕਰਦਾ ਉਹ ਵਿਮਨ ਜਿਹਨੇ ਕੱਲ ਪਰਸੋਂ ਨੂੰ ਆਪਣੇ ਝੰਡੇ ਚੱਕ ਕੇ ਦੁਨੀਆ ਆਉਣਾ ਜਿੱਦਣ ਕੋਈ ਹੋਰ ਗੱਲ ਹੋਣੀ ਆ। ਅੱਜ ਉਹ ਕਿੱਥੇ? ਅੱਜ ਕਿਸੇ ਦੀ ਸਟੇਟਮੈਂਟ ਵੀ ਨਹੀਂ ਹਾਲੇ ਤਾਈਂ ਆਈ ਪਈ ਭਾਈ ਕਿੱਥੇ ਆ ਦੂਰ ਰਹਿੰਦੇ। ਠੀਕ ਹੈ, ਜੇ ਕਿਸੇ ਨੂੰ ਖੜਨਾ ਜੇ ਆਪਾਂ ਖੜਨਾ ਆਪਾਂ ਨੂੰ ਉਸ ਚੀਜ਼ ਦੇ ਅਗੇਂਸਟ ਕਰਨਾ ਚਾਹੀਦਾ ਜਿਹਦਾ ਲੋਕਾਂ ਨੂੰ ਪਤਾ ਲੱਗੇ। ਜੇ ਆਪਾਂ ਪ੍ਰਾਈਮ ਮਿਨਿਸਟਰ ਟਰੂਡੋ ਦੇ ਬਿਹੇਵੀਅਰ ਦੇ ਅਗੇਂਸਟ ਖੜਦੇ ਆ ਸਾਰੇ ਲੋਕਾਂ ਨੂੰ ਪਤਾ ਲੱਗੂਗਾ ਵੀ ਇੱਕ ਪ੍ਰਾਈਮ ਮਿਨਿਸਟਰ ਨੂੰ ਸਟੈਪ ਡਾਊਨ ਕਰਨਾ ਪਿਆ ਕਿਉਂਕਿ ਉਹਦੇ ਕੋਲ ਇਹ ਇਨਫੋਰਮੇਸ਼ਨ ਆਉਣ ਦੇ ਬਾਵਜੂਦ ਹੀ ਐਕਟਡ ਰੌਂਗ। ਉਹ ਗੱਲ ਬਣਦੀ ਆ, ਉਹਦੇ ਨਾਲ ਪਤਾ ਲੱਗਦਾ ਲੋਕਾਂ ਨੂੰ। ਬਾਕੀ ਜਿੱਥੋਂ ਤਾਈਂ ਇਹੋ ਕੇਸ ਹੈ ਇਹਦੇ ਵਿੱਚ ਆਪਣਾ ਜਿਹੜਾ ਇੱਥੇ ਕ੍ਰਿਮੀਨਲ ਜਸਟਿਸ ਸਿਸਟਮ ਹੈ ਬਹੁਤ ਪੂਰਲੀ ਡਿਜ਼ਾਈਨਡ ਆ। ਜਿਹੜੀ ਕੋਈ ਵੀ ਪੋਜੀਸ਼ਨ ਔਰ ਰਿਸਪੌਂਸਿਬਿਲਿਟੀ ਆ ਜਿੱਥੇ ਤੁਸੀਂ ਸਬਆਰਡੀਨੇਟ ਆ ਉਹਦੇ ਵਿੱਚ ਏਦਾਂ ਦਾ ਕੋਈ ਵੀ ਐਕਟ ਹੁੰਦਾ ਕੋਈ ਵੀ ਉਹਨੂੰ ਉਹ ਜਿਹੜਾ ਦੈਟ ਸ਼ੁੱਡ ਬੀ ਕੰਸੀਡਰਡ ਅ ਕ੍ਰਿਮੀਨਲ ਐਕਟ। ਉਹਦੀਆਂ ਰੈਮੀਫਿਕੇਸ਼ਨ ਇਹ ਨਹੀਂ ਹੋਣੀਆਂ ਚਾਹੀਦੀਆਂ ਉਹਨੂੰ ਜੌਬ ਤੋਂ ਕੱਢ ਦਿਓ। ਉਹਨੂੰ ਇਹ ਆ ਉਹਦੇ ਅਗੇਂਸਟ ਨਿਊ ਸਿਸਟਮ ਬਣਾ ਕੇ ਉਹਦੇ ਅਗੇਂਸਟ ਇੱਕ ਕ੍ਰਿਮੀਨਲ ਜਸਟਿਸ ਸਿਸਟਮ ਦੀ ਇੱਕ ਆਰਮ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਬੰਦਾ ਐਟ ਪੋਜੀਸ਼ਨ ਆਫ ਰਿਸਪੌਂਸਿਬਿਲਿਟੀ ਆ ਜਿੱਥੇ ਤੁਹਾਡੀ ਇੱਕ ਸਬਆਰਡੀਨੇਟ ਤੁਹਾਡੇ ਥੱਲੇ ਬੰਦੇ ਕੰਮ ਕਰਦੇ ਤਾਂ ਕਿ ਤੁਸੀਂ ਉਹਨਾਂ ਦਾ ਨਜਾਇਜ਼ ਫਾਇਦਾ ਨਾ ਉਠਾ ਸਕੋ। ਹੁਣ ਜੇ ਇਹੀ ਕੇਸ ਆ ਮੈਂ ਕੈਲੀਫੋਰਨੀਆ ਇੰਨੇ ਦੇ ਰਿਹਾ ਜੇ ਕੈਲੀਫੋਰਨੀਆ ਹੁੰਦਾ ਇਹੀ ਕੇਸ ਦਾ ਦਿਸ ਪਰਸਨ ਵੁੱਡ ਹੈਵ ਬੀਨ ਜਿਹੜਾ ਵੀ ਬੰਦਾ ਰਿਸਪੌਂਸਿਬਲ ਆ ਵੁੱਡ ਹੈਵ ਬੀਨ ਲੁਕਿੰਗ ਫਾਰ ਲਾਈਫ ਇੰਪ੍ਰਿਜ਼ਨਮੈਂਟ ਵਿਦਆਊਟ। ਠੀਕ ਹੈ, ਮਤਲਬ ਇੱਕ ਤੁਸੀਂ ਡਾਕਟਰ ਸਾਹਿਬ ਹੁਣੇ ਟੱਚ ਕਰਕੇ ਹਟਿਓ ਇੰਟਰਨੈਸ਼ਨਲ ਵੂਮਨ ਡੇ ਨਿਕਲ ਕੇ ਹਟਿਆ ਸਵੇਰ ਤੋਂ ਹੀ ਰੇਡੀਓ ਤੇ ਆਪਣੇ ਸ਼ੁਰੂ ਹੋ ਗਈ ਆਹ ਕਰ ਦਿਓ ਜੀ ਉਹ ਕਰ ਦਿਓ ਅਨੁਪਾਤ ਨਹੀਂ ਹੈ ਕਿਉਂਕਿ ਹੁਣ ਇਸ ਪਾਰਟੀ ਦੇ ਵਿੱਚੋਂ ਕਈ ਟਿਕਟਾਂ ਦੀਆਂ ਜਾ ਰਹੀਆਂ ਨੇ ਤੇ ਲਿਆਓ ਇੱਕ ਬਿਆਨ ਵੀ ਦਿਖਾਇਓ ਵੀ ਇਸ ਪਾਰਟੀ ਦੇ ਤੇ ਆ ਟਰੂਡੋ ਦੀ ਸਰਕਾਰ ਨੇ ਆਹ ਕੀਤਾ। ਅੱਜ ਕਿੱਥੇ ਨੇ ਉਹ ਫਿਰ ਜਸਟਿਸ ਸਿਸਟਮ? ਅੱਜ ਕਿੱਥੇ ਆ ਬਰਾਬਰਤਾ ਦੀ ਗੱਲ? ਫਿਰ ਇਹ ਬਿਲਕੁਲ ਤੁਹਾਡੀ ਗੱਲ ਹਾਂਜੀ ਨਹੀਂ ਇਹ ਦੇਖੋ ਜੀ ਜੇ ਤੁਸੀਂ ਪਬਲਿਕ ਦੇ ਵਿੱਚ ਇਹਦਾ ਮੈਸੇਜ ਲਿਆਉਣਾ ਭਾਈ ਇਹ ਚੀਜ਼ਾਂ ਚੰਗੀਆਂ ਨਹੀਂ ਤੁਹਾਨੂੰ ਜਿਹੜਾ ਸਾਰਿਆਂ ਤੋਂ ਟੌਪ ਦਾ ਬੰਦਾ ਜਿਹਦੇ ਹੁਣ ਜੇ ਆਪਾਂ ਕਹਿੰਦੇ ਆ ਯੂਐਸ ਪੋਲੀਟੀਕਲ ਸਿਸਟਮ ਜਿਹੜਾ ਉਹਨਾਂ ਨੂੰ ਆਪਾਂ ਬਹੁਤ ਕ੍ਰਿਟੀਸਾਈਜ਼ ਕਰਦੇ ਆ ਕ੍ਰਿਮੀਨਲ ਸਿਸਟਮ ਨੂੰ ਉਹ ਕਿਉਂ ਇੱਕ ਏਦਾਂ ਦੀ ਚੀਜ਼ ਪਿੱਛੇ ਪੈਂਦੇ ਆ? ਉਹਦੇ ਨਾਲ ਇਹ ਹੁੰਦਾ ਵੀ ਉਸ ਚੀਜ਼ ਨੂੰ ਮੀਡੀਆ 'ਚ ਇੰਨੀ ਖਬਰ ਮਿਲ ਜਾਂਦੀ ਜਿਹੜਾ ਆਮ ਬੰਦਾ ਫਿਰ ਉਹ ਤੋਂ ਡਰਦਾ ਹੈ। ਉਹਨਾਂ ਕੋਲ ਉਦਾਂ 100 ਮਰਡਰ ਹੋ ਜਾ ਭਾਵੇਂ ਉਹ ਨਿਕਲ ਜਾ ਪਰ ਇੱਕ ਜਿਹੜਾ ਕੋਈ ਨੋਨ ਬੰਦਾ ਹੈ ਜਿਹੜਾ ਉਹਨੇ ਫਲੇਅਰ ਅਪ ਕਰਨਾ ਉਹ ਲਿਆ ਕੇ ਇਹ ਜਾਣਾ ਵੀ ਉਹ ਜਿਹੜਾ 2 ਹਫ਼ਤੇ ਜਾਂ ਮਹੀਨਾ ਆ ਉਹਦਾ ਈਵਨ ਟ੍ਰਾਇਲ ਵੀ ਸਾਰਾ ਆਨਲਾਈਨ ਜਾਊਗਾ ਸਾਰਾ ਕੁਝ ਜਾਊਗਾ। ਕਿਉਂਕਿ ਆਪਾਂ ਨੂੰ ਵੀ ਜੇ ਮੰਨ ਲਓ ਜੇ ਮੈਂ ਕੱਲ ਦੇ ਨਾਂ ਦੇਖਿਆ ਮੈਂ ਆਈ ਵਿਲ ਰਾਈਟ ਅ ਲੈਟਰ ਟੂ ਮੰਨ ਲਓ ਜਿੰਨੀਆਂ ਇੱਥੇ ਦੀਆਂ ਮੇਜਰ ਨਿਊਜ਼ ਆਰਗੇਨਾਈਜੇਸ਼ਨ ਦਾ ਵੀ ਤੁਸੀਂ ਕਿੱਥੇ ਆ ਭਾਈ? ਅੱਜ ਤੋਂ 3 ਦਿਨ ਪਹਿਲਾਂ ਤੁਸੀਂ ਅਪਸਾਈਡ ਡਾਊਨ ਕੀਤਾ ਸੀ ਵੀ ਇੰਟਰਨੈਸ਼ਨਲ ਵੂਮਨ ਡੇ ਆ ਤਾਂ ਹੁਣ ਅੱਜ ਇੰਟਰਨੈਸ਼ਨਲ ਵੂਮਨ ਡੇ ਨੂੰ ਕੀ ਹੋ ਗਿਆ? ਮਤਲਬ ਇਹਦੇ ਵਿੱਚ ਗਿੱਲ ਸਾਹਿਬ ਜੇ ਕਿਸੇ ਨੂੰ ਖੜਨ ਦੀ ਲੋੜ ਹੈ ਇਹਦੇ ਵਿੱਚ ਸਾਰਿਆਂ ਤੋਂ ਅੱਗੇ ਖੜਨ ਦੀ ਲੋੜ ਹੈ ਮੀਡੀਆ ਨੂੰ। ਨੰਬਰ 2 ਤੇ ਅਪਰੰਟ ਆਉਣ ਦੀ ਲੋੜ ਹੈ ਆਪਾਂ ਜੇ ਜਿਹੜੀ ਬਾਕੀ ਉਹਨਾਂ ਦੀ ਗੱਲ ਸੀਗੀ ਆਪਣੇ ਧਾਰੀਵਾਲ ਮੈਂ ਉਹਨਾਂ ਬਿਲਕੁਲ ਐਗਰੀ ਨਹੀਂ ਕਰਦਾ। ਆਪਾਂ ਵਿਮਨ ਨੂੰ ਸਲੇਵ ਨਹੀਂ ਬਣਾ ਸਕਦੇ
ਵੀ ਤੁਸੀਂ ਇੱਕ ਇਹਦਾ ਤੁਸੀਂ ਜੌਬ ਨਹੀਂ ਕਰ ਸਕਦੀਆਂ ਕਿਉਂਕਿ ਤੁਹਾਡਾ ਇਹ ਦੈਟ ਵਿਲ ਬਿਕਮ ਅਨਦਰ ਸਲੇਵਰੀ। ਇਹ ਆਪਾਂ ਤਾਂ ਉਹ ਹੋ ਗਿਆ ਵੀ ਜਿਹੜੀ ਸਲੇਵਰੀ ਹੋ ਗਈ ਵਿਮਨ ਦਾ ਤਾਂ ਜੌਬ ਇਹ ਆ ਵੀ ਘਰ ਬਹਿ ਲਿਆ 2 ਨਿਆਣੇ। ਦੈਟਸ ਨਾਟ ਵੇ ਦੇ ਸ਼ੁਡ ਇੰਜੋਏ देयर ਲਾਈਫ। ਜੇ ਕਿਸੇ ਨੇ ਜੌਬ ਕਰਨੀ ਹੈ ਦੇ ਸ਼ੁਡ ਫੁੱਲ ਡਿਗਨਿਟੀ ਨਾਲ ਜੌਬ ਕਰਨਾ ਹੋਣਾ ਚਾਹੀਦਾ। ਇਹ ਹੋਣਾ ਚਾਹੀਦਾ ਕ੍ਰਿਮੀਨਲ ਸਿਸਟਮ ਇੰਨਾ ਸਟਰੋਂਗ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਇੱਕ ਵਾਰੀ ਆ ਗਿਆ ਐਗਜ਼ਾਮਪਲ ਬਣੇ ਤਾਂ ਕਿ ਅਗਲਾ ਦੂਜੀ ਵਾਰੀ ਕਰਨ ਤੋਂ ਪਹਿਲਾਂ ਸੋਚੇ ਜਿਹੜਾ ਬੰਦਾ ਏਦਾਂ ਦਾ ਕੰਮ ਕਰਦਾ ਭਾਈ ਮੈਂ ਕੀਤੀ ਤਾਂ ਮੈਂ ਰੈਸਟ ਆਫ ਲਾਈਫ ਬਿਹਾਈਂਡ ਬਾਰ ਵੀ ਜਾ ਸਕਦਾ। ਇਹ ਗਿੱਲ ਸਾਹਿਬ ਇਸ ਮੁੱਦੇ ਨੂੰ ਆਪਾਂ ਇੱਥੇ ਨਾ ਛੱਡੋ 2-3 ਦਿਨ ਚੱਕੋ ਆਪਾਂ ਜਿਹੜਾ ਪ੍ਰਾਈਮ ਮਿਨਿਸਟਰ ਟਰੂਡੋ ਹੈ ਨਾ ਈਵਨ ਡਾਕਟਰ ਸਾਹਿਬ ਮੈਂ ਕੁੜੀ ਦਾ ਖਿਆੜਾ ਵਾਲਾ ਕੇਸ ਜਿਵੇਂ ਅਨਫੋਲਡ ਹੋ ਰਹੀਆਂ ਨਵੀਆਂ ਚੀਜ਼ਾਂ ਉਹਦੇ 'ਚ ਹੱਥ ਨਹੀਂ ਪਾਉਣਾ ਮੈਂ ਉਹਦੇ 'ਚ ਮੈਂ ਪਰਿਵਾਰ ਦੇ ਨਾਲ ਕਿਉਂਕਿ ਮਤਲਬ ਕੁਲਤਾਰ ਸਿੰਘ ਖਿਆੜਾ ਉਹਨਾਂ ਦੇ ਪਿੰਡ ਤੋਂ ਨੇ ਆਪਣੇ ਤੋਂ ਉਹਨਾਂ ਨਾਲ ਮੈਂ ਗੱਲ ਕਰਕੇ ਪਰਿਵਾਰ ਦੇ ਨਾਲ ਉਹਨੂੰ ਲੈ ਕੇ ਜਾਣਾ ਚਾਹੁੰਦੇ ਆਪਾਂ ਅੱਗੇ ਇਹ ਗੱਲ ਅੱਗੇ ਜਾਣੀ ਚਾਹੀਦੀ। ਮੈਂ ਉਹ ਬੱਚੀ ਨੂੰ ਛੋਟੀ ਹੁੰਦੇ ਤੋਂ ਜਾਣਦਾ ਸਾਡਾ ਪਿੰਡ ਨਾਲ ਹੀ ਆ ਸਾਡਾ ਪਿੰਡ ਵੀ ਅਸੀਂ ਉਹ ਬੱਚਿਆਂ ਨੂੰ ਛੋਟੇ ਹੁੰਦੇ ਨੂੰ ਜਾਣਦੇ ਹਾਂ। ਠੀਕ ਹੈ ਮੈਂ ਆਈ ਹੈਵ ਸੀਨ ਦੈਟ ਮਤਲਬ ਕਿਡ ਗਰੋ ਅਪ ਇਨਟੂ ਵਿਮਨ ਇਹ ਹੈਗਾ ਮਤਲਬ ਇਹ ਆਪਾਂ ਨੂੰ ਓਵਰਆਲ ਤਾਂ ਹੀ ਇਹਨੂੰ ਆਪਾਂ ਜੇ ਆਪਣੇ ਬੱਚਿਆਂ ਲਈ ਚਾਹੁੰਦੇ ਆ ਵੀ ਇਹ ਸੇਫ ਜਗ੍ਹਾ ਬਣਾਈਏ ਤਾਂ ਆਪਾਂ ਨੂੰ ਅੱਜ ਜੇ ਫੰਡ ਦੀ ਲੋੜ ਹੈ ਟਰੂਡੋ ਨੂੰ ਫੰਡ ਦੀ ਲੋੜ ਆ ਤਾਂ ਕਿ ਆਪਣਾ ਜਿਹੜਾ ਮੈਸੇਜ ਕਲੀਅਰ ਕੱਟ ਹੋਵੇ ਵੀ ਭਾਈ ਜੋ ਤੂੰ ਕਰ ਰਿਹਾ ਰੋਂਗ ਆ। ਠੀਕ ਹੈ ਅੱਜ ਵਿਮਨ ਆਰਗੇਨਾਈਜੇਸ਼ਨ ਜੇ ਕੱਲ ਨੂੰ ਆਉਂਦੀਆਂ ਆਈ ਵਿਲ ਕੰਪਲੀਟਲੀ ਕ੍ਰਿਟੀਸਾਈਜ਼ ਇਟ ਜੇ ਅੱਜ ਇਹਦੇ ਕੇਸ ਦੇ ਅਗੇਂਸਟ ਨਹੀਂ ਆਉਂਦੀਆਂ। ਥੈਂਕ ਯੂ ਗਿੱਲ ਸਾਹਿਬ। ਬਿਲਕੁਲ ਠੀਕ ਤੁਹਾਡੀ ਥੈਂਕ ਯੂ ਡਾਕਟਰ ਸਾਹਿਬ। ਬਿਲਕੁਲ ਸਾਨੂੰ ਸੱਚ ਦੀ ਹੋਣੀ ਚਾਹੀਦੀ ਹੈ ਗੱਲ। ਨਾਲੇ ਆ ਹੁਣ ਇੰਟਰਨੈਸ਼ਨਲ ਵੂਮਨ ਡੇ ਤੋਂ ਤਾਂ ਇਹ ਤਾਂ ਪਹਿਲਾਂ ਦੀ ਗੱਲ ਚੱਲ ਰਹੀ ਹੈ। ਆਰਟ ਮੈਕਡੋਨਲਡ ਦੀ ਗੱਲ ਚੱਲ ਰਹੀ ਹੈ 1 ਹਫ਼ਤੇ ਦੀ। ਅੰਬਰਸਮੈਨ ਨੇ ਦੱਸਿਆ ਹਰਜੀਤ ਸੱਜਣ ਨੂੰ ਉਹ ਚੱਲ ਰਹੀ ਹੈ 10 ਦਿਨਾਂ ਦੀ ਗੱਲ। ਇੰਟਰਨੈਸ਼ਨਲ ਵੂਮਨ ਡੇ ਦਾ ਕੀ ਮਤਲਬ ਹੈ ਵੀ ਤੁਸੀਂ ਆਪਣੀ ਲੀਡਰਸ਼ਿਪ ਇਹਦੇ ਵਿੱਚੋਂ ਕੱਢਣੀ ਚਾਹੁੰਦੇ ਹੋ ਕਰੋ ਤਾਂ ਕ੍ਰਿਟੀਸਾਈਜ਼ ਕਰੋ ਫਿਰ ਜੂਡੀ ਰੇਬਲ ਬਣ ਕੇ ਦਿਖਾਓ ਫਿਰ ਸਵਾਦ ਹੈ। ਉਹ ਕਹਿੰਦੀ ਨੋ ਤੂੰ ਨਹੀਂ ਮੈਨੂੰ ਧੱਕੇ ਕਰ ਸਕਦਾ ਤੂੰ ਮੇਰੀ ਬ੍ਰਾਹਮ ਰੋਡ ਦਾ ਵੀ ਐਸਐਸਸੀ ਲੈਵਲ ਵਾਲਿਆਂ ਨੂੰ ਮੈਂ ਇਹਨਾਂ ਨੂੰ ਰਿਕਿਊਜ਼ ਕਰ ਦੇ। ਉਹ ਕਹਿੰਦੇ ਨੋ ਇਹ ਨਹੀਂ ਹੋਣਾ। ਉਹ ਕਹਿੰਦੇ ਫਿਰ ਬਾਹਰ ਜਾਣਾ ਪੈਣਾ ਕਹਿੰਦੀ ਆਈ ਐਮ ਰੈਡੀ। ਪ੍ਰਿਵੀ ਕਾਉਂਸਲ ਦਾ ਬੰਦਾ ਕਲਰਕ ਫੋਨ ਕਰਕੇ ਜੂਡੀ ਰੇਬਲ ਨੂੰ ਕਹਿ ਰਿਹਾ ਵੀ ਯੂ ਨੋ ਹੀ ਇਜ਼ ਗੋਨਾ ਡੂ ਐਨੀਵੇਜ਼ ਬਈ ਮਤਲਬ ਟਰੂਡੋ ਨੇ ਕਰਨਾ ਹੈ। ਉਹ ਕਹਿੰਦੀ ਨੋ ਇਸ ਤਰ੍ਹਾਂ ਨਹੀਂ ਕਰ ਸਕਦੇ ਇਸ ਤਰ੍ਹਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ। ਫਿਰ ਤੁਹਾਨੂੰ ਜਸਟਿਸ ਮਿਨਿਸਟਰ ਤੋਂ ਜਾ ਕੇ ਫਿਰ ਇੰਡੀਪੈਂਡੈਂਟ ਲੜਨਾ ਪੈਂਦਾ। ਬਈ ਸਿੰਬੋਲਿਕ ਤੁਸੀਂ ਗੱਲਾਂ 2-2 ਗਜ਼ ਦੇ ਜਿਹੜੇ ਨੇ ਫੇਸਬੁੱਕ ਤੇ ਲਿਖ ਦੋ ਚੱਕ ਕੇ ਕਿਤੋਂ ਕੁਛ ਲਿਖੀ ਚੱਲੋ ਉਹਦਾ ਨਹੀਂ ਹੈ ਇਸ਼ੂ। ਹਾਲੇ ਤਾਂ ਸ਼ੁਰੂਆਤ ਨਹੀਂ ਹੋਈ। ਮਤਲਬ ਮੈਂ ਕਿਸੇ ਚੀਜ਼ ਮੰਨ ਲਓ ਵੀ NDP ਦੇ ਵਿੱਚੋਂ ਮੈਂ ਕੋਸ਼ਿਸ਼ ਕਰਨਾ ਵੀ ਮੈਂ ਲੜ ਰਿਹਾ ਤੇ NDP ਦੀ ਕੋਈ ਗਲਤ ਚੀਜ਼ ਨੂੰ ਜੇ ਮੈਂ ਅੱਜ ਨਹੀਂ ਗਲਤ ਕਹਿੰਦਾ ਤੇ ਕੱਲ ਨੂੰ ਮੈਂ ਉਹਦਾ MP ਬਣ ਕੇ ਕੀ ਕਰ ਲੂੰ। ਮੈਨੂੰ ਪਤਾ ਉਹਦੇ 'ਚ ਇਹ ਨੇ ਜੀ ਉਹਦੇ 'ਚ ਲਾਈਨਾਂ ਨੇ ਜੀ ਉਹਦੇ ਵਿੱਚ ਪਾਰਟੀ ਵਿਪ ਹੈ। ਕਿੰਨੀ ਵਾਰ ਕ੍ਰਿਟੀਸਾਈਜ਼ ਆਪਾਂ ਕੀਤਾ ਆਪਣੇ ਨੂੰ ਲੀਡਰ ਸਾਹਿਬ ਨੂੰ ਵੀ ਤੁਸੀਂ ਕੰਮ ਨਹੀਂ ਕਰ ਰਹੇ ਭਾਈ ਸਾਹਿਬ ਜਗਵੀਰ ਸਿੰਘ ਜੀ ਤੁਸੀਂ ਆਪਣੀ ਬਣਦੀਆਂ ਡਿਊਟੀਆਂ ਨਹੀਂ ਪੂਰੀਆਂ ਕਰ ਰਹੇ। ਕਿੱਥੇ ਹੋ ਤੁਸੀਂ ਆਪਾਂ ਫਲਾਈਟਾਂ ਵੇਲੇ ਉਹਨਾਂ ਨੂੰ ਕਹਾਂ ਵੀ ਤੁਸੀਂ ਕਿੱਥੇ ਹੋ ਸੀ ਉਹਨਾਂ ਦਾ ਰਿਪਲਾਈ ਕਹਿੰਦਾ ਫਿਰ ਟਰੂਡੋ ਨੂੰ ਪਾਉਂਦੇ ਨੇ ਲੋਕ ਵੋਟਾਂ ਹੁਣ ਲੰਡਨ ਲਿਸਨ ਦਾ ਡਰਮ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਮੈਂ ਕਹਾਂ ਵੀ ਮੈਂ ਅੱਜ ਨਹੀਂ ਬੋਲਦਾ ਤੇ ਕੱਲ ਨੂੰ ਮੈਂ ਉੱਥੇ ਜਾ ਕੇ ਅੰਦਰ ਟੇਬਲਾਂ ਤੇ ਜਾ ਕੇ ਬੋਲੂੰ ਇਹ ਨਹੀਂ ਹੁੰਦੀ ਗੱਲ। ਕਹੋ ਤਾਂ ਸਹੀ ਅੱਜ ਜੇ ਗਲਤ ਹੋ ਰਿਹਾ ਤਾਂ ਗਲਤ ਕਹੋ। ਸੰਘੇੜਾ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਗਿੱਲ ਸਾਹਿਬ ਗੱਲ ਏਦਾਂ ਬਈ ਹਾਂਜੀ ਸਤਿ ਸ਼੍ਰੀ ਅਕਾਲ। ਪਹਿਲੀ ਤਾਂ ਗੱਲ ਮੈਂ ਇੱਥੇ ਸ਼ੁਰੂ ਕਰਦਾ ਆਪਾਂ ਬੜੇ ਚਿਰ ਦੀ ਇਹ ਗੱਲ ਕਰਦੇ ਹਾਂ ਕਿ ਜਦੋਂ ਵੀ ਕੋਈ ਪੁਲਿਸ ਦੇ ਵਿੱਚ ਨਾ ਏਦਾਂ ਦਾ ਜਾਂ ਮਿਲਟਰੀ 'ਚ ਵੀ ਲੈ ਲਓ ਕਿਤੇ ਵੀ ਬੜਾ ਕੁਛ ਹੋਇਆ ਔਰ ਉਹਨਾਂ ਦੇ ਵਿੱਚੋਂ ਨਿਕਲ ਕੇ ਕੁਛ ਨਹੀਂ ਹੈ ਕਿਉਂਕਿ ਜਦੋਂ ਵੇਦਨ ਮਤਲਬ ਜਿਹੜਾ ਵੀ ਕੋਈ ਡਿਪਾਰਟਮੈਂਟ ਹੈਗਾ ਉਹਦੇ ਵਿੱਚੋਂ ਹੀ ਇਨਕੁਆਇਰੀ ਹੋਣੀ ਆ ਤੇ ਉਹਦਾ ਕੋਈ ਮੂੰਹ ਸਿਰ ਨਹੀਂ ਬਣਨਾ। ਜਦੋਂ ਪੁਲਿਸ ਦੇ ਵਿੱਚ ਕੋਈ ਵੀ ਇਨਕੁਆਇਰੀ ਹੈ ਉਹ ਕਿਸੇ ਨਾ ਕਿਸੇ ਮਤਲਬ ਸਿਟਿੰਗ ਜੱਜ ਤੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਮਤਲਬ ਉਸ ਡਿਪਾਰਟਮੈਂਟ ਤੋਂ ਬਾਹਰੋਂ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਆ। ਵਿੱਚੋਂ ਅੱਜ ਤੱਕ ਕਿੰਨੀਆਂ ਇਨਕੁਆਇਰੀਆਂ ਹੋਈਆਂ ਉਹਨਾਂ 'ਚ ਕੁਛ ਨਹੀਂ ਨਿਕਲੇ। ਔਰ ਦੂਜੀ ਗੱਲ ਮੈਂ ਤੁਹਾਨੂੰ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਜਿਹੜਾ ਲੈ ਕੇ ਆਏ ਮਸਲਾ ਪਹਿਲਾਂ ਡਾਕਟਰ ਸਾਹਿਬ ਨੇ ਬੜੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦੀਆਂ। ਵਾਕਈ 3-4 ਦਿਨ ਪਹਿਲਾਂ ਜਦੋਂ ਵਿਮਨਸ ਡੇ ਸੀ ਤਾਂ ਸਵੇਰ ਤੋਂ ਸ਼ਾਮ ਤੱਕ ਜਿੰਨੇ ਵੀ ਸ਼ੋਅ ਹੋਏ ਆ ਉਹ ਆਪਾਂ ਸੁਣਦੇ ਰਹੇ ਗੱਲਾਂ। ਪਰ ਗੱਲਾਂ ਜੇ ਕਿਸੇ ਨੇ ਹੁਣ ਤੁਸੀਂ ਹੁਣੇ ਮਤਲਬ ਕੀਤਾ ਸੀਗਾ ਗੱਲ ਵੀ ਜੇ ਕੋਈ ਮਿਨਿਸਟਰ ਜਿਹੜੀ ਆ ਉਹ ਆਪਣੇ ਲੀਡਰ ਦੇ ਖਿਲਾਫ ਬੋਲਦੀ ਆ ਅਸੀਂ ਉਹਦੀ ਗੱਲ ਕੋਈ ਨਹੀਂ ਕੀਤੀ ਉਸ ਵਿਮਨਸ ਡੇ ਵਾਲੇ ਦਿਨ ਵੀ। ਇਹਨਾਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿਹੜੀਆਂ
ਲੇਡੀ ਦਾ ਖਾਸ ਕਰਕੇ ਆਪਾਂ ਯੂਨੀਵਰਸਿਟੀ ਦੇਖ ਲਓ, ਇੱਧਰ ਉੱਧਰ ਵੀ ਕਿਤੇ ਕੁੜੀਆਂ ਜਿਹੜੀਆਂ ਜ਼ਿਆਦੀਆਂ ਇੰਟੈਲੀਜੈਂਟ ਹੈ ਮੁੰਡਿਆਂ ਨਾਲ, ਤੁਸੀਂ ਉਹਨੂੰ ਘਰ ਨਹੀਂ ਬਿਠਾ ਸਕਦੇ, ਉਹਨਾਂ ਨੂੰ ਹਰੇਕ ਫੀਲਡ ਦੇ ਵਿੱਚ ਉਹਨਾਂ ਨੇ ਆ ਕੇ ਕੰਮ ਕਰਨਾ। ਪਰ ਜਿਹੜੀ ਬੇਸਿਕ ਗੱਲ ਆ ਇੱਕ ਤਾਂ ਇਹ ਆ ਵੀ ਜਿਹੜੀ ਆ ਤੁਸੀਂ ਗੱਲ ਕਹੀ ਆ ਨਾ ਵੀ ਜਿਹੜੀ ਇਹ ਜਾੜਾ ਵਾਲੀ ਗੱਲ ਆ, ਇਹਨੂੰ ਜ਼ਰੂਰ ਜਿੰਨਾ ਵੀ ਜਿੱਥੇ ਵੀ ਮਤਲਬ ਜੋ ਯੋਗਦਾਨ ਸਾਡੇ ਕੋਲ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ, ਇਹ ਕਰਾਂਗੇ। ਪਰ ਸਾਨੂੰ ਸਭ ਤੋਂ ਪਹਿਲਾਂ ਇਸ ਚੀਜ਼ ਦੇ ਮਗਰ ਪੈਣਾ ਚਾਹੀਦਾ ਵੀ ਵਿਦਨ ਡਿਪਾਰਟਮੈਂਟ ਜਿਹੜੀ ਕੋਈ ਵੀ ਇਨਕੁਆਇਰੀ ਨਾ ਹੋਵੇ, ਜਿੰਨਾ ਚਿਰ ਉਹ ਨਹੀਂ ਕੱਢਦੇ। ਪੁਲਿਸ ਵਾਲੇ ਨੇ ਕ੍ਰਾਈਮ ਕੀਤਾ ਆ, ਪੁਲਿਸ ਵਾਲੇ ਦੇ ਅਗੇਂਸਟ ਪੁਲਿਸ ਵਾਲਾ ਇਨਕੁਆਇਰੀ ਕਰੇ, ਕੀ ਉਹਦੇ ਵਿੱਚੋਂ ਨਿਕਲਣਾ? ਇਸ ਕਰਕੇ ਨਾ ਇਹ ਜਿਹੜਾ ਸਾਡਾ ਇੱਥੋਂ ਦਾ ਜਿਹੜਾ ਇਹ ਜਸਟਿਸ ਸਿਸਟਮ ਆ, ਇਹ ਬੜਾ ਕਹਿ ਲਓ ਵੀ ਲੀਨੀਅਟ ਹੈ ਜਾਂ ਕਿੱਦਾਂ ਵੀ ਆ, ਇਹਨੂੰ ਹਰੇਕ ਪੱਖੋਂ ਹੀ ਔਰ ਹਰੇਕ ਐਵਨਿਊ ਤੇ ਹਰੇਕ ਜਗ੍ਹਾ ਤੇ ਗੌਰਮੈਂਟ ਦੇ ਹਰੇਕ ਲੈਵਲ ਤੇ, ਚਾਹੇ ਉਹ ਸਿਟੀ ਤੋਂ ਲੈ ਕੇ ਸੈਂਟਰ ਤੱਕ, ਉਹ ਜਿਹੜੀਆਂ ਇਹ ਗੱਲਾਂ ਜਿਹੜੀਆਂ ਆਪਾਂ ਨੂੰ ਉਠਾਉਣੀਆਂ ਪੈਣੀਆਂ ਤਾਂ ਜਾ ਕੇ ਸੁਧਾਰ ਹੋਣਾ। ਨਹੀਂ ਤਾਂ ਕਿਸੇ ਤਰ੍ਹਾਂ ਵੀ ਏਦਾਂ ਮਾਸੂਮਾਂ ਦੇ ਨਾਲ ਜੋ ਕੁਛ ਵੀ ਹੁੰਦਾ ਆ ਉਹ ਅੱਗੇ ਵੀ ਹੁੰਦਾ ਰਿਹਾ ਤੇ ਗਾਂ ਵੀ ਹੁੰਦਾ ਰਹਿਣਾ। ਇਹ ਕੋਈ ਅੱਜ ਨਵੀਂ ਗੱਲ ਨਹੀਂ ਹੋਈ। ਸਿਸਟਮ ਜਿਹੜਾ ਉਹ ਚੇਂਜ ਕਰਾਉਣ ਦੀ ਲੋੜ ਆ, ਉਹਨਾਂ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ। ਥੈਂਕ ਯੂ ਵੈਰੀ ਮਚ ਤੁਹਾਡਾ ਪ੍ਰੋਗਰਾਮ ਦੇ। ਧੰਨਵਾਦ ਜੀ। ਕਿਉਂ ਦੇਖੋ ਤੁਸੀਂ ਇੱਕ ਆਪਣੇ ਸੋਚਣੀ ਤੋਂ ਬਾਹਰ ਦੀ ਗੱਲ ਕਰਦੇ ਹੋ। ਡਾਕਟਰ ਜੰਡੀ ਉਹਨਾਂ ਨੇ ਕਿੱਡੀ ਸੋਲਿਡ ਗੱਲ ਕੀਤੀ। ਉਹ ਕਹਿੰਦੇ ਇਹ ਕੀ ਕਹਾਣੀ ਹੈ ਵੀ ਤੁਸੀਂ ਡਬਲ ਰੂਪ ਦੇ ਵਿੱਚ ਤੁਸੀਂ ਡਬੇਟਾ ਜੋੜੀ ਫਿਰਦੇ ਹੋ। ਜੇ ਤੁਸੀਂ ਇਸਤਰੀਆਂ ਦੇ ਹੋਏ ਧੱਕੇ ਦੀ ਗੱਲ ਕਰਨੀ ਹੈ ਜਾਂ ਬੰਦਿਆਂ ਦੇ ਹੋਏ ਧੱਕੇ ਦੀ ਗੱਲ ਕਰਨੀ ਹੈ, ਫਿਰ ਬੰਦਾ ਕੋਈ ਹੋਵੇ, ਉਹਦੇ ਨਾਲ ਪਾਰਟੀ ਦਾ ਕੀ ਮਤਲਬ ਹੈ? ਫਿਰ ਕੋਈ ਹੈ ਜਿਹੜਾ ਲਿਬਰਲ ਪਾਰਟੀ 'ਚ ਲੜਨ ਵਾਲਾ ਹੈ, ਉਹ ਜੂਡੀ ਵਿਲਸਨ ਦੀ ਗੱਲ ਕਰੇ ਵੀ ਭਾਈ ਉਹਨਾਂ ਕੀ ਹੋਇਆ, ਇਹੋ ਜਿਹੇ ਸਿਸਟਮ ਨੂੰ ਅਸੀਂ ਸੁਧਾਰਨਾ ਜਾ ਕੇ, ਜਾਂ ਕੀ ਹੋ ਰਿਹਾ? ਡਿਫੈਂਸ ਮਿਨਿਸਟਰ ਨੂੰ ਕਹਿ ਰਿਹਾ ਅੰਬਰਸਮੈਨ ਵੀ ਇਹਨੂੰ ਮੈਂ ਦੱਸਿਆ 2018 ਤੋਂ ਹੁਣ ਪਤਾ ਲੱਗ ਗਿਆ, ਪ੍ਰਾਈਮ ਮਿਨਿਸਟਰ ਆਫਿਸ 'ਚ ਪਤਾ। ਉਹ ਇੰਟਰਨੈਸ਼ਨਲ ਮੂਵਮੈਂਟ ਦੇ ਨਹੀਂ ਹੈ ਜਿਹੜੀਆਂ ਜੈਸਿਕਾ ਮਿਲਰ ਵਰਗੀਆਂ ਕੁੜੀਆਂ ਬਾਹਰ ਆ ਕੇ ਦੱਸ ਰਹੀਆਂ ਵੀ ਸਾਡੇ ਨਾਲ ਹੋਇਆ ਕੀ ਹੈ। ਉਹਨਾਂ ਦੀ ਗੱਲ ਨਹੀਂ ਹੋਣੀ, ਕਿਉਂਕਿ ਵੀ ਹੁਣ ਵੀ ਆਪਾਂ ਪਾਰਟੀ ਜਿਹੜੀ ਗਵਰਨਿੰਗ ਹੈ ਤੇ ਉਹਦੇ ਵਿੱਚ ਸਾਡਾ ਦਾਖਲਾ ਹੋਊਗਾ। ਪਾਰਕਸ ਨੈਸ਼ਨਲ ਆ ਕੇ ਗੱਲਬਾਤ ਚਲਾਵਾਂਗੇ ਆਪਾਂ। ਸਰਕਾਰੇ ਖਾਲਸਾ ਤੋਂ ਬਾਅਦ ਦੇ ਪੰਜਾਬ ਦੇ ਵਿੱਚ ਤੇ 1947 ਤੱਕ ਕੀ ਹੋਇਆ, ਨੈਸ਼ਨਲਿਜ਼ਮ ਕੀ ਹੈ, ਇਹ ਬਹੁਤ ਲੰਮਾ ਵਿਸ਼ਾ ਮੈਂ ਅੱਜ ਛੂਹਣਾ ਚਾਹੁੰਦਾ ਤੇ ਇਸ ਨੂੰ ਕੋਸ਼ਿਸ਼ ਕਰਾਂਗੇ ਜਿਹੜਾ ਫਿਨਿਸ਼ ਕਰਨ ਦੀ ਇੱਕ ਦੋ ਸੈਗਮੈਂਟਸ ਦੇ ਵਿੱਚ। ਅੱਜ ਮੈਂ ਇੱਕ ਵਿਸ਼ਾ ਜਿਹਦੇ ਤੇ ਮੈਂ ਆਪਣੀ ਜਿੰਨੀ ਕੁ ਆਪਣੇ ਹਿਸਾਬ ਦੇ ਨਾਲ ਉਹਨੂੰ ਕੋਸ਼ਿਸ਼ ਕੀਤੀ ਹੈ, ਤੁਸੀਂ ਵੀ ਬਹੁਤ ਸਿਆਣੇ ਬੈਠੇ ਹੋ ਮੇਰੇ ਨਾਲ, ਉਹ ਜਿਹੜਾ ਸ਼ਾਮਲ ਹੋਣਾ ਉਹ ਇਹ ਹੈ ਕਿ ਭਾਰਤ ਦੇ ਵਿੱਚ ਜਿਹੜਾ ਕੌਮਵਾਦ ਲਾ ਲਓ ਜਾਂ ਰਾਸ਼ਟਰ ਦੀ ਇੱਕ ਸੋਚ, ਜਿਹੜੀ ਨੇਸ਼ਨ ਸਟੇਟ ਦੀ ਸੋਚ, ਜਿਹੜੀ ਨੈਸ਼ਨਲਿਜ਼ਮ ਰਾਸ਼ਟਰਵਾਦ ਆ ਜਿਹੜਾ, ਉਹ ਕਿਹਨੇ ਸ਼ੁਰੂ ਕੀਤਾ, ਕਿਹਦਾ, ਤੇ ਉਹਦੇ ਚ ਮਾਈਨੋਰਿਟੀਜ਼ ਰਾਸ਼ਟਰਵਾਦ ਦਾ ਹਿੱਸੇਦਾਰ ਕਿਉਂ ਨਹੀਂ ਬਣਦੀ? ਉਹਨਾਂ ਨੂੰ ਜਾਂ ਕਿਉਂ ਨਹੀਂ ਜਿਹੜਾ ਉਹਨਾਂ ਨੂੰ ਕਿਉਂ ਨਹੀਂ ਐਕਸੈਪਟ ਕੀਤਾ ਜਾਂਦਾ ਜਦ ਉਹ ਦੇਸ਼ ਲਈ ਸਾਰਾ ਕੁਝ ਕੀਤਾ? ਜਦ ਕਿਤੇ ਉਹ ਹੱਕੀ ਮੰਗਾ ਮੰਗਦੇ ਆ ਤਾਂ ਉਹਨੂੰ ਫਿਰਕੂ, ਦੇਸ਼ ਦੀ ਅਖੰਡਤਾ ਨੂੰ ਖਤਰਾ ਤੇ ਦੇਸ਼ ਦੀ ਆਰਥਿਕਤਾ, ਦੇਸ਼ ਦੀ ਆਜ਼ਾਦੀ ਨੂੰ ਖਤਰਾ ਕਹਿ ਕੇ ਉਹਨਾਂ ਨੂੰ ਇਉਂ ਕਿ ਕੀਤਾ ਜਾਂਦਾ। ਉਹਨਾਂ ਤੋਂ ਜਿਹੜੀ ਬੇਗਾਨਗੀ ਆ ਜਿਹੜੀ, ਉਹ ਕਿਉਂ ਆ? ਇਹ ਸ਼ੁਰੂਆਤ ਇਹਦੇ ਸ਼ਬਦ ਕਿਵੇਂ ਬਣੇ, ਕਿੱਥੋਂ ਬਣਿਆ? ਰਾਸ਼ਟਰਵਾਦ ਦੀ ਗੱਲ ਜਿਹੜੀ ਨੈਸ਼ਨਲਿਜ਼ਮ ਹੈ ਜਿਹੜਾ ਕਿੱਥੋਂ ਹੋਇਆ? ਇੱਕ ਕੌਮ ਦਾ ਸਿਧਾਂਤ ਦਿੱਤਾ ਕਿਵੇਂ? ਉਸ ਭਾਰਤ ਦਾ ਸੱਭਿਆਚਾਰ, ਭਾਰਤ ਦਾ ਸਿਧਾਂਤ, ਭਾਰਤ ਦਾ ਧਰਮ, ਇਸ ਦੀਆਂ ਗੱਲਾਂ ਜਿਹੜੀਆਂ ਕੀ ਇਹ ਮਤਲਬ ਪਹਿਲੀਆਂ 16 ਜਾਂ 17 ਸਦੀਆਂ ਦੇ ਵਿੱਚ ਇਹ ਗੱਲ ਕ੍ਰੀਏਟ ਕਿਵੇਂ ਹੋਈ? ਸਾਰੇ ਜਦ ਇਕੱਠੇ ਰਹਿੰਦੇ ਉਸ ਧਰਤ ਤੇ ਬੰਦੇ, ਫਿਰ ਉਹ ਬਹੁ ਗਿਣਤੀ ਦੇ ਨਾਲ ਹੋਈ ਜਾਂ ਕੀ ਹੋਈ? ਇਸ ਤੇ ਕੁਝ ਔਰ ਨੈਸ਼ਨਲਿਜ਼ਮ ਜਿਹੜਾ ਉਹ ਸ਼ੁਰੂ ਕਿੱਥੋਂ ਹੋਇਆ? ਇਹ ਸ਼ਬਦ ਕਿੱਥੋਂ ਹੋਇਆ? ਅਸਲ ਜੇ ਇਹਦੀ ਗੱਲ ਕੀਤੀ ਜਾਵੇ, ਯੂਰਪ ਦੇ ਵਿੱਚ ਇਸ ਦੀ ਜੇ ਪੈੜ ਤੁਸੀਂ ਨੱਪਦੇ ਹੋ, ਯੂਰਪ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ 70-80 ਵਰ੍ਹੇ ਲੜਾਈ ਚੱਲੀ, ਉਹ ਡੱਚ ਤੇ ਸਪੈਨਿਸ਼, ਸਪੇਨ ਦੇ ਲੋਕ ਧਾਵਾ ਨੈਦਰਲੈਂਡ ਤੇ ਬੋਲਦੇ ਡੱਚ ਲੈਂਡ ਕਹਿੰਦੇ ਉਹਨੂੰ। ਖੂਨ ਬਹਿੰਦਾ, ਰਾਜੇ ਸੀ ਆਪਣੀਆਂ ਜਿਹੜੀਆਂ ਉਹ ਸਰਹੱਦਾਂ ਵਧਾਉਂਦੇ, ਲੜਾਈਆਂ ਕਰਦੇ, ਕੌਂਕਰ ਕਰਦੇ ਇੱਕ ਦੂਜੇ ਤੇ। ਜਦ ਨੁਕਸਾਨ ਹੁੰਦਾ, ਖੂਨ ਵਹਿੰਦਾ,
ਫਿਰ ਇਹਨਾਂ ਰਾਜਿਆਂ ਨੇ ਇੱਕ ਕਹਿੰਦੇ ਇਕੱਠ ਕੀਤਾ ਜਰਮਨੀ ਦੇ ਵਿੱਚ। ਇਸ 1648 ਦੀ ਇੱਕ ਟ੍ਰੀਟੀ ਐਕਸ਼ਨ ਦੀ ਆ, ਜਿਹਨੂੰ ਟ੍ਰੀਟੀ ਆਫ ਵੈਸਟਫੇਲੀਆ ਕਹਿੰਦੇ ਆ। ਉਹਦੇ ਚ 8 ਮਹੀਨੇ ਸਾਰਿਆਂ ਰਾਜਾਂ ਦੇ ਪ੍ਰਤੀਨਿਧ ਇਕੱਠੇ ਹੋਏ ਤੇ ਉੱਥੇ ਕੁਝ ਫਿਰ ਇਹਨਾਂ ਨੇ ਗੱਲਾਂ ਸੈੱਟ ਕੀਤੀਆਂ ਵੀ ਮਰਨ ਮਾਰਨ ਨਾਲੋਂ ਆਪਣੀਆਂ ਜਿਹੜਾ ਧਰਮ ਦੇ ਨਾਂ ਤੇ ਤਾਂ ਖੈਰ ਹੁੰਦਾ ਹੀ ਹੋਇਆ, ਕ੍ਰਿਸਚੀਅਨਟੀ ਤੇ ਮੁਸਲਮ ਧਰਮ ਜਿਹੜਾ ਇਸ ਦੇ ਵਿੱਚ ਇੱਕ ਦੂਜੇ ਨੂੰ ਵਧਾਉਣ ਲਈ, ਇੱਕ ਦੂਜੇ ਨੂੰ ਖਤਮ ਕਰਨ ਲਈ ਜਿਹੜਾ ਬਹੁਤ ਕੁਝ ਹੋਇਆ ਹੈ। ਇਹ ਸੈਗਮੈਂਟਸ ਕਰਨ ਤੋਂ ਬਾਅਦ ਮੈਂ ਅਫਰੀਕਾ ਦੇ ਵਿੱਚ ਯੂਰਪ ਦੀ ਨੇ ਜਿਹੜੀ ਇਨਵੈਜ਼ਨ ਕੀਤੀ ਹੈ ਬੈਲਜੀਅਮ ਦੇ ਰਾਜੇ ਨੇ, ਕਿਵੇਂ ਕੋਂਗੋ ਦੇ ਵਿੱਚ ਲੱਖਾਂ ਹੀ ਬੰਦਾ ਜਿਹੜਾ ਉਹ ਕਿਵੇਂ ਮਾਰਿਆ, ਤੇ ਇਹਨਾਂ ਦੀ ਪੋਸ਼ਾਕਾਂ, ਇਹਨਾਂ ਦੀਆਂ ਬੱਗੀਆਂ, ਇਹਨਾਂ ਦੇ ਛਾਤੀ ਤੇ ਲੱਗੇ ਤਮਗੇ ਦੇਖ ਕੇ ਸਾਨੂੰ ਇਹ ਤਾਂ ਯਾਰ ਬਹੁਤ ਸਾਊ ਕੌਮ। ਲਿਓਪੋਲਡ II ਜਿਹੜਾ ਬੈਲਜੀਅਮ ਦਾ ਰਾਜਾ ਸੀ, ਉਹਨੇ ਕੋਂਗੋ ਦੇ ਵਿੱਚ ਕਿਹੜੀ ਜ਼ੁਲਮ ਕਿੰਨਾ ਜਿਹੜਾ ਕੀਤਾ। ਇਹਦੇ ਤੇ ਅਗਲੀ ਗੱਲ ਜਿਹੜਾ ਇਨਵੇਜ਼ਨ, ਕਿਉਂਕਿ ਸ਼ੁਰੂ ਉੱਥੋਂ ਹੈ, ਜਦੋਂ ਇਨਵੇਡ ਕਰਨ ਲੱਗੇ ਮੰਡੀਆਂ ਦੇ ਲਈ ਜਦ ਨਿਕਲੇ ਕੋਲੰਬਸ ਤੇ ਵਾਸਕੋ ਡਾਮਾ ਪੁਰਤਗਾਲ ਦੇ ਵਿੱਚ, ਪੁਰਤਗਾਲ ਦੀ ਜਿਹੜੀ ਉੱਥੇ ਜਿਹੜਾ ਸਲੇਵਸ ਦੇ ਨਾਲ ਜਿਹੜਾ ਕੁਝ ਹੋਇਆ ਉਹ ਇੱਕ ਕਹਾਣੀ ਹੈ। ਆਪਾਂ ਅੱਗੇ ਚੱਲਾਂਗੇ, ਪਹਿਲਾਂ ਮੈਂ ਇਹਦੇ ਤੇ ਆਪਾਂ ਅੱਜ ਕੇਂਦਰਿਤ ਰਹੀਏ, ਤੁਸੀਂ ਵੀ ਸ਼ਾਮਲ ਹੋਣਾ। ਸੋ ਵੈਸਟਫੇਲੀਆ ਦੀ ਟ੍ਰੀਟੀ ਦੇ ਵਿੱਚ ਇਹਨਾਂ ਨੇ ਸਹੀ ਕਰ ਦਿੱਤੀਆਂ ਗੱਲਾਂ ਵੀ ਭਾਈ ਇਨਵੇਡ ਨਹੀਂ ਇੱਕ ਦੂਜੇ ਨੂੰ ਕਰਨਾ, ਆਪਣੀਆਂ ਸਰਹੱਦਾਂ 'ਚ ਰਹਿਣਾ ਤੇ ਅਧਿਕਾਰ ਜਿਹੜੇ ਦੇਣੇ ਨੇ, ਜੇ ਕੋਈ ਵੀ ਫਰੀडम ਆਫ ਐਕਸਪ੍ਰੈਸ਼ਨ ਤੇ ਸਪੀਚ ਉਹ ਕਰ ਸਕਦਾ, ਆਪਣੀ ਗੱਲ ਕਰ ਸਕਦਾ, ਪਰ ਉਹ ਇਸ ਤਰ੍ਹਾਂ ਨਹੀਂ ਦਿੱਤਾ ਵੀ ਇੱਕ ਦੇਸ਼ 'ਚ 10 ਭਾਸ਼ਾਵਾਂ ਬੋਲਣ ਵਾਲੇ ਬੰਦੇ 10 ਗੱਲ ਕਰਨਗੇ। ਇੱਕ ਦੇਸ਼ ਨੂੰ ਦਿੱਤਾ, ਉੱਥੋਂ ਹੀ ਸੰਯੁਕਤ ਰਾਸ਼ਟਰ ਜੇ ਤੇ ਬਹੁ ਯੂਰਪ ਦੀ ਕਹਾਣੀ ਉੱਥੋਂ ਹੁੰਦੀ ਹੈ। ਸੋ ਇਹ ਜੇ ਨੈਸ਼ਨਲਿਜ਼ਮ ਨੂੰ ਸਮਝਣਾ, ਯੂਰਪ ਦੇ ਵਿੱਚ ਟ੍ਰੀਟੀ ਆਫ ਵੈਸਟਫੇਲੀਆ ਜਿਹੜੀ ਜਰਮਨੀ ਦੇ ਵਿੱਚ ਹੋਈ 1648 ਦੇ ਵਿੱਚ, ਉੱਥੋਂ ਇਹ ਕਹਾਣੀ ਹੋਈ ਜਿਹੜਾ ਮਾਰ ਧਾੜ ਬੰਦ ਕਰਕੇ ਆਪਣੀਆਂ ਸਰਹੱਦਾਂ 'ਚ ਰਹਿਣਾ ਤੇ ਉਹਦੇ ਕੁਝ ਨੋਰਮਸ ਬਣਾ ਲਏ ਵੀ ਆਹ ਹੋਊਗਾ। ਪਹਿਲਾਂ ਵੀ ਸੀ, ਪਹਿਲਾਂ ਇਹ ਸੀ ਵੀ ਜਦ ਜੀ ਕਰਦਾ ਹੀ ਫੌਜਾਂ ਚਾੜਦੇ, ਕੋਈ ਕਿਤੇ ਨੂੰ ਚਾੜ ਲੈਂਦਾ। ਕਦੇ ਰੋਮਨ ਅੰਪਾਇਰ ਦਾ ਜਿਹੜਾ ਉਹਨਾਂ ਦੇ ਧਰਮ ਦੇ ਨਾਂ ਤੇ ਰੋਮਨ ਅੰਪਾਇਰ ਦਾ ਵੀ ਅੰਤ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਹੋਇਆ। ਪਰ 80 ਵਰ੍ਹੇ ਚੱਲੀ ਲੜਾਈ ਜਿਹੜੀ ਸਪੇਨ ਤੇ ਡੱਚਲੈਂਡ ਦੀ ਸੀ, ਉਹ ਬਹੁਤ ਘਾਤਕ ਸੀ। ਉਹਦੇ ਬਾਅਦ ਉਹ ਕਹਿੰਦੇ ਵੀ ਬਹੁਤ ਮਰਲੇ ਹੁਣ ਯਾਰ ਰਹਿਣ ਦੇ। ਇਹਦੇ ਦੌਰਾਨ ਹੀ ਭਾਰਤ ਦਾ ਪੰਜਾਬ ਦਾ ਇਤਿਹਾਸ ਤੁਹਾਨੂੰ ਮੈਂ ਆਪਾਂ ਸੁਣਾ ਹੀ ਰਹੇ ਹਾਂ ਵੀ ਇਨਵੇਡ ਕਿਵੇਂ ਹੋਇਆ। ਪੂਰਬ ਈਸਾ ਪੂਰਵ ਤੋਂ 3 ਸਦੀਆਂ ਪਹਿਲਾਂ, 300 ਸਾਲ ਪਹਿਲਾਂ ਕੋਈ ਕਿਵੇਂ ਮਿਸਰ ਵਾਲੇ ਗਏ ਨੇ, ਕਿਵੇਂ ਕਿਹੜੇ ਗਏ ਨੇ, ਇੱਕ ਨੇ ਨਹੀਂ ਇਨਵੇਡ ਕੀਤਾ ਉਸ ਧਰਤੀ ਨੂੰ, ਉਸ ਕੰਟੀਨੈਂਟ ਨੂੰ ਨਾ। ਉਹਦਾ ਚਲੋ ਬਾਅਦ ਦੀਆਂ ਗੱਲਾਂ ਕਿਵੇਂ ਪਿਆ, ਕਿਹੜੇ ਗਏ ਨੇ। ਪੰਜਾਬ ਦੇ ਵਿੱਚ ਬੁੱਧ ਧਰਮ ਤੋਂ ਪਹਿਲਾਂ ਸ਼ੁਰੂ ਦੇ ਜਿਹੜੇ ਹਮਲੇ ਉਹਨਾਂ ਦੇ ਵਿੱਚ ਹੋਏ ਨੇ ਤੇ ਇੱਕ ਨਹੀਂ ਹੋਇਆ। ਮਤਲਬ ਜਿਹੜੀ ਰਸਤਾ ਜਿਹੜਾ ਆਪਣਾ ਹੀ ਸੀ, ਹੋਰ ਕਿਸੇ ਪਾਸੇ ਇਨਵੇਡ ਨਹੀਂ ਹੋਇਆ। ਮੁੱਢਲੇ ਵਸਨੀਕਾਂ ਦੀ ਗੱਲ ਹੈ। ਆਰੀਅਨਸ ਨੇ ਇਹ ਗੱਲ ਕਹੀ ਕਿ ਜਿਵੇਂ ਆਰੀਅਨ ਉਹਨਾਂ ਦੇ ਘਰਾਣੇ ਜਿਹੜੇ ਸੂਰਜਵੰਸ਼ੀ, ਚੰਦਰਵੰਸ਼ੀ, ਉਹਨਾਂ ਦੇ ਵਿੱਚੋਂ ਹੀ ਲੋਕ ਆਪਣੇ ਆਪ ਨੂੰ ਸਮਝਣ ਲੱਗੇ। ਤੇ ਈਰਾਨ ਦੇ ਪਵਿੱਤਰ ਇੱਕ ਗ੍ਰੰਥ ਆ ਜਨਵੇਸ਼ਟਾ, ਉਹਦੇ ਵਿੱਚ ਵੀ ਆਰੀਆ ਜਾਤੀ ਦੀ ਗੱਲ ਤੇ ਭਾਰਤ ਦੇ ਇਸ ਖਿੱਤੇ ਦੇ ਵਿੱਚ ਤੇ ਤੁਹਾਨੂੰ ਮੈਂ ਦੱਸਿਆ ਸੀ ਵੀ ਉਹਨਾਂ ਦੀ ਬੋਲੀ ਤੇ ਵਿੱਚ ਸੱਤੇ ਜਿਹੜਾ ਦਰਿਆ ਜਿਹੜੇ ਨੇ ਉਹਨਾਂ ਦੀ ਗੱਲ, ਮਿਸਰ ਦੀ, ਅਸੀਰੀਆ ਦੀ, ਮੈਂ ਤੁਹਾਨੂੰ ਉਹ ਦੱਸ ਕੇ ਹਟਿਆ ਹਾਲੇ ਪਰਸ। ਚਲੋ ਹੁਣ ਆਪਾਂ ਚੱਲਦੇ ਹਾਂ ਵੀ ਜਦ ਈਸਟ ਇੰਡੀਆ ਕੰਪਨੀ ਜਾਂਦੀ ਹੈ, ਈਸਟ ਇੰਡੀਆ ਕੰਪਨੀ ਪਹੁੰਚਦੀ ਹੈ ਤਾਂ ਉਹ ਬੰਗਾਲ ਦੇ ਵਿੱਚ ਜਦ ਪਹੁੰਚ ਰਿਹਾ 1757 ਦੀ ਜਿਹੜੀ ਪਲਾਸੀ ਦੀ ਲੜਾਈ ਹੈ, ਉਸ ਪਲਾਸੀ ਦੀ ਲੜਾਈ 'ਚ ਸਿਰਾਜ ਉਦ ਦੌਲਾ ਨੂੰ ਜਦ ਹਰਾਇਆ ਜਾਂਦਾ ਹੈ, ਕਹਿੰਦੇ ਜਦ ਪਹਿਲਾਂ ਈਸਟ ਇੰਡੀਆ ਦੀ ਕੰਪਨੀ ਦੇ ਬੰਦੇ ਗਏ ਆ ਤਾਂ 2025 ਕਸੌਂ ਸੀ। ਉਹਨਾਂ ਦਾ ਉਸ ਸਮੇਂ ਸਵਰਨ ਜਾਤੀ ਨੇ ਉੱਥੇ ਦੀ ਨੇ ਜਿਹੜੀ ਬੰਗਾਲ ਦੀ ਜਿਹੜੀ ਕਿਹਾ ਜਾਂਦਾ ਨਾਰਥ ਚੋਂ ਹੀ ਗਏ ਨੇ। ਉੱਥੇ ਦੇ ਤਾਂ ਜਿਹੜੇ ਮੇਨ ਬਸਿੰਦੇ ਨੇ ਭੀਲ ਨੇ, ਵੈਸ਼ ਨੇ,
ਤੇ ਉਹ ਨੇ। ਪਰ ਜਿਹੜੇ ਉੱਥੇ ਸਵਰਨ ਜਾਤੀ ਦੇ ਲੋਕਾਂ ਨੂੰ ਕਿਹਾ ਜਾਂਦਾ ਜਾਂ ਬ੍ਰਾਹਮਣ ਨੂੰ ਜਿਹੜਾ ਕਿਹਾ ਜਾਂਦਾ ਉਹ ਨਾਰਥ ਦੇ ਪਾਸਿਓਂ ਗਿਆ। ਅਸੀਂ ਅੱਜ ਇਸ ਨੂੰ ਸਾਇੰਟੀਫਿਕਲੀ ਸਮਝਣ ਦੀ ਗੱਲ ਹੈ ਵੀ ਜਹੀਨ ਲੋਕ, ਦਿਮਾਗ ਦੀ ਵਰਤਣ ਵਾਲੇ ਲੋਕ ਅਸਲ ਕਿੱਥੇ ਖੜੇ ਨੇ। ਇਹਦੇ ਵਿੱਚੋਂ ਇੱਕ ਬਹੁਤ ਵੱਡਾ ਲੈਸਨ, ਇੱਕ ਸੁਨੇਹਾ ਆਪਾਂ ਨੂੰ ਆਊਗਾ। ਜਿਹੜਾ ਇੱਕ ਰੰਗ ਹੀ ਅਸੀਂ ਰੱਖਦੇ ਹਾਂ ਨਾ ਮੋਢੇ ਤੇ ਡਾਂਗ ਵਾਲਾ, ਉਹ ਰੰਗ ਜਿਹੜਾ ਹੈ ਉਹ ਹਰ ਵਕਤ ਨਹੀਂ ਕੰਮ ਆਉਂਦਾ। ਮੈਂ ਇਹ ਜਿਹੜੀ ਤੁਹਾਡੇ ਸੈਗਮੈਂਟ ਮੈਂ ਤੁਹਾਡੇ ਲਈ ਕਰਨੀ ਹੈ, ਇਹ ਸੁਣਿਓ ਸੀ। 1757 ਦੇ ਵਿੱਚ ਪਲਾਸੀ ਦੀ ਲੜਾਈ ਸਿਰਾਜ-ਉਦ-ਦੌਲਾ ਨੂੰ ਜਿੱਤਣ ਦੇ ਲਈ ਈਸਟ ਇੰਡੀਆ ਕੰਪਨੀ ਦਾ ਉਸ ਸਮੇਂ ਦੇ ਜਿਹੜੇ ਨਾਰਥ ਦੇ ਵਿੱਚੋਂ ਆਪਣੇ ਗਏ ਹੋਏ ਲੋਕ, ਉਹਨਾਂ ਨੇ ਵੀ ਸਾਥ ਦਿੱਤਾ, ਜਿਹੜੇ ਮੇਨ ਬਿਜ਼ਨਸ ਕਰਦੇ ਸੀ। ਅੱਛਾ, ਉਹ ਜਿਹੜੇ ਹੁਣ ਸਵਰਨ ਜਾਤੀ ਦੇ ਬੰਦੇ ਸੀ, ਓਬਵੀਅਸਲੀ ਜਦ ਉਹਨਾਂ ਨੇ ਅੰਗਰੇਜ਼ ਦੇ ਨਾਲ, ਇਹ ਪਿਰਤ ਗੋਰੇ ਤੋਂ ਪਹਿਲਾਂ ਵੀ ਸੀ। ਜੇ ਤੁਸੀਂ ਉਸ, ਕਿਉਂਕਿ ਇਸ ਨੂੰ ਸੰਸਕ੍ਰਿਤੀ ਦੇ ਆਧਾਰ ਤੇ ਵੇਦਾਂ ਤੇ ਉਪਨਿਸ਼ਦਾਂ ਦਾ ਮੇਨ ਧਰਮ ਰੱਖ ਕੇ ਉਹਦੇ ਵਿੱਚ ਹੀ, ਜੇ ਤੁਸੀਂ ਮੁਗਲਾਂ ਦੇ ਰਾਜ ਦੀ ਗੱਲ ਕਰਦੇ ਹੋ, ਗੁਰੂ ਸਾਹਿਬ ਦੇ ਵੇਲੇ ਵੀ ਗੱਲ ਕਰਦੇ ਹੋ, ਜੇ ਸੁੱਚੇ ਨੰਦ ਦੀ ਗੱਲ ਕਰਦੇ ਹੋ, ਚੰਦੂ ਦੀ ਗੱਲ ਕਰਦੇ ਹੋ, ਮਤਲਬ ਬੇਸਿਕਲੀ ਜਿਹੜੇ ਮੁਗਲ ਜਿੰਨੇ ਰਾਜੇ ਹੋਏ ਨੇ ਉਹਨਾਂ ਦੇ ਦੀਵਾਨ ਜਿਹੜੇ ਨੇ ਉਹ ਉਸ ਸਮੇਂ ਦੇ ਸਵਰਨ ਜਾਤੀ ਲੋਕ ਜਦ ਵੀ ਰਹੇ। ਸੋ ਜਦ ਉਹ ਜਿਵੇਂ ਮੰਨ ਲਓ ਬਾਹਰਲਾ ਬੰਦਾ ਤੁਹਾਡੇ ਪਿੰਡ 'ਚ ਕੋਈ ਆਉਂਦਾ, ਪਿੰਡ 'ਚ ਆਉਣ ਵਾਲੇ ਬੰਦਾ ਕੋਈ ਅੰਗਰੇਜ਼ੀ ਬੋਲਣ ਵਾਲਾ ਆ ਗਿਆ, ਸੇ ਹੁਣ ਪਿੰਡ ਵਾਲੇ ਕਿਹਨੂੰ ਲਿਆਉਣਗੇ? ਉਹ ਕਹਿੰਦੇ ਲਿਆਓ ਯਾਰ ਫਲਾਣੇ ਨੂੰ ਅੰਗਰੇਜ਼ੀ 'ਚ ਗੱਲ ਕਰੇ। ਉਹ 30 ਸਾਲ ਪਹਿਲਾਂ ਵਿਆਹ ਜਨ ਚੜ੍ਹਦੇ ਸੀ, ਤਾਈ ਦੀਆਂ ਗੰਢਾਂ ਦੇਣ ਵਾਲਾ ਇੱਕ ਅੱਧਾ ਹੀ ਹੁੰਦਾ ਸੀ, ਉਹਨੂੰ ਸੱਜਰੇ ਲਿਆਉਂਦੇ ਸਵੇਰੇ, ਆਈ ਯਾਰ ਤਾਈ ਦੀ ਗੰਢ ਦੇ, ਜਦ ਆਪਾਂ ਮਾਡਰਨਿਜ਼ਮ ਵੱਲ ਨੂੰ ਗਏ। ਸੋ ਇਹ ਜਦ ਸਿਰਾਜ-ਉਦ-ਦੌਲਾ ਨੂੰ ਹਾਰਨ ਤੋਂ ਬਾਅਦ ਪੈਰ ਲਾਏ ਈਸਟ ਇੰਡੀਆ ਕੰਪਨੀ ਨੇ, ਉਹਨਾਂ ਦੇ ਨਾਲ ਉੱਥੋਂ ਦੇ ਜਿਹਨੂੰ ਸੋ ਕਾਲਡ ਐਲੀਟ ਕਿਹਾ ਜਾਂਦਾ, ਬੰਗਾਲ ਦੇ ਵਿੱਚ ਉਹਨਾਂ ਨੂੰ ਭੱਦਰ ਪੁਰਸ਼ ਕਹਿੰਦੇ ਨੇ। ਜਦੋਂ ਆਮ ਗੱਲ ਕਰਨਗੇ ਵਰਕਰ ਤੇ ਨਾ ਹੱਦ ਦਾਦਾ ਭੱਦਰ ਪੁਰਸ਼, ਇਉਂ ਕਹਿੰਦੇ ਨੇ ਵੀ ਆਹ ਭੱਦਰ ਪੁਰਸ਼ ਹੈ, ਕੰਮ ਵਾਲੇ ਬੰਦੇ ਦੀ ਗੱਲ ਨਹੀਂ ਕਰਦੇ। ਉੱਥੇ ਹੁਣ ਬਹੁਤ ਚੱਲ ਰਿਹਾ ਬਰਾਬਰਤਾ ਦੀ ਗੱਲ। ਬਰਾਬਰਤਾ ਵਾਲੇ ਗਰੀਬ ਤਾਂ 98, 92, 97% ਹੈ, 3% ਬੰਦੇ ਰੂਲ ਕਰਦੇ ਆ। ਸੋ ਇਹਨਾਂ ਦੇ ਲਈ ਜਦ ਗੋਰਿਆਂ ਨੂੰ ਇਹਨਾਂ ਤੇ ਇੰਟਰਸਟ ਹੋਇਆ ਇਹਨਾਂ ਦੇ ਨਾਲ, ਵੀ ਯਾਰ ਆਹ ਬੰਦੇ ਜਿਨ੍ਹਾਂ ਨੇ ਸਾਡਾ ਕੰਮ ਸਾਡੇ ਨਾਲ ਸਾਥ ਦਿੱਤਾ, ਇਹਨਾਂ ਨੂੰ ਨਾਲ ਰੱਖਣਾ ਪੈਣਾ, ਤਾਂ ਉਹਨਾਂ ਦੇ ਨਾਲ ਉਹਨਾਂ ਦੇ ਇਕੱਠਾਂ ਦੇ ਵਿੱਚ ਜਦ ਇਹਨਾਂ ਨੂੰ ਲੋਕਾਂ ਨੂੰ ਇਨਵਾਈਟ ਕਰਦੇ ਰਹੇ ਉਹ ਸ਼ਾਹੀ ਮਹਿਫਲਾਂ 'ਚ, ਫਿਰ ਉਹਨਾਂ ਨੇ ਦੇਖਿਆ ਵੀ ਇਹਨਾਂ ਤੇ ਜੇ ਲੌਂਗ ਟਰਮ ਜੇ ਇਸ ਖਿੱਤੇ ਤੇ ਰਾਜ ਕਰਨਾ ਜਾਂ ਸਾਰੇ ਦੇਸ਼ 'ਚ ਜਾਣਾ ਹੈ, ਕੰਟੀਨੈਂਟ ਦੇ ਵਿੱਚ ਸਬ ਕੰਟੀਨੈਂਟ 'ਚ ਜਾਣਾ ਹੈ, ਤਾਂ ਇਹਨਾਂ ਨੂੰ ਪੜ੍ਹਾਉਣਾ ਪੈਣਾ, ਇਹਨਾਂ ਦੇ ਧਰਮ ਦੀ ਜਿਹੜੀ ਹੈ ਜਾਣਕਾਰੀ ਲੈਣੀ ਪੈਣੀ। 1818 ਦੇ ਵਿੱਚ ਕਹਿੰਦੇ ਪਹਿਲਾ ਕਾਲਜ ਖੁੱਲਿਆ ਜਿਹੜਾ ਕਲਕੱਤੇ ਦੇ ਵਿੱਚ, ਜਿਹਨੂੰ ਪ੍ਰੈਜ਼ੀਡੈਂਟ ਕਾਲਜ ਕਹਿੰਦੇ, ਜਿਹਦਾ ਬਾਅਦ 'ਚ ਨਾਮ ਹਿੰਦੂ ਕਾਲਜ ਹੋਇਆ। ਉਹਦੇ 'ਚ 34 ਸਾਲ ਪਹਿਲੇ 34 ਸਾਲ ਸਵਰਨ ਜਾਤੀ ਦੇ ਬੰਦੇ ਤੋਂ ਬਿਨਾਂ ਐਡਮਿਸ਼ਨ ਨਹੀਂ ਹੋਈ। ਪਹਿਲੇ 34 ਜਿਹੜੇ ਗ੍ਰੈਜੂਏਟ ਜਾਂ 14 ਸਾਲ ਤੋਂ ਪਹਿਲਾਂ ਗ੍ਰੈਜੂਏਟ ਨਿਕਲਿਆ, ਅਗਲੇ 20 ਸਾਲ ਮਤਲਬ 1818 ਤੇ 28 ਤੇ 32 ਤੋਂ ਬਾਅਦ ਅਗਲੇ ਤੱਕ ਸਿਰਫ ਉਹੀ ਬੰਦੇ, ਇਸਤਰੀ ਦਾ ਮਤਲਬ ਇਹ ਨਹੀਂ ਕੋਈ। ਤਾਂ ਉਹ ਉੱਥੇ ਹੀ ਰਾਜਾ ਰਾਮ ਮੋਹਨ ਰਾਏ ਬ੍ਰਹਮੋ ਸਮਾਜ ਵਾਲੇ, ਤੁਸੀਂ ਦੇਖਿਓ ਵਿਵੇਕਾਨੰਦ ਤੋਂ ਲੈ ਕੇ ਟੈਗੋਰ ਤੋਂ ਲੈ ਕੇ ਅਰਵਿੰਦੋ ਘੋਸ਼ ਤੱਕ, ਜਿਹੜਾ ਸਭ ਤੋਂ ਵੱਡੀ ਗੱਲ ਤੁਹਾਡੇ ਗਦਰੀ ਬਾਬਿਆਂ ਦੇ ਇਤਿਹਾਸ ਦੇ ਵਿੱਚ ਚੀਜ਼ਾਂ ਸੈੱਟ ਹੋਈਆਂ ਨਾ, ਇਹ ਗਦਰੀ ਬਾਬਿਆਂ ਨੂੰ ਕਿਸ ਤਰ੍ਹਾਂ ਧਰਮ ਤੋਂ ਪਰਾਂ ਕਰਕੇ ਉਹਨਾਂ ਨੂੰ ਦਿਖਾਇਆ ਜਾਵੇ ਨਾ, ਉਹਨਾਂ ਨਾਲ ਇਹ ਤਾਂ ਦੇਸ਼ ਭਗਤ ਸੀ। ਉਹਦਾ ਕਾਰਨ ਉਹ ਅਨਪੜ੍ਹ ਬਾਬੇ ਆਪਣੇ ਇਹਨਾਂ ਦੇਸ਼ਾਂ 'ਚ ਆਏ, ਇਹਨਾਂ ਦੇਸ਼ਾਂ 'ਚੋਂ ਮੁੜ ਗਏ, ਜਿਹੜੀ ਕੁਛ ਉੱਥੇ ਚੀਜ਼ ਚੱਲਦੀ ਸੀ ਉਹਨੂੰ ਅਡਾਪਟ ਕਰ ਲਿਆ। ਕਹਿੰਦੇ ਫਿਰ ਗੋਰਿਆਂ ਨੇ ਆਪਣੇ ਸਕਾਲਰਾਂ ਦੇ ਰਾਹੀਂ ਧਾਰਮਿਕ ਗ੍ਰੰਥ ਦੀ ਜਿਹੜੀ ਟ੍ਰਾਂਸਲੇਸ਼ਨ ਕਰਾਈ, ਜਿਸ 'ਚ ਰਮਾਇਣ ਦੀ ਵੀ ਤੇ ਉਸ ਤੋਂ ਬਾਅਦ ਗੀਤਾ ਦੀ ਵੀ। ਆਪਣਾ ਤਾਂ ਇਹ ਸੁਧਾਰ ਗੁਰਦੁਆਰਾ ਸੁਧਾਰ ਲਹਿਰ ਦੇ ਨੇੜੇ ਜਾ ਕੇ ਟਰੰਪ ਤੋਂ ਬਾਅਦ ਕਨਿੰਗਮ ਤੋਂ ਬਾਅਦ ਮਕਾਲਫ ਦੇ ਰਾਹੀਂ ਜਦ ਕਾਨ ਸਿੰਘ ਨਾਭਾ ਹੋਣਾ ਨੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨੇ, ਉਹ ਤਾਂ ਬਹੁਤ ਚਿਰ ਬਾਅਦ ਇੱਕ ਰਿਟਾਇਰਡ ਕਰਨਲ ਤੋਂ ਜ਼ਿਆਦਾ ਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ ਤਰਜਮੇ ਜਿਹੜੇ ਕਰਾਏ। ਅੱਛਾ, ਉਸ ਤੋਂ ਬਾਅਦ ਜਦ
1757 ਤੋਂ 1857 ਦਾ 100 ਸਾਲ ਦੇ ਸਮੇਂ ਤੱਕ ਜਦੋਂ ਬਦਲ ਦੀਆਂ ਗੱਲਾਂ ਹੁੰਦੀਆਂ, ਇਹਨਾਂ ਨੇ ਫਰਟਾਈਲ ਕੀਤਾ ਸਵਰਨ ਜਾਤੀ ਦੇ ਲੋਕ ਜਿਹੜੇ ਬੰਗਾਲ ਦੇ ਵਿੱਚ ਸੀ, ਉਹ ਗੋਰੇ ਦੇ ਨਾਲ ਰਹੇ। ਪੰਜਾਬ ਦੇ ਵਿੱਚ ਕਦ ਆਉਂਦੇ ਨੇ ਬੱਦਰ ਲੋਕ? ਜਦ 1839 ਦੇ ਵਿੱਚ ਸ਼ੇਰੇ ਪੰਜਾਬ ਦਾ ਰਾਜ ਮੁੱਕਦਾ, ਤਾਂ ਸਭ ਤੋਂ ਪਹਿਲੀ ਧਾੜ ਜਦ ਗੋਰੇ ਨੇ 49 ਚ ਲੈ ਕੇ ਆਂਦੀ, ਤਾਂ 2000 ਤੋਂ 2500 ਬੰਦੇ ਕਰੀਬ ਦੇ ਬੰਗਾਲੀ ਜਿਹੜੇ ਪੜ੍ਹੇ ਲਿਖੇ ਲੋਕ, ਤੁਸੀਂ ਇਹ ਸੋਚ ਸਕਦੇ ਹੋ ਵੀ ਜਿੱਥੇ ਸ਼ਬਦ ਨਾ ਕਿਸੇ ਨੂੰ ਆਉਂਦਾ ਹੋਵੇ, ਉਸ ਖਿੱਤੇ 'ਚ ਇੱਕ ਕਾਲਜ ਬਣਿਆ ਹੋਵੇ, ਕਾਲਜ ਦੇ ਵਿੱਚੋਂ ਜ਼ਹੀਨ ਬੰਦੇ ਪੈਦਾ ਕਰਕੇ ਲਿਆਂਦੇ ਹੋਣ ਇੱਕ ਉਸ ਦੇਸ਼ ਦੇ ਵਿੱਚ, ਉਸ ਸਰਕਾਰੇ ਖਾਲਸਾ ਦੇ ਵਿੱਚ ਜਿੱਥੇ 90% ਬੰਦੇ ਦਰਖਾਸਤ ਲਿਖ ਸਕਦੇ ਸੀ, ਤੇ ਉਸ ਨੂੰ ਲਿਆ ਕੇ ਉੱਥੇ ਜਦ ਉਹਨਾਂ ਨੂੰ ਲਿਆਂਦਾ, ਕਿਉਂਕਿ ਉਹੀ ਉਹਨਾਂ ਦੇ ਮੁਨਸ਼ੀ ਸੀ, ਉਹੀ ਉਹਨਾਂ ਦੇ ਅਫਸਰ ਸੀ, ਉਹੀ ਉਹਨਾਂ ਦੇ ਪਟਵਾਰੀ ਸੀ, ਉਹੀ ਉਹਨਾਂ ਦੇ ਤਹਿਸੀਲਦਾਰ ਸੀ। ਫਿਰ ਉਹਨਾਂ ਨੇ ਪੁੱਠਾ ਜਿਹੜਾ ਉਹ ਚਾੜਿਆ ਆਪਣੇ ਹਿਸਾਬ ਦੇ ਨਾਲ। ਉਹਨਾਂ ਨੇ ਪੰਜਾਬ ਦੀ ਸੱਭਿਆਚਾਰ ਨੂੰ, ਪੰਜਾਬ ਦੇ ਜਿਹੜੀ ਪੜ੍ਹਾਈ ਨੂੰ, ਫਿਰ ਉਹਨਾਂ ਦੇ ਰਾਹੀਂ ਜਿਹੜਾ ਬਦਲਿਆ ਗਿਆ। ਜਦ ਉੱਥੇ ਗੋਰਿਆਂ ਨੇ ਰਾਜ ਕੀਤਾ, ਗੋਰਿਆਂ ਦੇ ਨਾਲ ਫਿਰਦੇ ਫਿਰਦੇ ਇਹ ਜਿਹੜੇ ਅਲੀਟ ਸੀ, ਉਹਨਾਂ ਦੇ ਦਿਮਾਗ 'ਚ ਆਇਆ ਯਾਰ ਆਪਾਂ ਵੀ ਇਹਨਾਂ ਵਾਂਗੂ ਰਾਜ ਕਰ ਹੀ ਸਕਦੇ ਹਾਂ। ਜਦ ਇਹ ਥੋੜੇ ਜਿਹੇ ਆ ਕੇ ਇਹਨਾਂ ਨੇ ਇਹਦੇ 'ਚ ਰਾਜ ਕਰਤਾ, ਤਾਂ ਉੱਥੋਂ ਇੱਕ ਸੋਚ ਜਿਹੜੀ ਸ਼ੁਰੂ ਹੋਈ ਕਿ ਦੇਸ਼ ਨੂੰ ਆਜ਼ਾਦ ਕਰਾਉਣਾ। ਦੇਸ਼ ਨੂੰ ਆਜ਼ਾਦ ਕਰਾਉਣ ਦੀ ਬ੍ਰਹਮੋ ਸਮਾਜ ਵਾਲਿਆਂ ਦੀ, ਮਤਲਬ ਜਿਵੇਂ ਤੁਹਾਨੂੰ ਦੱਸ ਕੇ ਹਟਿਆ, ਪਰ ਉਹਦੀ ਸ਼ੁਰੂਆਤ ਜਦ ਹੋਈ, ਉਹ ਸ਼ੁਰੂਆਤ ਹੁੰਦੀ ਹੈ ਬੈਂਕਮ ਜਿਹੜਾ ਚੈਟਰਜੀ ਆ, ਬੈਂਕਮ ਚਟੋਪਾਧਿਆ, ਜਿਹਨੇ ਆਨੰਦ ਮਠ ਨਾਮ ਦਾ ਇੱਕ ਨਾਵਲ ਲਿਖਿਆ। ਅੱਛਾ, ਉੱਥੇ ਸਿਸਟਮ ਜਿਹੜਾ ਕੀ ਸੀ, ਜਦ ਉਹਨਾਂ ਨੇ ਗੋਰਿਆਂ ਨੇ ਆਪਣਾ ਲਿਆ ਕੇ ਤਜ਼ਾਰਤ ਸ਼ੁਰੂ ਕੀਤੀ, ਕਹਿੰਦੇ ਢਾਕਾ ਸਭ ਤੋਂ ਵੱਡਾ ਸੀ, ਢਾਕੇ ਦੀ ਮਲਮਲ ਮਸ਼ਹੂਰ ਸੀ, ਪਰ ਉਹਨੂੰ ਕਰਦੇ ਬਣਾਉਂਦੇ ਮੁਸਲਮਾਨ ਸੀ ਬਹੁਤ। ਅਲੀਟ ਕਲਾਸ ਨੇ ਇਹ ਸੈੱਟ ਕਰ ਦਿੱਤਾ ਵੀ ਦਿਮਾਗੀ ਤੌਰ ਤੇ ਅਸੀਂ ਜ਼ਹੀਨ ਆ, ਪਰ ਅਸੀਂ ਫਿਜ਼ੀਕਲੀ ਤਕੜੇ ਨਹੀਂ। ਇਹ ਟੋਰ ਨੇ, ਇਹ ਫਿਜ਼ੀਕਲੀ ਤਕੜੇ ਨੇ, ਪਰ ਇਹ ਦਿਮਾਗ ਤੌਰ ਤੇ, ਕਿਉਂਕਿ ਪੜ੍ਹ ਗਏ ਉਹਨਾਂ ਨੇ ਆਲੇ ਦੁਆਲੇ ਰਹਿਣਾ। ਹੁਣ ਤੁਸੀਂ ਹੁਣ ਵੇਖ ਲਓ, ਹੁਣ ਦੇ ਸਿਸਟਮ 'ਚ ਵੇਖ ਲਓ, ਦਿੱਲੀ ਸਰਕਾਰ ਦੇ ਨੇੜਲੇ ਬੰਦੇ ਕਿਸੇ ਸੂਬੇ ਦੇ ਵਿੱਚ ਚੀਫ ਮਿਨਿਸਟਰ ਬਣਦਾ। ਹੁਣ ਮੰਨ ਲਓ ਆਪਣੇ ਚੰਡੀਗੜ੍ਹ 400 ਬੰਦਾ 500 ਬੈਠਾ ਪੰਜਾਬ ਦਾ, ਉਹ ਅਲੀਟ ਆਪਣੇ ਆਪ ਨੂੰ ਕਹਾਉਂਦੇ ਨੇ, ਉਹ ਤੁਹਾਨੂੰ ਨੇੜੇ ਨਹੀਂ ਬਣਨ ਦਿੰਦੇ, ਤੁਹਾਡੇ ਕੋਲ ਨਹੀਂ ਆਉਣ ਦੇਣਗੇ, ਉਹ ਤੁਹਾਨੂੰ ਅਲੱਗ ਰਹਿਣਗੇ। ਉਹਨਾਂ ਨੂੰ ਕੌਣ ਸੁਣੂਗਾ? ਉਹਨਾਂ ਨੂੰ ਸੁਣਨਗੇ ਵੀ ਸੈਂਟਰ 'ਚ ਉਹਨਾਂ ਨੂੰ ਜਿਹੜੇ ਉਹਨਾਂ ਨੇ ਲਾਏ ਹੋਏ। ਤਾਂ ਉਹ ਇੱਕ ਚੀਜ਼ ਜਾਂ ਪਿੰਡਾਂ 'ਚ ਅੰਗਰੇਜ਼ਾਂ ਦੇ ਸਮੇਂ ਸਫੈਦਪੋਸ਼, ਜਗੀਰਦਾਰ, ਨੰਬਰਦਾਰ, ਜਿਵੇਂ ਉਹਨਾਂ ਪਿੰਡ ਦੇ ਪ੍ਰਮੁੱਖ ਬਣ ਜਾਂਦੇ ਨਾ, ਉਹਨਾਂ ਦੇ ਨਾਲ ਹੀ ਉਹ ਗੱਲਾਂ ਕਰਦੇ ਆ। ਹੁਣ ਵੀ ਪਿੰਡ 'ਚ ਪੁਲਿਸ SHO ਆ ਕੇ ਸਾਰੇ ਪਿੰਡ ਨੂੰ ਥੋੜਾ ਬੁਲਾਉਂਦਾ, ਪਿੰਡ ਦੇ ਇੱਕ ਮੋਹਰੀ ਨੂੰ ਬਣਾਉਂਦਾ। ਮੋਹਰੀ ਕਿਹਨੇ ਸੈੱਟ ਕੀਤਾ ਹੋਇਆ? ਉਹਦੀ ਪੜ੍ਹਾਈ ਕਰਕੇ ਸੈੱਟ ਹੋ ਜਾਵੇ ਜਾਂ ਜਾਇਦਾਦ ਕਰਕੇ ਸੈੱਟ ਹੋ ਜਾਵੇ, ਕੋਈ ਚੀਜ਼ਾਂ ਚੱਲੀਆਂ ਆਉਂਦੀਆਂ। ਤਾਂ ਇਹ ਜਦ ਉੱਥੇ ਗੱਲ ਚੱਲੀ, ਕਹਿੰਦੇ ਆਨੰਦ ਮਠ ਨਾਂ ਦਾ ਉਹਨੇ ਇੱਕ ਨਾਵਲ ਜਿਹੜਾ ਬਣਾਇਆ, ਜਿਹਦੇ 'ਚ ਹਿੰਦੂ ਧਰਮ ਦੇ ਲੋਕ, ਉਸ ਸਮੇਂ ਅਲੀਟ ਲੋਕ ਨੇ ਜਿਹੜੇ ਮੁਸਲਮਾਨਾਂ ਦੇ ਉੱਪਰ ਹੱਲਾ ਬੋਲਦੇ, ਉਹਨਾਂ ਦੇ ਪਿੰਡਾਂ ਦੇ ਪਿੰਡ ਸਾੜਦੇ ਆ। ਇਹ ਨਾਵਲ ਦੀ ਕਲਪਨਾ, ਤੇ ਉਹਦੇ ਵਿੱਚ ਫਿਰ ਉਹਨੇ ਬੰਦੇ ਮਾਤਰਮ ਜਿਹੜਾ ਉਹਦਾ ਗੀਤ ਸੀ ਉਹ ਸੈੱਟ ਕੀਤਾ ਉਸ ਨਾਵਲ ਦੇ ਵਿੱਚ। ਉਹਦੇ ਨਾਲ ਸਵੈ ਜਿਹੜੀ ਆਪਣੇ ਤਰੱਕੀ ਦੀਆਂ ਗੱਲਾਂ, ਮੈਂ ਆਪਣੇ ਆਪ ਨੂੰ ਸੁਪੀਰੀਅਰ ਕਰਨ ਦੀਆਂ ਗੱਲਾਂ, ਦੇਖੋ ਇਹ ਕੁਝ % ਲੋਕ ਨੇ, ਸਾਰੇ ਨਹੀਂ ਹੈ। ਉੱਥੋਂ ਜਦੋਂ ਗੱਲ ਚੱਲੀ, ਉਹਦੇ ਵਿੱਚੋਂ ਹੀ ਫਿਰ ਇਹ ਲੀਡਰਸ਼ਿਪ ਜਿਹੜੀ ਉੱਥੋਂ ਦੇ ਬੰਗਾਲ ਦੇ ਵਿੱਚੋਂ ਹੀ ਨਿਕਲੇ, ਭੱਦਰਪੁਰਸ਼ ਜਿਹਨਾਂ ਨੂੰ ਕਹਿੰਦੇ ਨੇ, ਇਹ ਉਹੀ ਲਾਈਨ ਹੈ। ਜਦੋਂ ਪੰਜਾਬ ਆਉਂਦੇ ਨੇ 1849 'ਚ, ਉਹਨਾਂ ਨੂੰ ਲੈ ਕੇ ਆਉਂਦੇ ਨੇ ਗੋਰੇ, ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਕੁਝ ਕੀਤਾ, ਪੰਜਾਬ ਦੇ ਸਿਸਟਮ 'ਚ, ਉਹਦੇ ਸੱਭਿਆਚਾਰ 'ਚ, ਪੰਜਾਬ ਦੇ ਕਾਲਜ, ਪੰਜਾਬ ਦੇ ਵੱਡੇ ਦਫ਼ਤਰਾਂ ਦੇ ਵਿੱਚ ਇਹੀ ਲੋਕ ਆ ਕੇ ਬੈਠੇ। ਅੱਛਾ, ਉਹਦੇ ਤੋਂ ਫਿਰ ਹੁਣ ਸਿੰਬਲ ਜਿਹੜਾ ਸੈੱਟ ਕਰਨਾ ਸੀ, ਸਿੰਬਲ ਜਿਹੜਾ ਸੈੱਟ ਕੀਤਾ ਵੀ ਹੁਣ ਦੇਸ਼ ਦੇ ਵਿੱਚ ਭਾਰਤ ਮਾਤਾ ਨੂੰ ਕਿਵੇਂ ਦਿਖਾਉਣਾ। ਉਹਨਾਂ ਨੇ ਦੁਰਗਾ ਦੀ ਚਾਹੇ ਮੂਰਤੀ ਤੋਂ ਲਾ ਲਓ, ਇੱਕ ਮੂਰਤੀ ਦਿਖਾਤੀ ਜਿਹੜੀ ਪੇਨ ਦੇ ਵਿੱਚ, ਮਦਰ ਅਰਥ ਜਿਹੜੀ ਪੇਨ ਦੇ ਵਿੱਚ, ਬਲੱਡ ਦਿਖਾਤਾ, ਸੰਗਲ ਦਿਖਾਤੇ ਲੱਗੇ। ਤੇ ਉਹ ਸਾਰੀਆਂ ਚੀਜ਼ਾਂ ਕਿਉਂਕਿ ਦੇਖ ਹੋ ਰਹੇ ਸੀ ਫਰੰਗੀ ਨੂੰ,
ਉਹਦੇ ਵਿੱਚੋਂ ਉਹਨਾਂ ਦੇ ਨਾਲ ਫਿਰਦੇ ਤਾਂ ਉਹਨਾਂ ਦੇ ਸਬੋਰਡੀਨੇਟ ਬਣਦੇ ਤਾਂ ਦੇਸ਼ ਦੇ ਉੱਪਰ ਰਾਜ ਕਰਨ ਦੀ ਜਿਹੜੀ ਲਾਲਸਾ ਹੈ ਉਹ ਉਤਪੰਨ ਹੋ। ਉਹ ਜਦ ਉਤਪੰਨ ਹੋ ਗਈ ਤਾਂ ਉਹਨੂੰ ਗਾਂ ਕ੍ਰੀਏਟ ਕਰਨ ਦੇ ਲਈ ਫਿਰ ਹੁਣ ਨੌ ਚਾਹੀਦਾ ਕੋਈ ਨਾ ਕੋਈ। ਉਹਦੇ ਵਿੱਚ ਉਸ ਗੱਲਾਂ ਤੋਂ ਨਿਕਲ ਕੇ ਫਿਰ ਕਹਾਣੀ ਉਹਦੇ ਵਿੱਚੋਂ ਨਿਕਲੀ ਬਈ ਰਾਸ਼ਟਰਵਾਦ ਦੇ ਥੱਲੇ ਨੂੰ ਜਿਹੜੀ ਲੜਾਈ ਆ, ਲੜਾਈ ਤਾਂ ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਤਾਂ ਲੜੀ ਆ ਸਾਰਿਆਂ ਨੇ, ਪਰ ਇਹ 'ਚ ਮੇਨ ਧਾਰਾ ਮੇਨ ਸਟ੍ਰੀਮ ਜਿਹੜੀ ਹੈ ਉਸ ਨੂੰ ਕਿਵੇਂ ਸੈੱਟ ਕਰਨਾ, ਉਹਨੂੰ ਹੱਥ 'ਚ ਕਿਵੇਂ ਰੱਖਣਾ, ਉਹਦੇ ਤੇ ਏਜੰਡੇ ਤੇ ਕੰਮ ਸ਼ੁਰੂ ਕੀਤਾ ਉਹਨਾਂ ਨੇ। ਜਿਹੜੇ ਮੇਨ ਬੰਦੇ ਸ਼ੁਰੂਆਤ ਇਹਦੀ ਬੰਗਾਲ ਦੇ ਵਿੱਚੋਂ ਹੋਈ। ਪੰਜਾਬ ਦੇ ਵਿੱਚ 1800 ਹੁਣ ਗੱਲ ਇਹ ਸੀ ਵੀ ਪੰਜਾਬ ਦੇ ਵਿੱਚ ਧਰਮ ਗੁਰੂ ਕਾਲ ਦੇ ਸਮੇਂ ਵੀ ਤੇ 18ਵੀਂ ਸਦੀ 'ਚ ਅਕਸਰ ਜਿਹੜੀ 18ਵੀਂ ਸਦੀ ਜਦ ਖਾਲਸੇ ਨੇ ਦੁੱਖਾਂ ਦੇ ਵਿੱਚੋਂ ਕੱਢੀ ਨਾ, ਉਸ ਸਮੇਂ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਨੇ ਘਰ-ਬਾਰ ਨਹੀਂ ਛੱਡਿਆ, ਜ਼ਮੀਨੇ ਧਰਮ ਬੱਲੀਏ, ਰਾਮ ਰਾਈਏ, ਬੇਦੀ, ਸੋਢੀ, ਧਰਮਸ਼ਾਲੀਏ, ਕ੍ਰਾਂਤੀਕਾਰੀ, ਇਹਨਾਂ ਨਿਕਲੇ ਵਿੱਚੋਂ। ਇਹਨਾਂ ਨੇ ਘਰ ਸਾਂਭ ਲਿਆ ਤੇ ਇਹਨਾਂ ਨੇ ਇਹ ਸੰਪਰਦਾਵਾਂ ਦੇ ਰੂਪ ਦੇ ਵਿੱਚ ਗੁਰਦੁਆਰਿਆਂ ਦੇ ਉੱਪਰ ਕੰਟਰੋਲ ਕਰਕੇ ਬਹਿ ਗਏ ਧਰਮ ਦੇ ਵਿੱਚ। ਜਿਹੜਾ ਅਸਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਸੈਕੂਲਰ ਲਾ ਲਓ, ਧਰਮ ਨਿਰਪੱਖ ਰਾਜ ਲਾ ਲਓ, ਸਰਬ ਸਾਂਝਾ ਜਿਹੜਾ ਰਾਜ ਲਾ ਲਓ, ਇੱਕ ਸਿੱਖ ਦੀ ਨਿਗਾਹ ਦੇ ਨਾਲ ਸਿੱਖੀ ਨੂੰ ਉਸਦੇ ਧਰਮ ਦੇ ਸਮੇਂ, ਉਹਦੇ ਰਾਜ ਦੇ ਸਮੇਂ ਜਿਹੜੀ ਸਿੱਖੀ ਦੀਆਂ ਲੜਾਈਆਂ ਚੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਿਤ ਮਿਸਲਾਂ ਦੇ ਤੌਰ ਤੇ ਇਕੱਠਾ ਕਰਕੇ ਇੱਕ ਸਿੱਖ ਰਾਜ ਸਿਰਜਿਆ ਸੀ। ਪਰ ਰਾਜੇ ਬਣਨ ਤੋਂ ਬਾਅਦ ਉਹਦੇ ਸਮੇਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਗਿਰਾਵਟ ਬਹੁਤ ਵੱਡੀ ਆਈ। ਸਾਰੀਆਂ ਰਹੁ ਰੀਤਾਂ ਉਸਦੇ ਇੱਕ ਰਾਜੇ ਦੇ ਤੌਰ ਤੇ ਅਡਾਪਟ ਕਰਨੀਆਂ, ਲੜਿਆ ਸਿੱਖ ਦੇ ਤੌਰ ਤੇ। ਰਾਜਾ ਬਣਨ ਤੋਂ ਬਾਅਦ ਉੱਥੇ ਸਾਰੇ ਧਰਮਾਂ ਦੀਆਂ ਰਹੁ ਰੀਤਾਂ ਹੋ ਗਈਆਂ, ਜਿਹਦੇ ਕਰਕੇ ਸਿੱਖ ਧਰਮ ਵਾਲੇ ਪਾਸਿਓਂ ਉਸ ਸਮੇਂ ਜਿਹੜੀ ਉਹ ਸੰਕਟ ਵਾਲੇ ਪਾਸੇ ਨੂੰ ਚੱਲ ਗਿਆ। ਤੇ ਪਹਿਲਾਂ ਪੂਰੀ 18ਵੀਂ ਸਦੀ ਜਿਹੜੀ ਹੈ 1708 ਤੋਂ ਬਾਅਦ 1800 ਤੱਕ, ਉਸ ਸਮੇਂ ਜਿਹੜੇ ਜੰਗਜੂ ਸੀ ਉਹ ਘਰੋਂ ਬੇਘਰ ਹੋ ਗਏ। ਜਿਹੜੇ ਵਕਤ ਦੇ ਨਾਲ ਸੁਲ੍ਹਾ ਕਰਨ ਵਾਲੇ ਸੀ ਉਹ ਆ ਜਿਹੜੇ ਦੱਸ ਕੇ ਹਟਿਆ, ਰਾਮ ਰਾਈਏ ਤੇ ਧੀਰ ਮੱਲੀਏ, ਜੇ ਉਹ ਇਹਨਾਂ ਨੇ ਘਰ ਨਹੀਂ ਛੱਡੇ। ਇਹ ਸੰਪਰਦਾਵਾਂ ਦੇ ਰੂਪ ਦੇ ਵਿੱਚ ਪੰਥ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਵਿਗਾੜ ਉਸ ਸਮੇਂ ਲੈ ਕੇ ਆਇਆ ਤੇ ਸਾਰੀਆਂ ਚੀਜ਼ਾਂ ਹੋਣ ਲੱਗੀਆਂ। ਸਭ ਕੁਛ ਹੀ ਧਾਰਮਿਕ ਸਥਾਨਾਂ ਤੇ ਗੁਰਦੁਆਰਿਆਂ ਦੇ ਵਿੱਚ ਚੱਲੀ ਆ। ਪਹਿਲਾਂ ਨਿਰੰਕਾਰੀ ਮੱਤ ਜਿਹੜੀ ਸ਼ੁਰੂ 'ਚ ਹੋਈ ਬਾਬੇ ਦਿਆਲ ਦੇ ਵੇਲੇ ਤੇ ਨਾਮਧਾਰੀ ਲਹਿਰ ਬਾਬੇ ਭਾਈ ਬਾਲਕ ਸਿੰਘ ਦੇ ਵੇਲੇ, ਉਹ ਚੱਲੀਆਂ, ਸੁਧਾਰ ਦੀ ਕੋਸ਼ਿਸ਼ ਕੀਤੀ, ਪਰ ਗਿਰਾਵਟ ਇੰਨੀ ਆ ਗਈ ਸੀ 50 ਸਾਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਬਰਾਬਰਤਾ ਦੇ ਰਾਜ ਦੇ ਕਰਦੇ ਕਰਦੇ। ਉਸ ਕੀਤੀ ਤਾਂ ਸੀ, ਸੋਨੇ ਚੜਾਏ ਤੇ ਆਹ ਕੀਤਾ ਉਹ ਕੀਤਾ, ਸਾਰਾ ਕੁਛ ਕੀਤਾ, ਪਰ ਜੇ ਜਿਵੇਂ ਉਹਨੂੰ ਸਿੱਖ ਰਾਜੇ ਦੇ ਤੌਰ ਤੇ ਜਿਵੇਂ ਬਾਕੀ ਹੋਰ ਰਾਜੇ ਆਪਣੇ ਧਰਮ ਦਾ ਵਾਧਾ ਕਰਦੇ ਸੀ, ਜਿਵੇਂ ਮੁਗਲਾਂ ਨੇ ਕੀਤਾ। ਬੰਗਾਲ ਦੇ ਵਿੱਚੋਂ ਸਵਰਨ ਜਾਤੀਆਂ ਦੀ ਚੱਲੀ ਹੋਈ ਜਿਹੜੀ ਇੱਕ ਲਹਿਰ, ਜਿਹੜੀ ਦੇਸ਼ ਦੀ ਆਜ਼ਾਦੀ 'ਚ ਜਿਸ 'ਚ ਸਾਰਿਆਂ ਨੇ ਵੱਧ ਤੋਂ ਵੱਧ ਕੁਰਬਾਨੀਆਂ ਕੀਤੀਆਂ, ਮਿਨੋਰਟੀ ਨੇ, ਸਿੱਖਾਂ ਨੇ ਸਭ ਤੋਂ ਵੱਧ ਕੀਤੀ, ਪਰ ਉਹ ਨੈਸ਼ਨਲਿਜ਼ਮ ਦੇ ਚੌਕ ਤੇ ਇਸ ਤਰ੍ਹਾਂ ਫਿੱਟ ਕਰਤੀ ਵੀ ਇਹਦੇ ਤੋਂ ਬਾਹਰ ਵਾਲੇ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਲੜਨ ਵਾਲੇ ਹੀ ਹੋ, ਢੋਰ ਹੋ ਤੁਸੀਂ, ਰੂਲ ਅਸੀਂ ਕਰਾਂਗੇ। ਵਪਾਰਕ ਸੰਦੇਸ਼ ਇੱਥੋਂ ਅੱਗੇ ਚੱਲਣਾ। ਪੰਜਾਬ ਦੇ ਵਿੱਚ ਜਿਹੜਾ ਫਰੰਗੀ ਨੇ 1849 ਤੋਂ ਬਾਅਦ ਜਿਹੜੀ ਕਹਾਣੀ ਸ਼ੁਰੂ ਕੀਤੀ, ਸਭ ਤੋਂ ਪਹਿਲੀ ਗੱਲ ਜਦ ਸਿੱਖਾਂ ਦਾ ਰਾਜ ਗਿਆ, ਜਦ ਉਹ ਸਰੈਂਡਰ ਹੋਏ, ਘੋੜੇ ਦਿੱਤੇ ਉਹਨਾਂ ਨੇ, ਗੰਨਾਂ ਦਿਖਾਈ ਦਿੱਤੀਆਂ ਸਰਕਾਰ ਨੂੰ, ਅੰਗਰੇਜ਼ਾਂ ਨੂੰ, ਤੇ ਸ੍ਰੀ ਸਾਹਿਬ ਲਾ ਕੇ ਦਿੱਤੀ, ਤਾਂ ਬਹੁਤ ਵਿਰਾਨਗੀ ਜਿਹੜੀ ਉਹ ਦਿਮਾਗ ਦੇ ਵਿੱਚ ਆਈ। ਵਿਰਾਨਗੀ ਕਰਕੇ ਜਦ ਵਿਰਾਨਗੀ ਆਈ ਤਾਂ ਧਰਮ ਤੋਂ ਪਰਾਂ ਜਾਣ ਦੀ ਵੀ ਜਿਹੜੀ ਇੱਕ ਮਨ ਦੇ ਵਿੱਚ ਜਿਹੜੀ ਇੱਕ ਜਿਹੜੀ ਚਿੰਨ੍ਹ, ਬਹੁਤ ਲੋਕ ਸੀ ਜਿਹੜੇ ਖਾਲਸਾ ਰਾਜ ਦੇ ਵੇਲੇ ਦਾੜੀ ਕੇਸ ਰੱਖ ਕੇ ਸਰਕਾਰੇ ਖਾਲਸਾ ਦੇ ਵਿੱਚ ਭਰਤੀ ਹੋਏ, ਜਿਨ੍ਹਾਂ ਦੇ ਵਿੱਚੋਂ ਅਰੋੜੇ ਸੀ, ਖੱਤਰੀ ਸੀ, ਉਹ ਸਾਰੇ ਵਾਪਸ ਆਪਣੇ ਧਰਮ ਵੱਲ ਨੂੰ ਚੱਲ ਗਏ। 1855 ਦੀ ਪਹਿਲੀ ਮਰਦਮਸ਼ੁਮਾਰੀ ਜਦ ਹੋਈ ਹੈ ਨਾ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਸਿਆਲਕੋਟ, ਗੁਜਰਾਂਵਾਲਾ ਦੀ ਕੁੱਲ 35 ਲੱਖ ਬਸੋਂ ਦੇ ਵਿੱਚ 1,80,000 ਸਿੱਖ ਸੀ ਟੋਟਲ। ਸਿੱਖ ਵਰਗ ਉਸ ਸਮੇਂ ਸਿਰਫ ਕੇਸਾਧਾਰੀ ਸਿੱਖਾਂ ਨੂੰ ਗਿਣਿਆ ਜਾਂਦਾ ਸੀ, ਹੁਣ ਨਹੀਂ ਸੀ ਹੈ। ਤਾਂ ਹੀ ਗੁਰੇ ਨੇ ਜਿਹੜੀ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਵੀ ਉਹਨਾਂ ਮਰਦਮਸ਼ੁਮਾਰੀ ਦੇ ਵਿੱਚ ਸਿੱਖ ਦੀ ਡੈਫੀਨੇਸ਼ਨ ਇਹ ਲਾਤੀ ਵੀ ਜਿਹਦੇ ਦਾੜੀ ਕੇਸ ਰੱਖਦੇ ਨੇ ਉਹੀ ਸਿੱਖ, ਤੇ ਯਤੀਮਾਂ ਵਾਂਗੂ ਮਹਿਸੂਸ ਉਹ ਕਰਨ ਲੱਗੇ
ਤੇ ਈਸਾਈ ਪ੍ਰਚਾਰਕਾਂ ਨੇ ਇੰਨੀ ਤੇਜ਼ੀ ਲਿਆਂਦੀ, ਪਰ ਈਸਾਈ ਪ੍ਰਚਾਰਕ ਨਹੀਂ ਸੀ, ਅਲੀਟ ਕਲਾਸ ਜਿਹੜੀ ਕੁਝ ਨਾ ਕੁਝ ਬਦਲ ਕੇ ਆਪਣਾ ਧਰਮ ਬਦਲ ਕੇ ਜਿਹੜੇ ਬੰਗਾਲ ਚੋਂ ਆਏ, ਉਹਨਾਂ ਨੇ ਪੰਜਾਬ ਦੇ ਵਿੱਚ ਈਸਾਈ ਧਰਮ ਨੂੰ ਫੈਲਾਉਣ ਦੇ ਲਈ ਇੰਨਾ ਕੰਮ ਜ਼ਿਆਦਾ ਕੀਤਾ ਕਿ ਲੋਕ, ਤੇ ਫਿਰ ਅੰਗਰੇਜ਼ਾਂ ਨੂੰ ਇਹ ਗੱਲ ਹੋ ਗਈ ਵੀ ਇਹਨਾਂ ਨੂੰ ਸਤਿਕਾਰ ਕੌਮ ਨੂੰ ਦੇਣਾ ਪੈਣੇ ਆ। 1994 ਦੇ ਵਿੱਚ ਨਾ ਇੱਕ ਰਾਜੀਵ ਗਾਂਧੀ ਤੋਂ ਬਾਅਦ ਰਾਜੀਵ ਗਾਂਧੀਜ਼ ਇੰਡੀਆ ਇੱਕ ਬੁੱਕ ਹੈ, ਜੇ ਤੁਹਾਨੂੰ ਮਿਲੇ, ਉਹਦੇ ਚ 1994 ਚ ਇੱਕ ਸੈਮੀਨਾਰ ਉਹਨਾਂ ਨੇ ਕਰਾਇਆ ਜਿਹਦੇ ਵਿੱਚ ਅਸਾਮ, ਪੰਜਾਬ ਤੇ ਕਸ਼ਮੀਰ ਦੇ ਵਿੱਚ ਜਿਹੜੇ ਕਨਫਲਿਕਟਿੰਗ ਰੈਜ਼ੋਲੂਸ਼ਨ ਨੇ ਉਹਨੂੰ ਕਿਵੇਂ ਲਿਆ ਜਾਵੇ। ਜ਼ਹੀਨ ਬੰਦੇ ਮਨੀ ਸ਼ੰਕਰ ਆਇਰ ਵਗੈਰਾ ਤੇ ਨਰਸਿਮਹਾ ਰਾਓ ਤੇ ਸਭ, ਉਹ ਚ ਨਰਾਇਣਨ ਜਿਹੜਾ MP ਜਿਹੜਾ ਆਂਧਰਾ ਦਾ ਸੀ ਤੇ ਜਿਹੜਾ ਟ੍ਰਿਬਿਊਨ ਦਾ ਉਸ ਸਮੇਂ ਐਡੀਟਰ ਸੀ, ਉਹਨੇ ਇੱਕ ਗੱਲ ਕੀਤੀ। KP ਗਿੱਲ ਵੀ ਉੱਥੇ ਸੱਦਿਆ ਸੀ, ਬੂਟਾ ਸਿੰਘ ਵੀ ਉੱਥੇ ਸੀ। ਉਹਨੇ ਇੱਕ ਗੱਲ ਕੀਤੀ, ਉਹ ਕਹਿੰਦਾ ਵੀ ਸਿੱਖਾਂ ਨੂੰ ਇੱਕ ਆਦਰਸ਼ ਮਿਲ ਗਿਆ, ਉਹਨਾਂ ਕੋਲ ਟਾਰਗੇਟ ਹੈਗਾ, ਉਹ ਕਦੇ ਵੀ ਫੇਰ ਬਗਾਵਤ ਦੇ ਰਾਹ ਤੁਰ ਜਾਣਗੇ। ਟਾਰਗੇਟ ਉਹ ਕਹਿੰਦੇ ਕੌਣ ਹੈ? ਕਹਿੰਦੇ ਟਾਰਗੇਟ ਉਹਨਾਂ ਨੂੰ ਜਰਨੈਲ ਸਿੰਘ ਖਾਲਸਾ ਰੂਪ ਚ ਮਿਲਿਆ ਹੋਇਆ, ਉਹ ਟ੍ਰਿਗਰ ਹੋ ਸਕਦੇ ਨੇ ਕਦੇ। ਹੁਣ ਉਸ ਨੂੰ ਜਿਹੜਾ ਕਿਵੇਂ ਜਿਹੜਾ ਇਹ ਘੱਟ ਦਿਖਾਇਆ ਜਾਵੇਗਾ, ਕਿਵੇਂ ਉਸ ਨੂੰ ਉਹ ਜਿਹੜਾ ਉਹਨਾਂ ਦਾ ਟਾਰਗੇਟ ਹੈ ਉਸ ਨੂੰ ਮੱਧਮ ਕਰਨਾ, ਇਸ ਤੇ ਕੰਮ ਹੋਇਆ। ਫਿਰ 1994 ਤੋਂ ਬਾਅਦ ਜਿਹੜਾ ਕੁਝ ਹੋਇਆ, ਐਨੀਵੇਜ਼ ਪਿੱਛੇ ਨੂੰ ਆਵਾਂ, ਫਿਰ ਜਦ ਮਹਾਰਾਜਾ ਦਲੀਪ ਸਿੰਘ ਨੂੰ ਜਵਾਕ ਸੀ, ਉਹਨੂੰ ਈਸਾਈ ਜਦ ਬਣਾਉਣ ਦੀ ਗੱਲ ਹੋਈ ਤੇ ਨਾਲ ਹੀ ਕਪੂਰਥਲਾ ਰਾਜ ਘਰਾਣੇ ਦੇ ਕੰਵਰ ਹਰਨਾਮ ਸਿੰਘ, ਦੋਨਾਂ ਨੇ 1857 ਦੇ ਗਦਰ ਚ ਜਦ ਸਿੱਖਾਂ ਨੇ ਸਾਥ ਨਾ ਦਿੱਤਾ ਪੂਰਬੀਆਂ ਤੇ ਮਰਹੱਟਿਆਂ, ਉਹਦਾ ਕਾਰਨ ਇਹ ਸੀ ਵੀ ਪੂਰਬੀਆਂ ਨੇ ਗੋਰਿਆਂ ਦੇ ਨਾਲ ਰਲ ਕੇ ਉਹਨਾਂ ਤੋਂ ਸਿੱਖ ਰਾਜ ਜਿਹੜਾ ਖੋਇਆ ਸੀ, ਇਹਦੇ ਕਰਕੇ ਮਨ ਦੇ ਵਿੱਚ ਵਿਗਾਨਗੀ ਸੀ, ਇਹਨਾਂ ਦੇ ਨਾਲ ਨਾ ਹੋ। ਤਾਂ ਦੋ ਜਿਹੜੇ ਉਸ ਸਮੇਂ ਜਿਹੜੇ JD ਕਨਿੰਗਮ ਤੇ ਹੈਨਰੀ ਲਾਰੈਂਸ, ਉਹ ਉਸ ਤੋਂ ਬਾਅਦ ਜਦ ਜੌਨ ਲਾਰੈਂਸ ਨੂੰ ਪੰਜਾਬ ਦਾ ਚੀਫ ਕਮਿਸ਼ਨਰ ਉਹਨਾਂ ਨੇ ਲਾਇਆ, ਤਾਂ ਉਹਨਾਂ ਨੇ ਇਹ ਦੇਖਿਆ ਵੀ ਨਰਮ ਹੋ ਕੇ ਸਿੱਖਾਂ ਨੂੰ ਕਿਵੇਂ ਨਾਲ ਜਿਹੜਾ ਰਲਾਇਆ ਜਾਵੇ। ਉਹਦੇ ਵਿੱਚੋਂ ਸਿੱਖਾਂ ਦੀ ਜਿਹੜੀ ਭਰਤੀ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਆਪਣੀ ਅੰਗਰੇਜ਼ਾਂ ਦੀ ਫੌਜ ਦੀ ਭਰਤੀ ਸ਼ੁਰੂ ਹੋਈ। ਜਦ ਭਰਤੀ ਸ਼ੁਰੂ ਹੋਈ, ਤੁਸੀਂ ਦੇਖੋ ਫਿਰ ਕੀ ਗੱਲ ਬਣਦੀ। ਨੌਕਰੀ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਵੀ ਰੱਖਾਂਗੇ ਉਹਨੂੰ ਜਿਹੜੇ ਕੇਸਧਾਰੀ ਨੇ। ਦੇਖੋ ਵਕਤ ਬੰਦੇ ਨੂੰ ਕੀ ਬਣਾਉਂਦਾ, ਜਿਹੜੇ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਜਦ ਜਿਉਂ ਹੀ ਨੌਕਰੀ ਦੀ ਲਾਲਚ ਆਈ, ਹਿੰਦੂ ਭਾਈਚਾਰੇ ਦੇ ਵਿੱਚੋਂ ਫੇਰ ਲੋਕ ਬਹੁਤ ਕੇਸ ਰੱਖਣ ਲੱਗ ਪਏ। ਜਿਵੇਂ ਸਿੱਖ ਰਾਜ ਦੇ ਵੇਲੇ ਗਏ ਸੀ ਨਾ, ਸਿੱਖ ਰਾਜ ਤੋਂ ਬਾਅਦ ਕੁਛ ਸਾਲਾਂ ਦੇ ਫੇਰ ਰੱਖ 5 ਜ਼ਿਲ੍ਹਿਆਂ ਦੇ ਵਿੱਚ, ਜਿਹਨਾਂ 1855 ਚ 1,81,000 ਗਿਣਤੀ ਸੀ, 1868 ਦੇ ਵਿੱਚ 5.5 ਲੱਖ ਸਿੱਖਾਂ ਦੀ ਗਿਣਤੀ ਹੋ ਗਈ। ਕੋਈ ਅੰਦਰ ਰਾਮ ਕੁਮਾਰ ਵੜਦਾ ਤੇ ਅੰਦਰੋਂ ਰਾਮ ਸਿੰਘ ਬਣ ਕੇ ਨਿਕਲਦਾ, ਮਤਲਬ ਇੰਨੀ ਗਿਣਤੀ ਜਿਹੜੀ ਇਕੱਠੀ ਵਧੀ। ਇੱਥੋਂ ਅੱਗੇ ਫੇਰ ਤੋਰੂੰਗਾ ਮੈਂ ਅਗਲੇ ਵੀਰਵਾਰ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ ਨੂੰ ਫੇਰ ਮੁੜਦੇ ਆ, ਮੇਰਾ ਪਿੰਡ ਮੇਰੇ ਖੇਤ ਦੀ ਗੱਲਬਾਤ।